ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਵਿਚਾਰਾਂ ਵਿੱਚ ਅੱਜ ਅੰਕ ਨੰਬਰ 1063 ਨੰਬਰ ਅੰਕ ਤੋਂ ਅੱਗੇ ਪਾਠ ਕਰਨਾ। ਮਾਰੂ ਰਾਗ ਵਿੱਚ ਤੀਜੀ ਪਾਤਸ਼ਾਹੀ ਧੰਨ ਧੰਨ ਗੁਰੂ ਅਮਰਦਾਸ ਜੀ ਦੇ ਉਚਾਰਨ ਕੀਤੇ ਹੋਏ ਸੋਹਲਿਆਂ ਦੇ ਪਾਠ ਚੱਲ ਰਹੇ ਹਨ, ਜਿਸ ਵਿੱਚ 19ਵੇਂ ਸੋਹਲੇ ਦੇ 5 ਪਦਿਆਂ ਤੱਕ ਦੇ ਪਾਠ ਪਹਿਲਾਂ ਹੋ ਚੁੱਕੇ ਹਨ। ਅੱਜ ਅੱਗੋਂ ਪਾਠ ਕਰਨਾ। ਸਤਿਗੁਰ ਸੇਵੇ ਸੇ ਵਡ ਭਾਗੀ, ਸਹਿਜ ਭਾਏ ਸੱਚੀ ਲਿਵ ਲਾਗੀ। ਸੱਚੋ ਸੱਚ ਕਮਾਵੇ ਸਦਹੀ, ਸੱਚੇ ਮੇਲ ਮਿਲਾਇੰਦਾ। ਸਤਿਗੁਰ ਸੇਵੇ ਸੇ ਵਡ ਭਾਗੀ, ਸਹਿਜ ਭਾਏ ਸੱਚੀ ਲਿਵ ਲਾਗੀ। ਸੱਚੋ ਸੱਚ ਕਮਾਵੇ ਸਦਹੀ, ਸੱਚੇ ਮੇਲ ਮਿਲਾਇੰਦਾ। ਸਤਿਗੁਰ ਸੇਵੇ ਸੇ ਵਡ ਭਾਗੀ, ਕਹਿੰਦੇ ਜੋ ਸਤਿਗੁਰ ਦੀ ਸੇਵਾ ਕਰਦੇ ਹਨ ਵੱਡੇ ਭਾਗਾਂ ਵਾਲੇ ਹਨ। ਸੇ ਵਡ ਭਾਗੀ, ਗੁਰੂ ਸਾਹਿਬ ਕਹਿ ਰਹੇ ਹਨ ਵਡ ਭਾਗੀ। ਸਤਿਗੁਰ ਦੀ ਸੇਵਾ ਬਾਬਤ ਰੋਜ਼ਾਨਾ ਗੱਲ ਹੁੰਦੀ ਹੈ। ਗੁਰੂ ਦੀ ਗੱਲ ਸੁਣਨਾ, ਸਮਝਣਾ, ਬੁੱਝਣਾ, ਮੰਨਣਾ, ਇਹੋ ਗੁਰੂ ਦੀ ਸੇਵਾ ਹੈ। ਗੁਰੂ ਦੀ ਗੱਲ ਮੰਨ ਲਈਏ। ਗੁਰ ਕਹੇ ਸੋ ਕਾਰ ਕਮਾਏ ਜੀਓ, ਜੋ ਗੁਰੂ ਗੱਲ ਕਰ ਰਹੇ ਹਨ ਅਸੀਂ ਮੰਨ ਲਈਏ। ਗੁਰੂ ਦੀ ਸੇਵਾ ਹੀ ਗੁਰੂ ਦੀ ਗੱਲ ਮੰਨਣ ਵਿੱਚ ਹੈ। ਸਤਿਗੁਰ ਸੇਵੇ, ਔਰ ਜੋ ਗੁਰੂ ਦੀ ਗੱਲ ਸਮਝ ਬੁੱਝ ਕੇ ਮੰਨਣ ਵਿੱਚ ਲੈ ਆਂਦਾ, ਗੁਰੂ ਸਾਹਿਬ ਕਹਿ ਰਹੇ ਸੇ ਵਡ ਭਾਗੀ, ਵੱਡੇ ਭਾਗਾਂ ਵਾਲੇ ਹਨ। ਗੁਰੂ ਸਾਹਿਬ ਵੱਡੇ ਭਾਗਾਂ ਵਾਲੇ ਕਿਉਂ ਹਨ? ਐਸਾ ਕੀ ਹੈ ਕਿ ਉਹ ਵੱਡੇ ਭਾਗਾਂ ਵਾਲੇ ਬਣ ਗਏ? ਸਹਿਜ ਭਾਏ ਸੱਚੀ ਲਿਵ ਲਾਗੀ। ਸਹਿਜ ਭਾਏ, ਸੁਭਾਵਕ ਹੀ ਉਹਨਾਂ ਦੇ ਮਨ ਵਿੱਚ ਸੱਚ ਦਾ ਪ੍ਰੇਮ ਦਾ ਵਾਸਾ ਹੋ ਗਿਆ ਤੇ ਉਹਨਾਂ ਦੀ ਸੁਰਤ ਸੱਚੀ ਲਿਵ ਲਾਗੀ। ਉਹਨਾਂ ਦੀ ਸੁਰਤ ਸੱਚ ਵਿੱਚ ਟਿਕ ਗਈ। ਸੱਚੀ ਲਿਵ, ਸੱਚੀ ਲਿਵ ਸੁਰਤ ਜਿਹੜੀ ਹੈ ਉਹਨਾਂ ਦੀ, ਅਸੀਂ ਧਿਆਨ ਦਈਏ ਸਾਡੀ ਸੁਰਤ ਕਿੱਥੇ ਟਿੱਕੀ ਹੁੰਦੀ ਹੈ। ਅਸੀਂ ਕਰਮ ਉਹੀਓ ਕਰਦੇ ਹਾਂ, ਸਾਡਾ ਮਨ ਕਿਹੋ ਜਿਹਾ ਬਣਦਾ ਹੈ। ਜਿੱਥੇ ਸਾਡੀ ਸੁਰਤ ਟਿੱਕੀ ਹੁੰਦੀ ਹੈ ਸਾਡਾ ਮਨ ਉਹੋ ਜਿਹਾ ਬਣਨ ਲੱਗ ਪੈਂਦਾ। ਜਿੱਥੇ ਸਾਡੀ ਸਾਰਾ ਦਿਨ ਸੁਰਤ ਟਿੱਕੀ ਰਵੇ, ਬਾਰ-ਬਾਰ ਜਿਹੜੇ ਵਿਚਾਰਾਂ ਵਿੱਚ ਸਾਡਾ ਮਨ ਉਹੋ ਜਿਹਾ ਬਣਦਾ ਰਹਿੰਦਾ। ਮਨ ਦੀ ਬਣਤਰ ਬਣਦੀ ਰਹਿੰਦੀ ਉਸੇ ਤਰੀਕੇ ਨਾਲ। ਜਿਹੋ ਜੀ ਮਨ ਦੀ ਬਣਤਰ ਬਣਦੀ ਹੈ ਉਹੋ ਜਿਹੇ ਅਸੀਂ ਕਰਮ ਕਰੀ ਜਾਂਦੇ ਹਾਂ। ਉਹੋ ਜਿਹੇ ਅਸੀਂ, ਔਰ ਜਿਹੜਾ ਪੂਰਬ ਲਿਖਿਆ ਦਾ ਬਾਰ-ਬਾਰ ਜ਼ਿਕਰ ਆਉਂਦਾ ਹੈ, ਪੂਰਬ ਲਿਖਿਆ ਕਰਮ, ਪੂਰਬ ਲਿਖੇ ਜਿਹੜੇ ਅਸੀਂ ਕਰਮ ਕਮਾਉਂਦੇ ਹਾਂ। ਪੂਰਬ ਕੀ ਹੈ? ਇਹ ਜਿਹੜਾ ਪਲ ਸੀ, ਜਿਹੜਾ ਹੁਣ ਪ੍ਰੈਜ਼ੈਂਟ ਸੀ, ਇਹ ਬੀਤ ਗਿਆ, ਪੂਰਬ ਹੋ ਗਿਆ। ਇਸ ਪਲ ਵਿੱਚ ਅਸੀਂ ਕੀ ਸੋਚਿਆ, ਅਸੀਂ ਕਿੱਥੇ ਸਾਡੀ ਸੁਰਤ ਟਿੱਕੀ, ਉਹੋ ਜਿਹਾ ਸਾਡਾ ਮਨ ਬਣਿਆ। ਉਹੋ ਜਿਹਾ ਆਉਣ ਵਾਲੇ ਸਮੇਂ ਵਿੱਚ ਅਸੀਂ ਕਰਮ ਕਮਾਉਣਾ ਹੈ। ਸੁਰਤ ਵੱਲ ਅਸੀਂ ਧਿਆਨ ਦਈਏ। ਸਾਡੀ ਸਾਰਾ ਦਿਨ ਸੁਰਤ ਕਿੱਥੇ ਟਿੱਕੀ ਰਹਿੰਦੀ ਹੈ? ਸਾਡਾ ਸਾਰਾ ਦਿਨ ਸੋਚਣੀ ਵਿੱਚ ਕੀ ਰਹਿੰਦਾ ਹੈ? ਕਿਧਰੇ ਕਾਮ ਤੇ ਨਹੀਂ ਟਿਕਿਆ ਰਹਿੰਦਾ, ਕ੍ਰੋਧ ਤੇ ਨਹੀਂ ਟਿਕਿਆ ਰਹਿੰਦਾ, ਲੋਭ ਮੋਹ ਅਹੰਕਾਰ ਤੇ ਨਹੀਂ ਟਿਕਿਆ ਰਹਿੰਦਾ। ਅਗਰ ਟਿਕਿਆ ਰਹਿੰਦਾ ਹੈ ਤੇ ਅਸੀਂ ਮੈਲ ਇਕੱਠੀ ਕਰੀ ਜਾ ਰਹੇ ਹਾਂ। ਅਸੀਂ ਮਨ ਨੂੰ ਉਨ ਵਿਕਾਰਾਂ ਦੀ ਅਧੀਨਗੀ ਦੇ ਵਿੱਚ ਮੈਲਾ ਕਰੀ ਜਾ ਰਹੇ ਹਾਂ। ਤੇ ਮੈਲਾ ਮਨ ਨੇ ਕੀ ਕਰਨਾ ਹੈ? ਕਰਮ ਵੀ ਮੈਲੇ ਕਰਾਣੇ, ਸਰੀਰ ਵਿੱਚ ਰੋਗ ਵੀ ਪੈਦਾ ਕਰਨੇ, ਸਰੀਰ ਤਨ ਨੂੰ ਵੀ ਰੋਗੀ ਕਰਨਾ। ਮਨ ਤੇ ਸਾਡੀ ਸੁਰਤ ਨੇ ਪਹਿਲਾਂ ਹੀ ਰੋਗੀ ਕਰ ਦਿੱਤਾ ਸੀ। ਅਸੀਂ ਲਈ ਗੁਰੂ ਸਾਹਿਬ ਕਹਿ ਰਹੇ ਸਤਿਗੁਰ ਸੇਵੇ ਸੇ ਵਡ ਭਾਗੀ। ਸੇਵੇ, ਸੇਵਾ ਤੇ ਤਦ ਗੁਰੂ ਦੀ ਗੱਲ ਮੰਨਣਗੇ ਜਦੋਂ ਅਸੀਂ, ਤਾਂ ਮੰਨਾਂਗੇ ਜਦੋਂ ਸਾਡੀ ਸੁਰਤ ਸੱਚ ਵਿੱਚ ਟਿਕ ਜਾਏ, ਲਿਵ ਸਾਡੀ ਜੁੜ ਜਾਏ। ਲਿਵ ਜੁੜਨੀ ਕੀ ਹੈ? ਕਿ ਸੁਰਤ ਵਿੱਚ ਸੱਚ ਦੀ ਸਿੱਖਿਆ ਵਸ ਜਾਏ, ਸੁਚੇਤ ਹੋ ਜਾਏ ਸੁਰਤ ਸਾਡੀ। ਸਾਡੀ ਸੁਰਤ ਦੇ ਵਿੱਚੋਂ ਵਿਕਾਰ, ਬੇਈਮਾਨੀ, ਠੱਗੀ, ਨਿੰਦਿਆ, ਚੁਗਲੀ, ਗੰਦਗੀ ਦੂਰ ਹੋ ਜਾਏ। ਸਤਿਗੁਰ ਸੇਵੇ ਸੇ ਵਡ ਭਾਗੀ, ਸਹਿਜ ਭਾਏ ਸੱਚੀ ਲਿਵ ਲਾਗੀ। ਫਿਰ ਉਹਨਾਂ ਦੀ ਜ਼ਿੰਦਗੀ ਕੈਸੀ ਬਣਦੀ ਹੈ? ਗੁਰੂ ਸਾਹਿਬ ਕਹਿ ਰਹੇ ਸੱਚੀ ਲਿਵ ਲਾਗੀ। ਸੱਚੋ ਸੱਚ ਕਮਾਵੇ ਸਦ ਹੀ। ਫਿਰ ਸੱਚ ਹੀ ਸੱਚ ਕਮਾਉਂਦੇ ਹਨ। ਸੱਚੋ ਸੱਚ ਕਮਾਵੇ। ਦੇਖੋ, ਇੱਕ ਪਾਸੇ ਜਿਨ੍ਹਾਂ ਦੀ ਸੱਚ ਵਿੱਚ ਸੁਰਤ ਜੁੜ ਜਾਂਦੀ ਹੈ, ਉਹਨਾਂ ਦੇ ਸੱਚੋ ਸੱਚ ਕਮਾਵੇ। ਹੁਣ ਕਮਾਵੇ ਕੀ ਹੈ?
कमावे में जो ਅਸੀਂ कर्म करते हैं, सच्चो सच कमावे, सद ही कमावे बहुवचन रूप ਵਿੱਚ ਆਇਆ ਹੈ। ਸਦੀਵ ਹੀ ਉਹ ਜਿਨ੍ਹਾਂ ਦੀ ਲਿਵ ਸੱਚ ਵਿੱਚ ਜੁੜ ਜਾਂਦੀ ਹੈ, ਸੱਚੀ ਲਿਵ ਲੱਗੀ, ਜਿਹੜੇ ਸਤਿਗੁਰ ਸੇਵੇ, ਜਿਹੜੇ ਸਤਿਗੁਰ ਦੀ ਸੇਵਾ ਵਿੱਚ ਜੁੜਦੇ ਹਨ, ਉਹ ਸੱਚ ਦੀ ਕਮਾਈ ਕਰਦੇ ਹਨ। ਹੁਣ ਕਮਾਣਾ ਕੀ ਹੈ? ਅਸੀਂ ਗਿਣਤੀਆਂ ਦੇ ਪਾਠ ਕਰਦੇ ਹਾਂ, ਅਸੀਂ ਕਹਿੰਦੇ ਹਨ ਅੱਜ ਅਸੀਂ 4 ਜਪਜੀ ਸਾਹਿਬ ਅਸੀਂ ਸ਼ਾਇਦ ਕਮਾ ਲਏ। ਮਾਫੀ ਚਾਹੁੰਦਾ, ਜਪਜੀ ਸਾਹਿਬ 4 ਵਾਰੀ 5 ਵਾਰੀ 10 ਵਾਰੀ 50 ਵਾਰੀ ਗਿਣ ਕੇ ਪਾਠ ਕਰਨਾ ਕਮਾਈ ਨਹੀਂ ਹੈ। ਜੇਕਰ ਜਪਜੀ ਸਾਹਿਬ ਦੀ ਇੱਕ ਪੰਕਤੀ ਹਿਰਦੇ ਵਿੱਚ ਵਸ ਗਈ, ਉਸ ਮੁਤਾਬਿਕ ਜੀਵਨ, ਇੱਕ ਅੱਖਰ ਮੁਤਾਬਿਕ ਜੀਵਨ ਜੀਣ ਲੱਗ ਪਏ, ਉਹ ਕਮਾਈ ਹੈ। ਗੁਰੂ ਦੀ ਸਿੱਖਿਆ ਨੂੰ ਕਰਮਾਂ ਦੇ ਰਾਹੀਂ, ਗੁਰੂ ਦੀ ਸਿੱਖਿਆ ਤੇ ਟੁਰਨਾ ਕਮਾਈ ਹੈ। ਫਿਰ ਗੁਰੂ ਸਾਹਿਬ ਸਮਝਾਣਾ ਕਰ ਰਹੇ, ਸੱਚੋ ਸੱਚ ਕਮਾਵੇ। ਹੁਣ ਹਿਰਦੇ ਵਿੱਚ ਸੱਚ ਵਸ ਗਿਆ, ਸੱਚੀ ਲਿਵ ਲੱਗੀ, ਸੁਰਤ ਸੱਚ ਵਿੱਚ ਟਿਕ ਗਈ, ਤੇ ਕਮਾਈ ਵੀ ਸੱਚ ਦੀ ਕਰ ਰਹੇ। ਸੱਚੋ ਸੱਚ ਕਮਾਵੇ ਕਦੋਂ ਕਰਦੇ ਹਨ? ਸਾਦੀ ਇੱਕ ਪਾਸੇ ਖੋਟੇ ਖੋਟ ਕਮਾਉਣਾ, ਆਏ ਗਿਆ ਪਤ ਖੋਏ। ਖੋਟੇ ਖੋਟ ਕਮਾਉਣਾ, ਆਏ ਗਿਆ ਪਤ ਖੋਏ। ਕਹਿੰਦੇ ਨੇ ਆਏ ਗਿਆ ਕੀ ਹੈ? ਸੁਰਤ ਅੱਗੇ ਪਿੱਛੇ ਟਿੱਕੀ ਰਹਿੰਦੀ ਹੈ ਵਿਕਾਰਾਂ ਦੀ ਅਧੀਨ ਵਿੱਚ। ਆਏ ਗਿਆ ਜਨਮ ਮਾਨੋ ਵੱਖ ਵੱਖ ਜੂਨਾਂ ਵਿੱਚ ਹੋ ਰਿਹਾ, ਜੰਮਦੇ ਮਰਦੇ ਹਨ, ਕੀ ਹੁੰਦਾ? ਪਤ ਖੋਏ। ਕੱਲ ਵੀ ਜ਼ਿਕਰ ਆਇਆ ਸੀ, ਮੱਥੇ ਕਾਲੇ ਮਹਿਲ ਨਾ ਪਾਵੇ, ਮੱਥੇ ਕਾਲੇ ਬੇਪਤ ਹੋਣਾ। ਇੱਥੇ ਵੀ ਗੁਰੂ ਸਾਹਿਬ ਸਮਝਾਣਾ ਕਰ ਰਹੇ, ਪਤ ਖੋਏ। ਔਰ ਦੂਜੇ ਪਾਸੇ ਗੁਰੂ ਸਾਹਿਬ ਹੋਰ ਪੰਕਤੀਆਂ ਵਿੱਚ ਕਮਾਉਣਾ ਦੇ ਉੱਤੇ ਨਾ ਬੜੀ ਖੂਬਸੂਰਤ ਪੰਕਤੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਸਾਨੂੰ ਲੱਭ ਜਾਂਦੀਆਂ। ਇੱਕ ਪਾਸੇ ਖੋਟੇ ਖੋਟ ਕਮਾਉਣਾ, ਇੱਕ ਪਾਸੇ ਗੁਰਮੁਖ ਕਾਰ ਕਮਾਉਣੀ। ਸੱਚ ਘੱਟ ਪ੍ਰਗਟ ਹੋਏ, ਹਿਰਦੇ ਵਿੱਚ ਸੱਚ ਪ੍ਰਗਟ ਹੋ ਜਾਂਦਾ ਹੈ। ਹੁਣ ਗੁਰੂ ਸਾਹਿਬ ਨਾਲ ਹੀ ਗੱਲ ਹੋਰ ਸਮਝਾਣਾ ਕਰਦੇ ਹਨ, ਪੂਰਬ ਲਿਖਿਆ ਕਮਾਉਣਾ, ਕੋਏ ਨਾ ਮੇਟਣ ਹਾਰ। ਪੂਰਬ ਲਿਖਿਆ ਕਮਾਉਣਾ, ਪੂਰਬ ਜੋ ਹੁਣੇ ਬੀਤ ਗਿਆ ਹੈ, ਪੂਰਬ ਹੋ ਗਿਆ। ਇੱਥੇ ਕੀ ਕਮਾਇਆ ਹੈ ਅਸੀਂ? ਕਹਿੰਦੇ ਜੋ ਇੱਥੇ ਕਮਾਇਆ ਹੈ ਨਾ, ਜਿਹੜੇ ਕਰਮ ਕੀਤੇ ਨੇ ਅਸੀਂ, ਫਿਰ ਕੋਈ ਨਾ ਮੇਟਣ ਹਾਰ, ਕੋਈ ਮਿਟਾ ਨਹੀਂ ਸਕਦਾ ਉਹਨਾਂ ਨੂੰ। ਫਿਰ ਅਸੀਂ ਦੋਸ਼ ਦੂਜਿਆਂ ਨੂੰ ਦਿੰਦੇ ਹਾਂ, ਤੇਰੀ ਵਜ੍ਹਾ ਕਰਕੇ ਮੈਨੂੰ ਦੁੱਖ ਆਇਆ, ਤੇਰੀ ਵਜ੍ਹਾ ਕਰਕੇ ਮੈਨੂੰ ਇਹ ਤਕਲੀਫ ਆਈ ਹੈ। ਸਾਨੂੰ ਇਹ ਗੱਲ ਨਹੀਂ ਸਮਝ ਆਉਂਦੀ ਕਿ ਅਸੀਂ ਵਿਕਾਰਾਂ ਦੀ ਗੁਲਾਮੀ ਵਿੱਚ ਜਿਹੜੇ ਕਰਮ ਕਰਦੇ ਰਹੇ ਹਾਂ, ਉਹੀਓ ਦੁੱਖਾਂ ਦਾ ਕਾਰਨ, ਉਹੀਓ ਰੋਗਾਂ ਦਾ ਕਾਰਨ ਬਣ ਚੁੱਕੇ ਹਨ, ਤੇ ਉਹੀਓ ਸਾਨੂੰ ਤਕਲੀਫ ਦੇ ਰਹੇ ਹਨ। ਸੱਚੋ ਸੱਚ ਕਮਾਵੇ ਸਦੀ, ਸੱਚੇ ਮੇਲ ਮਿਲਾਇੰਦਾ। ਕਹਿੰਦੇ ਫਿਰ ਸੱਚ ਨਾਲ ਉਹਨਾਂ ਦਾ ਮੇਲ ਹੋ ਜਾਂਦਾ ਹੈ, ਸਾਂਝ ਬਣ ਜਾਂਦੀ ਹੈ, ਕੋਈ ਭੇਦ ਨਹੀਂ ਰਹਿ ਜਾਂਦਾ। ਇੰਝ ਸਮਝੀਏ, ਗੁਣ ਕਹਿ ਗੁਣੀ ਸਮਾ ਬਣਿਆ, ਗੁਣ ਕਹਿ ਕਹਿ ਕੇ ਗੁਣਾਂ ਦੇ ਵਿੱਚ ਹੀ ਲੀਨਤਾ ਬਣ ਜਾਂਦੀ ਹੈ। ਮਨ ਜਿਹੜਾ ਹੈ ਗੁਣਾਂ ਦੇ ਵਿੱਚ ਲੀਨ ਹੋ ਜਾਂਦਾ ਹੈ, ਭਰਪੂਰ ਹੋ ਜਾਂਦਾ ਹੈ। ਜੀ ਅਰਵਿੰਦਰ ਜੀ, ਅਸੀਂ ਜਿਸ ਤਰ੍ਹਾਂ ਕੱਲ ਤੋਂ ਵੀ ਦੇਖੀ ਆਨੇ ਪਿਆ ਨਾ, ਵੀ ਇਹ ਸਟਾਰਟ ਹੋਇਆ ਸੀ ਵੀ ਹਰ ਜੀਉ ਦਾਤਾ ਆਗਮ ਅਪਾਰ। ਉਸ ਤੋਂ ਬਾਅਦ ਜਿਹੜੇ ਕੱਲ 2 ਬੰਦ ਸਨ, ਵੀ ਸਤਿਗੁਰ ਸੇਵੈ ਸਹਿਜ ਆਨੰਦਾ। ਜਿਨ੍ਹਾਂ ਨੇ ਗੁਰੂ ਦੀ ਸੇਵਾ ਕੀਤੀ ਹੈ, ਉਹਨਾਂ ਦਾ ਜੀਵਨ ਕੈਸਾ ਹੋ ਜਾਂਦਾ ਹੈ? ਆਨੰਦ ਉਹਨਾਂ ਦੇ ਜੀਵਨ ਦਾ ਸਹਿਜ ਬਣ ਜਾਂਦਾ ਹੈ। ਫਿਰ ਉਸ ਤੋਂ ਬਾਅਦ ਆਇਆ ਸੀ ਵੀ ਸਤਿਗੁਰ ਤੇ ਵਿਛੜੇ ਤਿੰਨੀ ਦੁੱਖ ਪਾਇਆ। ਉਹ ਜੀਵਨ ਜਿਹੜੇ ਸਤਿਗੁਰ ਤੋਂ ਟੁੱਟੇ ਹੋਏ ਨੇ, ਉਹ ਕਹਿੰਦੇ ਨੇ ਕਿ ਵੀ ਉਹ ਜਿਹੜੇ ਵਿਛੜੇ ਨੇ ਉਹ ਹਮੇਸ਼ਾ ਦੁਖੀ ਰਹਿਣਗੇ। ਹੁਣ ਇੱਥੇ ਫਿਰ ਗੁਰੂ ਸਾਹਿਬ ਸਾਨੂੰ ਹੋਰ ਗੁਰੂ ਦੀ ਸਾਡੀ ਜ਼ਿੰਦਗੀ ਵਿੱਚ ਇੰਪੋਰਟੈਂਸ ਕਿਤਨੀ ਹੈ। ਜੇ ਗੁਰੂ ਨਾ ਮਿਲਿਆ ਸਾਨੂੰ, ਉਹ ਮਾਲਕ ਤੇ ਹੈ, ਉਹ ਮਾਲਕ ਤੇ ਦਾਤਾ, ਉਹਦੇ ਹੱਥ ਵਿੱਚ ਸਾਰੇ ਹਨ। ਸਰਬ ਨਿਦਾਨ ਦਾ ਸਿਧਾਨ ਠਾਕੁਰ ਕਰ ਤਲ ਤਰਿਆ, ਉਹਦੇ ਤੇ ਤਲੀ ਉੱਤੇ ਸਾਰੇ ਖਜ਼ਾਨੇ ਪਏ ਹੋਏ ਨੇ। ਕਹਿੰਦੇ ਕਿ ਜਿਹੜੇ ਸਤਿਗੁਰੂ ਸੇਵੈ ਸੇ ਵੱਡ ਭਾਗੀ, ਜਿਹੜੇ ਉਹ ਆਪਣੇ ਭਾਗ ਵੱਡੇ ਬਣਾ ਲੈਂਦੇ। ਦੇਖੋ ਹੁਣ ਜਿਹੜਾ ਰੱਬ ਹੈ ਨਾ, ਉਹ ਤੇ ਦਾਤ ਲੈ ਕੇ ਬੈਠੇ ਹੈ। ਹੁਣ ਅਸੀਂ ਆਪਣੀ ਉਹਦੀ ਭਾਗੀਦਾਰੀ ਕਿਤਨੀ ਬਣਾ ਸਕਨੇ ਆ? ਕੋਈ ਇੱਕ ਸੰਸਥਾ ਹੈ ਜੋ ਦੇਖੋ ਨਾ, ਅਸੀਂ ਆਮ ਤੌਰ ਤੇ ਦੇਖਦੇ ਹਾਂ ਵੀ ਕੋਈ ਵੀ ਸੰਸਥਾ ਹੈ, ਗੁਰਦੁਆਰੇ ਦੀ ਸੰਸਥਾ ਹੈ, ਕੋਈ ਵੀ ਧਾਰਮਿਕ ਹੈ, ਸੋਸ਼ਲ ਹੈ, ਕਲੱਬਸ ਨੇ, ਜਿਹੜਾ ਬੰਦਾ ਅੰਦਰ ਜਿਤਨਾ ਕੰਮ ਕਰਦਾ ਹੈ ਨਾ, ਉਤਨਾ ਉਹ ਧੀਰੇ ਉਹਦਾ ਉਹ ਜ਼ਿਆਦਾ ਭਾਗੀਦਾਰ ਬਣ ਜਾਂਦਾ ਹੈ। ਇਨ ਵੇ ਧੀਰੇ ਉਹ ਹੀ ਮੇ ਜੁਆਇਨ ਐਜ਼ ਅ ਮੈਂਬਰ, ਉਹਨੂੰ ਧੀਰੇ ਉਹਨੂੰ ਉਹ ਕੁਝ ਸੈਕਟਰੀ ਬਣਾ ਦਾਂਗੇ। ਉਹੀ ਬੰਦਾ ਕੰਮ ਉਹਨੇ ਉਹ ਜਿਹੜੇ ਸਤਿਗੁਰੂ ਦੀ ਸੇਵਾ ਕਰਦੇ ਨੇ ਨਾ, ਉਹ ਰੱਬ ਦੀ ਦਾਤ ਦੇ ਵਿੱਚ ਉਤਨੇ ਵੱਡੇ ਭਾਗੀਦਾਰ ਹੁੰਦੇ ਜਾਂਦੇ। ਰੱਬ ਤੇ ਦਾਤ ਕਰਨ ਨੂੰ ਬੈਠੇ, ਹਰ ਜੀਉ ਦਾਤਾ ਅਗਮ ਅਪਾਰ।
लेकिन ਜਿਹੜੇ ਗੁਰੂ ਦੀ ਸੇਵਾ ਨਹੀਂ ਕਰਦੇ, ਜਿਹੜੇ ਗੁਰੂ ਕੋਲੋਂ ਨਹੀਂ ਲੈਂਦੇ ਪੈਂਦੇ ਨੇ, ਸਤਿਗੁਰ ਤੇ ਵਿਛੜੇ, ਕਹਿੰਦਾ ਤਿੰਨੀ ਦੁੱਖ ਪਾਇਆ। ਤੇ ਜਿਨ੍ਹਾਂ ਨੇ ਸਤਿਗੁਰੂ ਦੀ ਸੇਵਾ ਕੀਤੀ, ਕਹਿੰਦਾ ਸਤਿਗੁਰੂ ਸੇਵੈ ਸੇ ਵੱਡ ਭਾਗੀ, ਉਹ ਰੱਬ ਦੀ ਦਾਤ ਵਿੱਚ ਆਪਣੀ ਵੱਡੀ ਭਾਗੀਦਾਰੀ ਬਣਾ ਲੈਂਦੇ ਨੇ। ਰੱਬ ਕੋਲੋਂ ਹੋਰ ਵੱਡੀਆਂ ਦਾਤਾਂ ਦੇ ਜਿਹੜੇ ਨੇ ਨਾ, ਉਹ ਕਹਿ ਲਓ ਪਾਤਰ ਬਣ ਜਾਂਦੇ ਨੇ ਉੱਤੇ। ਵੀ ਸਹਿਜ ਭਾਏ ਸੱਚੀ ਲਿਵ ਲਾਗੀ, ਸਹਿਜ, ਅਸੀਂ ਕਹਿੰਦੇ ਸਹਿਜ ਇੰਟੂਟਿਵ ਭਾਏ ਪਿਆਰ ਉਹਨਾਂ ਦਾ ਰੱਬ ਦੇ ਨਾਲ। ਅਸੀਂ ਵਿਸ਼ਕਾਰ ਅਸੀਂ ਗੱਲ ਕੀਤੀ ਕੋਈ ਸ਼ਬਦ, ਬਈ ਭਾਏ ਨੂੰ ਕਿਵੇਂ ਸਮਝੀਏ, ਪਿਆਰ ਨੂੰ ਕਿਵੇਂ ਸਮਝੀਏ। ਵੀ ਉਹ ਜਿਹੜਾ ਸ਼ਬਦ ਸੀ ਸਾਰਾ, ਬਈ ਉਹ ਲਹਿਰੀ ਨਾਲ ਪਛਾੜੀਏ ਪੀ ਰੇਮਨ ਐਸੀ ਹਾਰਸਿਓ ਪ੍ਰੀਤ ਕਰ, ਜੈਸੀ ਜਲ ਕਮਲੇ ਲਹਿਰੀ ਨਾਲ ਪਛਾੜੀਏ ਪੀ ਵਿਕਸੇ ਅਸਨੇ, ਰੇਮਨ ਐਸੀ ਹਾਰਸਿਓ ਪ੍ਰੀਤ ਕਰ, ਜੈਸੀ ਜਲ ਦੁੱਧ ਹੋਏ, ਆਵਟਨ ਆਪੇ ਖਵੇ ਦੁੱਧ ਕੋ ਖਪਨ ਨਾ ਦੇ। ਪਿਆਰ, ਜੇ ਪਿਆਰ ਦੇ ਅਸੀਂ ਸਾਰਥਕ ਰੂਪ ਦੇਖਣਾ ਚਾਹੀਏ ਨਾ, ਬੰਦਾ ਕਹੇ ਮੈਨੂੰ ਪਿਆਰ ਹੈ, ਉਹਦਾ ਸਾਰਥਕ ਰੂਪ, ਉਹਦਾ ਮੈਨੀਫੈਸਟੇਸ਼ਨ ਕਿਤੋਂ ਦੇਖੋਗੇ ਉਹਦਾ, ਉਹ ਆਏਗਾ ਤੁਹਾਡਾ ਕਮਿਟਮੈਂਟ ਵਿੱਚੋਂ। ਵੀ ਉਹ ਰੇਮਨ ਐਸੀ ਹਾਰਸਿਓ ਪ੍ਰੀਤ ਕਰ, ਜੈਸੀ ਜਲ ਕਮਲੇ, ਅੰਦਰ ਕਹਿੰਦੇ ਲਹਿਰੀ ਨਾਲ ਪਛਾੜੀਏ, ਪਾਣੀ ਤੇ ਉਹਨੂੰ ਪਛਾੜਦਾ ਪਿਆ, ਲੇਕਿਨ ਕਹਿੰਦਾ ਭੀ ਵਿਗਸੇ ਅਸਨੇ, ਐਸੀ ਸਹਿਜ ਪਾਏ। ਉਹ ਪਰਮਾਤਮਾ ਦੇ ਨਾਲ ਪਿਆਰ, ਰੱਬੀ ਸਿਧਾਂਤਾਂ ਦੇ ਨਾਲ ਪਿਆਰ ਤੁਹਾਡੇ ਜੀਵਨ ਦਾ ਸਹਿਜ ਬਣ ਜਾਏ। ਮੈਂ ਉਸ ਤੋਂ ਮੇਰੇ ਘਰ ਵਿਆਹ ਆ ਜਾਵੇ ਤੇ ਮੈਂ ਰੱਬੀ ਸਿਧਾਂਤਾਂ ਤੋਂ ਡਾਵਾਡੋਲ ਹੋ ਜਾਵਾਂ। ਮੇਰੇ ਘਰ ਕੋਈ ਸੁੱਖ ਦੁੱਖ ਹੈ, ਮੇਰੇ ਘਰ ਮੇਰੇ ਦੋਸਤ ਦੇ ਪ੍ਰਥਾਈ ਮੈਨੂੰ ਕੋਈ ਝੂਠ ਬੋਲਣਾ ਪੈਂਦਾ, ਫਿਰ ਮੈਂ ਡਾਵਾਡੋਲ ਹੋ ਜਾਵਾਂ। ਕਹਿੰਦੇ ਨਹੀਂ, ਉਹ ਰੱਬ ਦਾ ਪਿਆਰ ਹੀ, ਰੱਬ ਦਾ ਪਿਆਰ ਤੇਰੇ ਜੀਵਨ ਦਾ, ਯੂ ਸ਼ੁੱਡ ਬੀ ਕਮਿਟਡ ਟੂ ਦੀ ਜਿਹੜਾ ਵਰਡ ਆਫ ਦੀ ਗੁਰੂ ਜਿਹੜਾ ਹੈ ਨਾ, ਉਹ ਸਹਿਜ ਭਾਏ ਸੱਚੀ ਲਿਵ ਲਾਗੀ। ਉਹਨਾਂ ਦੀ ਪਰਮਾਤਮਾ ਦੇ ਨਾਲ ਸੱਚਾ ਪਿਆਰ ਜਿਹੜਾ ਹੈ ਨਾ, ਉਹ ਇੱਕ ਹੁੰਦਾ ਨਾ ਵੀ ਉਹ ਇੱਕ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆਂ, ਵੀ ਉਹ ਜ਼ਬਾਨੋਂ ਕੁਝ ਹੋਰ ਨੇ, ਵੀ ਉਹ ਜਾਂ ਫਿਰ ਉਹ ਟਿਕਾਂਦਾ ਵੀ ਉਹ ਜਿਹੜੇ ਕੱਚੇ ਜਿਹੜੇ ਇੱਕ ਹੁੰਦਾ ਨਾ ਵੀ ਉਹ ਸ਼ਾਇਦ ਸ਼ਬਦ ਸੀ ਉਹ ਝੜ ਪਾਉਂਦੇ ਕੱਚੇ ਬਿਰਹੀ, ਜਿੰਨਾ ਕਾਰ ਨਾ ਆਈ, ਵੀ ਉਹ ਜਿਨ੍ਹਾਂ ਨੂੰ ਇਹ ਪਿਆਰ ਵਾਲੀ ਖੇਡ ਖੇਡਣ ਦਾ ਇਹ ਨਹੀਂ ਆਉਂਦਾ ਨਾ, ਉਹ ਝੜ ਪਾਉਂਦੇ ਨੇ ਛੋਟੀਆਂ ਛੋਟੀਆਂ ਗੱਲਾਂ ਤੇ ਨਾ, ਉਹ ਸਿਧਾਂਤਾਂ ਤੋਂ ਆਪਣਾ ਮੂੰਹ ਫੇਰ ਲੈਂਦੇ ਨੇ। ਸਹਿਜ ਭਾਏ ਸੱਚੀ ਲਿਵ ਲਾਗੀ, ਕਹਿੰਦਾ ਉਹਦਾ ਜੀਵਨ ਕੈਸਾ ਹੈ, ਸੱਚੋ ਸੱਚ ਕਮਾਵੇਂ ਸਦ ਹੀ, ਉਹ ਕੇਵਲ ਨਿਰੋਲ ਸੱਚ ਦੀ ਕਮਾਵੇ। ਅਸੀਂ ਅੱਛਾ ਬੱਚਾ ਜਦੋਂ ਤੱਕ ਪੜ੍ਹਦਾ ਹੁੰਦਾ ਆਫਟਰ ਅ ਪਰਟੀਕੂਲਰ ਟਾਈਮ ਅਸੀਂ ਕਹਿੰਦੇ ਹਾਂ ਕਿ ਜੋ ਪੜ੍ਹਾਈ ਕੀਤੀ ਹੁਣ ਕੁਝ ਕਮਾਈ ਵੀ ਤੇ ਕਰ, ਪੜ੍ਹਾਈ ਕਿਹਦੇ ਵਾਸਤੇ ਕੀਤੀ ਸੀ? ਜੇ ਤੂੰ ਹੁਣ ਉਸ ਤੋਂ ਫਿਜ਼ੀਕਲੀ ਅਰਨ ਨਹੀਂ ਕਰਦਾ ਪਿਆ ਸੀ, ਕਹਿੰਦੇ ਤੇਰੀ ਪੜ੍ਹਾਈ ਕਿਸ ਕੰਮ ਦੀ? ਤੂੰ ਅੱਜ 10 12 15 ਸਾਲ ਲਗਾ ਕੇ ਸਕੂਲ ਗਿਆ, ਕਾਲਜ ਗਿਆ, ਗ੍ਰੈਜੂਏਸ਼ਨ ਕੀਤੀ, ਪੋਸਟ ਗ੍ਰੈਜੂਏਸ਼ਨ ਨਹੀਂ ਕਰ ਦਿੱਤੀ, ਤੇ ਅਸੀਂ ਕਹਾਂਗੇ ਕਿ ਹੁਣ ਕਮਾਣਾ ਸ਼ੁਰੂ ਕਰ। ਜੇ ਤੂੰ ਪੜ੍ਹਿਆ ਸੀ ਨਾ, ਜਿਸ ਚੀਜ਼ ਨੂੰ ਪੜ੍ਹਿਆ ਸੀ ਉਸ ਦਾ, ਕਿਉਂਕਿ ਇੱਥੇ ਪੜ੍ਹਾਈ ਆਰਥਿਕ ਫਾਇਦੇ ਵਾਸਤੇ ਕੀਤੀ ਜਾ ਰਹੀ ਹੈ, ਤੇ ਇੱਥੇ ਆਰਥਿਕ ਲਾਹਾ ਲੈਣਾ ਸ਼ੁਰੂ ਕਰ। ਜੇ ਇੱਥੇ ਸਪਿਰਿਚੁਅਲ ਪੜ੍ਹਾਈ ਕਰਾਂਗੇ, ਉਹਦਾ ਸਪਿਰਿਚੁਅਲ ਲਾਹਾ, ਉਹਦੀ ਕਮਾਈ ਵੀ ਤਾਂ ਸਾਨੂੰ ਕਰਨੀ ਪਏਗੀ। ਕਹਿੰਦੇ ਐਸੇ ਬੰਦੇ ਕਮਾਉਣਾ ਇਸ ਉਹਨੂੰ ਪੁੱਟਿੰਗ ਇਟ ਇਨਟੂ ਪ੍ਰੈਕਟੀਕਲ ਇੰਪਲੀਮੈਂਟੇਸ਼ਨ। ਅਸੀਂ ਉਹਨੂੰ ਉਸ ਕਹਿੰਦੇ ਉਹ ਸੱਚੋ ਸੱਚ ਕਮਾਉਂਦੇ ਨੇ। ਕਹਿੰਦੇ ਕਿ ਸੱਚੋ ਉਰੇ ਸਭ ਕੋ ਉੱਪਰ ਸੱਚ ਆਚਾਰ, ਸੱਚ ਸਭ ਤੋਂ ਵੱਡਾ ਹੈ, ਕੋਈ ਸ਼ੱਕ ਨਹੀਂ। ਕਹਿੰਦਾ ਉਸ ਤੋਂ ਵੱਡੀ ਕੋਈ ਚੀਜ਼ ਹੈ? ਇਹ ਸੱਚ ਤੇਰੇ ਆਚਰਣ ਵਿੱਚ ਆਇਆ ਜਾਂ ਨਹੀਂ ਆਇਆ? ਕਿ ਅਸੀਂ ਸਿਰਫ ਸੱਚ ਦੀਆਂ ਗੱਲਾਂ ਕਰਨੇ ਪਏ ਹਾਂ, ਜਾਂ ਇਹ ਸੱਚ ਸਾਡੇ ਆਚਰਣ ਵਿੱਚ, ਜਦ ਤੱਕ ਇਹ ਸੱਚ ਆਚਰਣ ਵਿੱਚ ਨਹੀਂ ਉਤਰਦਾ ਨਾ, ਇਹ ਸਾਡੀ ਕਮਾਈ ਨਹੀਂ ਹੋ ਰਹੀ, ਫਿਰ ਅਸੀਂ ਇਹਨੂੰ ਕਮਾ ਨਹੀਂ ਰਹੇ। ਲੇਕਿਨ ਐਸੇ ਬੰਦੇ, ਕੋਈ ਗੱਲ ਜਲਦੀ ਵੀ ਗੁਰੂ ਤੁਹਾਡੇ ਜੀਵਨ ਵਿੱਚ ਕੀ ਪਰਿਵਰਤਨ ਲੈ ਕੇ ਆ ਰਿਹਾ? ਜਿਨ੍ਹਾਂ ਨੇ ਗੁਰੂ ਨੂੰ ਸੇਵਿਆ ਸਹਿਜ ਆਨੰਦ, ਜਿਨ੍ਹਾਂ ਨੇ ਨਹੀਂ ਸੇਵਿਆ ਉਹ ਦੁੱਖ ਸੁਭਾਇਆ, ਤੇ ਜੋ ਗੁਰੂ ਨੂੰ ਸੇਵਦੇ ਨੇ ਉਹ ਵੱਡੇ ਭਾਗੀਦਾਰ ਬਣ ਜਾਂਦੇ ਨੇ, ਰੱਬ ਕੋਲੋਂ ਖੁਸ਼ੀਆਂ ਦੇ ਆਨੰਦ ਦੇ ਵੱਡੇ ਪਾਤਰ ਬਣ ਜਾਂਦੇ ਨੇ। ਉਹਨਾਂ ਦਾ ਜੀਵਨ ਸਹਿਜ ਭਾਏ ਸਦਾ ਲਿਵ, ਕਹਿੰਦੇ ਸੱਚੋ ਸੱਚ ਕਮਾਵੇਂ ਸਦ ਹੀ, ਉਹ ਨਿਰੋਲ ਸੱਚ ਦੀ ਕਮਾਈ ਕਰਦੇ ਨੇ। ਸੱਚੇ ਮੇਲ ਮਿਲਾਇਨ ਦਾ ਗੁਰੂ ਕੀ ਕਰਦਾ? ਇੱਥੇ ਹੁਣ ਸੱਚਾ ਜਿਹੜਾ ਹੈ ਉਹ ਪਰਮਾਤਮਾ, ਗੁਰੂ ਉਹਨਾਂ ਦਾ ਪਰਮਾਤਮਾ ਦੇ ਨਾਲ ਮਨੋਂ ਮਿਲਾਪ ਜਿਹੜਾ ਹੈ ਨਾ ਉਹ ਕਰਵਾ ਦਿੰਦਾ ਹੈ। ਉਹ ਫਿਰ ਰੱਬੀ ਸਿਧਾਂਤ, ਅਸੀਂ ਕਹਿੰਦੇ ਰੱਬ ਜਿਹੜਾ ਉਹ ਗੁਣਮੈ ਏਕੋ ਨਿਰਮਲ ਸਾਚਾ, ਗੁਰੂ ਉਸ ਪਰਮਾਤਮਾ ਦੇ ਨਾਲ ਜੋ ਕਿ ਆਪਣੇ ਹੁਕਮ ਦੇ ਸਰੂਪ ਵਿੱਚ ਵਰਤਦਾ ਹੈ, ਆਪਣੇ ਗੁਣਾਂ ਵਿੱਚ ਟਿਕਿਆ ਹੋਇਆ ਹੈ, ਉਹਨਾਂ ਦੇ ਨਾਲ ਜਿਹੜਾ ਹੈ ਨਾ ਉਹ ਉਹਨਾਂ ਨੂੰ ਮਿਲਾ ਦਿੰਦਾ ਹੈ। ਇੱਥੇ ਵੀ ਜਦੋਂ ਅਸੀਂ ਥੋੜਾ ਨੋਟਿਸ ਕਰਾਂਗੇ ਨਾ, ਇੱਥੇ ਵੀ ਕਿਉਂਕਿ ਸਾਡਾ ਇਹ ਵਿਸ਼ੇ ਕਾਫੀ ਟਾਈਮ ਤੋਂ ਨਾਲ ਚੱਲੀ ਜਾਂਦਾ ਪਿਆ, ਵੀ ਇੱਥੇ ਵੀ ਜਿਹੜਾ ਵਰਡ ਆਉਂਦਾ ਸਤਿਗੁਰੂ ਸੇਵਹਿ, ਇਹ ਇੱਕ ਵਚਨ ਨਹੀਂ ਹੈ। ਅਸੀਂ ਜੇ ਇਹਨੂੰ
ਕਿਉਂਕਿ ਅਸੀਂ ਕਈ ਵਾਰ ਗੱਲ ਕਰਨੇ ਪਿਆ ਕਿ ਇਹ ਗੱਲ ਮਨ ਦੀ ਹੈ ਜਾਂ ਜਿਹੜੀ ਹੈ ਵੀ ਉਹ ਸਾਰੀ ਦੁਨੀਆ ਵਾਸਤੇ ਚੱਲਦੀ ਪਈ ਹੈ। ਇੱਥੇ ਵੀ ਸਤਿਗੁਰੂ ਸੇਵੈ ਸੇ ਇੱਕ ਵਚਨ ਨਹੀਂ ਹੈ, ਬਹੁ ਵਚਨ ਹੈ। ਤੇ ਅਸੀਂ ਕਈ ਵਾਰ ਗੱਲ ਇੱਕ ਦਿਨ ਅੰਦਰ ਆਈ ਥਿੰਕ ਦੇਰ ਇਜ਼ ਸਮ ਸਲਾਈਟ ਮਿਸਕਨਸੈਪਸ਼ਨ ਨੂੰ ਅਸੀਂ ਇਹ ਕਰ ਦਿੱਤਾ ਕਿ ਬਈ ਜਦੋਂ ਬਈ ਹਰਵਿੰਦਰ ਜੀ ਕਹਿ ਰਹੇ ਨੇ ਨਾ ਉਹ ਬਾਹਰ ਦੀ ਗੱਲ ਕਰਦੇ ਪਏ ਨੇ ਤੇ ਬਾਕੀ ਜਿਹੜੇ ਨੇ ਭੂਆ ਜੀ ਨੇ ਜਾਂ ਸੁਖਵਿੰਦਰ ਵੀਰ ਜੀ ਨੇ ਅੰਦਰ ਦੀ ਗੱਲ ਪਏ ਕਰਦੇ ਨੇ। ਦੇਰ ਇਜ਼ ਸਮ ਮਿਸਕਨਸੈਪਸ਼ਨ ਇਹਦੇ ਅੰਦਰ ਨਾ। ਸੋ ਜਦੋਂ ਅਸੀਂ ਇੱਕ ਗੱਲ ਤੇ ਬਿਲਕੁਲ ਪੱਕੀ ਹੈ ਵੀ ਜੋ ਗੁਰ ਦਿਆ ਸੋ ਮੰਨ ਕੇ ਕਾਮ। ਸੋ ਐਸੀ ਕੋਈ ਗੱਲ ਨਹੀਂ ਕਿ ਬੰਦਾ ਕਹੇ ਕਿ ਗੁਰੂ ਜੋ ਗੱਲ ਕਰਦਾ ਹੈ ਇਸ ਗੱਲ ਅੰਦਰ ਕੋਈ ਸ਼ੰਕਾ ਨਹੀਂ ਕਿ ਉਹ ਕੇਵਲ ਤੇ ਕੇਵਲ ਮਨ ਦੇ ਵਾਸਤੇ ਹੀ ਹੈ। ਹਾਂ, ਗੁਰੂ ਐਗਜ਼ਾਮਪਲਸ ਕਿੱਥੋਂ ਲੈਂਦਾ ਹੈ? ਗੁਰੂ ਅੱਛਾ ਐਗਜ਼ਾਮਪਲਸ ਹੋ ਵੀ ਮਤਲਬ ਦੇਖੋ ਨਾ, ਜਾਂ ਦੇ ਦ੍ਰਿਸ਼ਟਮਾਨ ਦੇ ਐਗਜ਼ਾਮਪਲ ਹੋਣਗੇ ਜਾਂ ਕੋਈ ਪ੍ਰਚਲਿਤ ਕਹਾਣੀ ਹੈ, ਸਟੋਰੀ ਹੈ, ਅਸੀਂ ਜਿਹਨੂੰ ਇਤਿਹਾਸ ਕਹਿ ਰਹੇ ਹਾਂ, ਜੋ ਪ੍ਰਚਲਿਤ ਸਨ। ਤੇ ਦੋ ਚੀਜ਼ ਦੇ ਐਗਜ਼ਾਮਪਲ ਹੋ ਸਕਦੇ ਨੇ, ਜਾਂ ਤੇ ਦ੍ਰਿਸ਼ਟਮਾਨ ਦਿਖਾ ਦੋ ਵਿੱਚ ਗੁਰੂ ਕਹਿੰਦਾ ਵੀ ਕਹਿੰਦਾ ਜੈਸੇ ਪਾਹਨ ਜਲ ਮੇ ਰਾਖਿਓ ਭੇਦੈ ਨਾਹੀ ਤੈ ਪਾਣੀ। ਪੱਥਰ ਨੂੰ ਪਾਣੀ, ਇਹ ਦ੍ਰਿਸ਼ਟਮਾਨ ਹੈ। ਰੱਖ ਕੇ ਅੱਜ ਰੱਖ ਕੇ ਦੇਖ ਲਓ, ਦੇਖਣਾ ਚਾਹੁੰਦੇ ਹੋ ਅੱਜ ਰੱਖ ਕੇ ਦੇਖ ਲਓ। ਜੈਸੇ ਪਾਹਨ ਜਲ ਮੇ ਰਾਖਿਓ ਭੇਦੈ ਨਾਹੀ ਤੈ ਪਾਣੀ ਤੈਸੇ ਹੀ ਤੁਮ ਤਾਹੇ ਪਛਾਨੋ ਭਗਤਹੀਨ ਜੋ ਪ੍ਰਾਣੀ। ਤੇ ਇਹ ਜਿਹੜਾ ਐਗਜ਼ਾਮਪਲ ਦਾ ਗੁਰੂ ਦੇ ਰਿਹਾ ਵੀ ਕਾਮ ਕ੍ਰੋਧ ਕਾਇਆ ਕੋ ਗੱਲ ਹੈ। ਹੁਣ ਗੁਰੂ ਨੇ ਗੱਲ ਕਰਨੀ ਸੀ, ਗੁਰੂ ਨੇ ਮਨ ਨੂੰ ਸਮਝਾਉਣਾ ਸੀ ਵੀ ਇਹ ਤੇਰੇ ਮਨ ਨੂੰ ਕਿਵੇਂ, ਤੇਰੇ ਸਰੀਰ ਨੂੰ ਕਿਵੇਂ ਗੱਲ ਹੈ। ਕਾਮ ਕ੍ਰੋਧ ਕਾਇਆ ਕੋ ਗੱਲ ਹੈ। ਫਿਰ ਐਗਜ਼ਾਮਪਲ ਦ੍ਰਿਸ਼ਟਮਾਨ ਦਾ ਦਿੰਦੇ ਪਏ ਨੇ, ਕਹਿੰਦੇ ਨੇ ਜਿਉਂ ਕੰਚਨ ਸੁਹਾਗਾ ਟਾਲੈ। ਵੀ ਜਿਸ ਤਰ੍ਹਾਂ ਅੱਗ ਜਿਹੜੀ ਹੈ ਨਾ ਸੋਨੇ ਨੂੰ ਗਾਲ ਦਿੰਦੀ ਹੈ, ਉਹਨੂੰ ਲਿਕਵਿਫਾਈ ਕਰ ਦਿੰਦੀ ਹੈ, ਵੀ ਐਸੀ ਤਰੀਕੇ ਦੇ ਨਾਲ ਕਾਮ ਕ੍ਰੋਧ ਜਿਹੜਾ ਨਾ ਉਹ ਤੇਰੇ ਸਰੀਰ ਨੂੰ ਗਾਲ ਦੇਗਾ। ਵੀ ਉਹ ਕਹਿੰਦੇ ਤੀਰਥ ਬਰ ਤਰ ਦਾਨ ਕਰ ਮਨ ਮੈਂ ਧਰੇ ਗੁਮਾਨ ਨਾਨਕ ਨੇ ਭਲ ਜਾਤ ਤੈ। ਜਿਉਂ ਪੁੰਚ ਐਗਜ਼ਾਮਪਲ ਹਾਥੀ ਦੀ, ਤੇ ਗੁਰੂ ਜਿਤਨੇ ਐਗਜ਼ਾਮਪਲ ਦੇਗਾ ਨਾ, ਲੇਕਿਨ ਅੰਦਰ ਕੋਈ ਸ਼ੱਕ ਨਹੀਂ। ਅੱਛਾ ਜਿਹੜਾ ਐਗਜ਼ਾਮਪਲ ਕਹਿੰਦਾ ਕਾਲ ਭੂਤ ਕੀ ਹਸਤਨੀ ਮਨ ਬੋਰਾ ਰੇ ਚਲਤ ਰਚਿਓ ਜਗਦੀਸ਼ ਕਾਮ ਸੁਆਏ ਗੱਜ ਬਸ ਪਰਿਓ ਮਨ ਬੋਰਾ ਰੇ। ਸਮਝਾ ਦੇ ਬਨ ਨੂੰ ਰਹੇ ਨੇ, ਕਾਲ ਭੂਤ ਕੀ ਹਸਤਨੀ ਮਨ ਬੋਰਾ ਰੇ ਉਹ ਚਲਤ ਰਚਿਆ ਤੇ ਮਾਲਕ ਨੇ ਖੇਡ ਰਚਿਆ ਹੋਇਆ ਤੇ ਕਾਮ ਦੇ ਵਸ ਆ ਕੇ ਜਿਹੜਾ ਹੈ ਨਾ ਉਹ ਜਿਹੜਾ ਮਨ ਨੂੰ ਕਹਿੰਦੇ, ਮਨ ਨੂੰ ਪੈਂਦੇ ਕਾਮ ਸੁਆਏ ਗੱਜ ਬਸ ਪਰਿਓ ਮਨ ਬੋਰਾ ਰੇ। ਹਾਥੀ ਨੂੰ ਕੋਈ ਸਮਝਾਉਂਦੇ ਨਹੀਂ ਪਏ, ਗੱਲ ਬਿਲਕੁਲ ਸੱਚੀ ਹੈ। ਇਹ ਸਿਮਲ ਰੁੱਖ ਉਹਨਾਂ ਨਾਲ ਗੁਰੂ ਨੂੰ ਕੀ ਲੈਣਾ, ਉਹ ਤੇ ਆਪਣਾ ਜੋ ਉਹ ਕਰਦੇ ਪਏ ਨੇ। ਲੇਕਿਨ ਐਗਜ਼ਾਮਪਲ ਅੱਛਾ ਜਦੋਂ ਅਸੀਂ ਕਹਿੰਦੇ ਸਾਡਾ ਥੋੜਾ ਜਿਹਾ ਭੇਦ ਕਿੱਥੇ ਵੇ, ਸਾਡਾ ਜਿਹੜਾ ਡਿਫਰੈਂਸ ਜਿਹੜਾ ਹੈ ਨਾ, ਦੇਖੋ ਹਰ ਬੰਦਾ ਅਸੀਂ ਵੀ ਆਲ ਵਾਂਟ ਟੂ ਇੱਕ ਤਾਂ ਅਸੀਂ ਕੋਈ ਪ੍ਰੋਫੈਸ਼ਨਲ ਕੋਈ ਪ੍ਰਚਾਰਕ ਹਾਂ ਨਹੀਂ। ਅਸੀਂ ਜਿਤਨੀ ਪੜ੍ਹਾਈ ਕਰੀ ਜਾਂਦੇ ਪਏ ਨਾਲ ਨਾਲ ਉਹਦੀ ਜਿਤਨੀ ਗੁਰੂ ਦੇ ਹਿਸਾਬ ਤੇ ਸਾਂਝ ਮਿਲਦੀ ਪਈ ਹੈ ਉਸਨੂੰ ਵੀ ਆਰ ਟਰਾਈਂਗ ਟੂ ਸ਼ੇਅਰ ਆਊਟ ਹੀਅਰ। ਤੇ ਡਿਫਰੈਂਸ ਕਿੱਥੇ ਆ ਰਿਹਾ ਕਿ ਜਦੋਂ ਅਸੀਂ ਬਾਕੀ ਸਾਰੇ ਚੀਜ਼ਾਂ ਵਾਸਤੇ ਇਹ ਦੁਨਿਆਵੀ ਦ੍ਰਿਸ਼ਟਮਾਨ ਚੀਜ਼ਾਂ ਦਾ ਐਗਜ਼ਾਮਪਲ ਲੈਂਦੇ ਹਾਂ ਤੇ ਸਮਝਾਉਂਦੇ ਹਾਂ, ਜਦੋਂ ਸ੍ਰਿਸ਼ਟੀ ਦੀ ਗੱਲ ਆਉਂਦੀ ਹੈ ਨਾ ਉਸ ਟਾਈਮ ਤੇ ਕਹਿੰਦੇ ਕਿ ਵੀ ਗੁਰੂ ਉਹ ਸ੍ਰਿਸ਼ਟੀ ਦੀ ਗੱਲ ਨਹੀਂ ਕਰਦਾ ਪਿਆ, ਅੰਦਰ ਦੀ ਸ੍ਰਿਸ਼ਟੀ ਦੀ ਗੱਲ ਪਿਆ ਕਰਦਾ ਪਿਆ। ਡਿਫਰੈਂਸ ਉੱਥੇ ਵੇ। ਜਦੋਂ ਉਹ ਵਾਲੀ ਕਹਿੰਦੇ ਅਰਬਦ ਨਰਬਤ ਧੰਦੂਕਾਰਾ ਧਰਨ ਨਾ ਗਗਨਾ, ਕੀ ਅੱਜ ਸਾਇੰਸ ਇਸ ਚੀਜ਼ ਨੂੰ ਪ੍ਰੂਵ ਨਹੀਂ ਕਰਦੀ ਕਿ ਕੋਈ ਸਮਾਂ ਸੀ ਜਦੋਂ ਧਰਤੀ ਨਹੀਂ ਸੀ? ਇਹ ਬਿਗ ਬੈਂਗ ਥਿਊਰੀ ਕੀ ਹੈ ਵੀ ਸ੍ਰਿਸ਼ਟੀ ਕਦੀ ਨਾ ਕਦੀ ਤਾਂ ਹੋਂਦ ਵਿੱਚ ਆਈ, ਇਹ ਤਾਂ ਸਾਇੰਸ ਵੀ ਮੰਨਦੀ ਪਈ ਹੈ ਨਾ। ਉਸ ਤੋਂ ਪਹਿਲਾਂ ਕੀ ਸੀ? ਤੇ ਜਦੋਂ ਸ੍ਰਿਸ਼ਟੀ ਦੀ ਗੱਲ ਆਏਗੀ ਨਾ ਤਾਂ ਫਿਰ ਅਸੀਂ ਜਦੋਂ ਜੇ ਉਹ ਪੱਥਰ ਦਾ ਐਗਜ਼ਾਮਪਲ ਦੇ ਕੇ ਅਸੀਂ ਮਨ ਨੂੰ ਸਮਝਾ, ਗੱਲ 100% ਮਨ ਦੀ, ਸੋ ਐਸੀ ਕੋਈ ਗੱਲ ਨਹੀਂ। ਤੋ ਸਾਡੇ ਵਿੱਚ ਇਹ ਡਿਫਰੈਂਸ ਬਿਲਕੁਲ ਨਹੀਂ ਹੈ ਕਿ ਇਹ ਬਾਹਰ ਦੀ ਗੱਲ ਪੇ ਕਰਦੇ ਨੇ, ਅੰਦਰ ਦੀ ਗੱਲ ਪੇ, ਗੱਲ ਅੰਦਰ ਦੀ ਹੀ ਚੱਲੇਗੀ। ਸਮਝਾਇਆ ਕੇਵਲ ਤੇ ਕੇਵਲ ਮਨ ਸਮਝਾਵਨ ਕਾਰਨ ਕਿ ਚੁੱਕ ਪੜੀਏ ਗਿਆਨ, ਸਮਝਾਇਆ ਤੇ ਮਨ ਨੂੰ ਹੀ ਜਾਣਾ। ਡਿਫਰੈਂਸ ਕਿੱਥੇ ਵੇ ਸਾਡੇ ਵਿੱਚ? ਜੇ ਥੋੜਾ ਜਿਹਾ ਭੇਦ ਜਿਹੜਾ ਹੈ ਨਾ ਕਿ ਜਦੋਂ ਗੁਰੂ ਦ੍ਰਿਸ਼ਟਮਾਨ ਦੇ ਐਗਜ਼ਾਮਪਲ ਲੈ ਕੇ ਮਨ ਨੂੰ ਸਮਝਾਉਂਦਾ ਪਿਆ, ਜੇ ਪੱਥਰ ਦਾ ਐਗਜ਼ਾਮਪਲ ਲੈ ਕੇ ਸਮਝਾਉਂਦਾ ਪਿਆ, ਵੀ ਕਾਲ ਭੂਤ ਕੀ ਹਾਥੀ ਦਾ ਐਗਜ਼ਾਮਪਲ ਲੈਂਦਾ ਪਿਆ ਤੇ ਮਨ ਨੂੰ ਸਮਝਾਉਂਦਾ ਵੀ ਕਾਮ ਸੁਆਏ ਗੱਜ ਬਸ ਪਰਿਓ ਮਨ ਬੋਰਾ ਰੇ ਅੰਕਸ਼ ਸਯੋ ਸੀਸ ਤਿਨੋ ਜੋ ਨਲਨੀ ਸੁਆਟਾ ਗਇਓ ਮਨ ਬੋਰਾ ਰੇ ਤੈਸੋ ਇਹ ਵਿਵਹਾਰ। ਵੀ ਉਹ ਸਾਰਾ ਐਗਜ਼ਾਮਪਲ ਤੋਂ ਦਿੱਤੇ ਜਾਂਦੇ ਪਏ। ਜਦੋਂ ਸ੍ਰਿਸ਼ਟੀ ਦੀ ਗੱਲ ਆਉਂਦੀ ਹੈ ਤੇ ਵਾਈ ਡੂ ਵੀ ਸੇ ਕਿ ਉਹ ਵਾਲੀ ਸ੍ਰਿਸ਼ਟੀ ਨਹੀਂ, ਕਿ ਉਹ ਸ੍ਰਿਸ਼ਟੀ ਦ੍ਰਿਸ਼ਟਮਾਨ ਨਹੀਂ ਹੈ, ਕਿ ਉਸ ਸ੍ਰਿਸ਼ਟੀ ਦੇ ਵੀ ਸਾਰਾ ਜਿਹੜਾ ਸੰਸਾਰ ਹੈ ਜੋ ਮਾਲਕ ਨੇ ਜੋ ਪੈਦਾ ਕੀਤਾ ਹੋਇਆ ਹੈ ਵੀ ਉਹ ਵੀ ਤਾਂ ਸੰਸਾਰ ਹੀ ਹੈ ਨਾ, ਕਿ ਉਸਦੇ ਐਗਜ਼ਾਮਪਲ ਨਹੀਂ ਲਿੱਤੇ ਜਾ ਸਕਦੇ। ਜੈਸੇ ਅਰਬਤ ਨਰਬਤ ਧੰਦੂਕਾਰਾ ਕਹਿੰਦੇ ਵੀ ਜੁਗ 36 ਕਿਉ ਗੁਬਾਰਾ, ਵੀ ਉਹ ਅੰਦਰ ਵੀ ਜੇ ਸਾਇੰਸ ਵੀ ਮੰਨਦੀ ਉਸ ਗੱਲ ਨੂੰ, ਔਰ ਉਸ ਅੰਦਰ ਬਿਲਕੁਲ ਸਪਸ਼ਟ ਅੱਗੇ ਜਾ ਕੇ ਉਹ ਸਪਸ਼ਟ ਵੀ ਉਹ ਬਿਲਕੁਲ ਹੋ ਰਿਹਾ ਸੀ ਵੀ ਉਹ ਧੰਦੂਕਾਰ ਨਿਰਾਲਮ ਬੈਠਾ ਨਾ ਤਦ ਧੰਦ ਪਸਾਰਾ ਹੈ। ਜੇ ਮਨ ਧੰਦੂਕਾਰ ਵਿੱਚ ਹੋਵੇ ਤਾਂ ਤੇ ਉਹ ਜਗਤ ਦੇ ਧੰਦਿਆਂ ਵਿੱਚ ਉਲਝਿਆ ਹੋਇਆ ਰਹੇਗਾ।
डिफरेंस सिर्फ उत्थे वे मतलब इट इज नॉट एज मतलब जे कोई मिसकंसेप्शन है ऐसा कि ए बाहर दी गल करदे पे ते अंदर दी गल करनी, बिल्कुल नहीं है। गुरु ने जितनी गल करनी वो केवल ते केवल मन नू समझाण वास्ते ही है। एग्जाम्पल जेडे ने ना वो दृष्टमान दे लिते जा सकते ने, या एग्जाम्पल जेडे ने वो प्रचलित गल्लां दे लिते जा सकते, हो सकता कोई होर भी बंदा ढूंढ सकता है ਇਹਦੇ अंदर। सो इतनी गल ही है कि ਜਦੋਂ ਜੇ ਸ੍ਰਿਸ਼ਟੀ ਨੂੰ ਦ੍ਰਿਸ਼ਟਮਾਨ ਸਮਝ ਕੇ ਉਹਦਾ ਐਗਜ਼ਾਮਪਲ ਨਹੀਂ ਲਿੱਤਾ ਜਾ ਸਕਦਾ, ਉਸ ਟਾਈਮ ਤੇ ਅਸੀਂ ਕਿਉਂ ਕਹਿੰਦੇ ਆ ਕਿ ਉਹ ਸ੍ਰਿਸ਼ਟੀ ਦੀ ਗੱਲ ਨਹੀਂ ਹੋ ਰਹੀ ਹੈ, ਅੰਦਰ ਹੋ ਸਕਦੀ ਅੰਦਰ ਦੀ ਸ੍ਰਿਸ਼ਟੀ ਦੀ ਗੱਲ ਹੀ ਹੁੰਦੀ ਹੋਵੇ। ਵਾਈ ਡੂ ਵੀ ਕੱਟ ਕਿ ਉਹ ਸ੍ਰਿਸ਼ਟੀ ਦੀ ਸ੍ਰਿਸ਼ਟੀ ਦ੍ਰਿਸ਼ਟਮਾਨ ਨਹੀਂ ਹੈ ਵੀ ਤੁਧ ਸੰਸਾਰ ਉਪਾਇਆ, ਤੇ ਜੇ ਰੱਬ ਦੀ ਗੱਲ ਚਲਦੀ ਪਈ ਹੈ ਵੀ ਉਹ ਸੰਸਾਰ ਉਸਨੇ ਪੈਦਾ ਕੀਤਾ ਹੋਇਆ ਤੇ ਅੰਦਰ ਫਿਰ ਅੰਦਰ ਦਾ ਹੀ ਸੰਸਾਰ ਪੈਦਾ ਕੀਤਾ। ਐਸੀ ਗੱਲ ਵੀ ਉਹ ਓਨਕਾਰ, ਕਿ ਉਹ ਓਨਕਾਰ ਨਹੀਂ ਹੈ ਕਿ ਮਨ ਹੀ ਕੇਵਲ ਓਨਕਾਰ ਹੈ। ਤੇ ਅੱਗੇ ਹੋਰ ਵੀ ਕੈਨ ਗੱਲ ਕਰ ਸਕਦੇ ਹਾਂ। ਹਾਂਜੀ ਧੰਨਵਾਦ ਵੀਰ ਜੀ, ਆਪ ਜੀ ਨੇ ਸ਼ਬਦ ਦੇ ਵਿਚਾਰ ਬੜੀ ਖੂਬਸੂਰਤੀ ਨਾਲ ਜ਼ਿੰਦਗੀ ਦੇ ਵਿੱਚ ਰਿਲੇਟ ਕਰਕੇ ਸਮਝਾਣੇ ਕੀਤੇ ਨੇ। ਬਿਲਕੁਲ ਠੀਕ ਗੱਲ ਹੈ ਕਿ ਸ਼ਬਦ ਜਦੋਂ ਅਸੀਂ ਪੜ੍ਹਦੇ ਹਾਂ, ਜ਼ਿੰਦਗੀ ਦੇ ਹਰ ਕਦਮ ਤੇ ਨਵੇਂ ਇਮਤਿਹਾਨ ਆਉਂਦੇ ਨੇ, ਭਾਵੇਂ ਵਿਆਹ ਦਾ ਸਮਾਂ ਹੋਵੇ, ਭਾਵੇਂ ਕੋਈ ਦੁੱਖ ਦਾ ਸਮਾਂ ਹੋਵੇ। ਉਸ ਤੋਂ ਇਲਾਵਾ ਵੀ ਰੋਜ਼ਾਨਾ ਸਾਨੂੰ ਇਮਤਿਹਾਨਾਂ ਤੋਂ ਲੰਘਣਾ ਪੈਂਦਾ ਹੈ, ਤੇ ਉੱਥੇ ਅਸੀਂ ਗੁਰੂ ਦੀ ਗੱਲ ਦੀ ਉਲੰਘਣਾ ਕਰ ਜਾਂਦੇ ਹਾਂ। ਇੱਕ ਪਾਸੇ ਗੁਰਬਾਣੀ ਪੜ੍ਹੀ ਵੀ ਜਾਂਦੇ ਹਾਂ, ਦੂਜੇ ਪਾਸੇ ਅਸੀਂ ਆਪਣੀ ਜੀਵਨ ਵਿੱਚ ਨਹੀਂ ਢਾਲ ਪਾਉਂਦੇ। ਜਿਹੜੀ ਆਪ ਜੀ ਸ੍ਰਿਸ਼ਟੀ ਦੀ ਵੀ ਜ਼ਿਕਰ ਕਰ ਰਹੇ ਹੋ, ਇਹ ਵੱਡ ਉੱਚਾ ਹੋਵੇ ਕੋਈ ਤੇ ਸੂਚੇ ਕੋ ਜਾਣੇ ਸੋਏ। ਬੜੀ ਭਗਤਾਂ ਨੇ ਜਿਹੜੀ ਬਾਣੀ ਦੀ ਉਚਾਰਨ ਕੀਤੀ ਹੈ, ਬਹੁਤ ਉੱਚੀ ਅਵਸਥਾ ਤੇ, ਭਾਵੇਂ ਭਗਤਾਂ ਦੀ ਗੱਲ ਕਰ ਲਈਏ, ਗੁਰੂ ਸਾਹਿਬਾਨ ਦੀ ਗੱਲ ਕਰ ਲਈਏ, ਬੜੀ ਉੱਚੀ ਅਵਸਥਾ ਤੇ ਪਹੁੰਚ ਕੇ ਗੁਰਬਾਣੀ ਦਾ ਉਚਾਰਨ ਕੀਤਾ ਹੋਇਆ। ਬਿਲਕੁਲ ਉਹ ਸੁਰਤ ਉੱਤੇ ਜਦੋਂ ਤੱਕ ਨਹੀਂ ਪਹੁੰਚੇਗੀ, ਪੂਰਨ ਤੌਰ ਤੇ ਗੁਰਬਾਣੀ ਦੇ ਅਰਥ ਜਿਹੜੇ ਸਾਨੂੰ ਨਹੀਂ ਸਮਝ ਵਿੱਚ ਆਉਣਗੇ। ਅਸੀਂ ਪ੍ਰੇਮ ਸਹਿਤ ਜਿੰਨੀ ਅਸੀਂ ਗੱਲ ਸਮਝ ਪਾ ਰਹੇ ਹਾਂ, ਇੱਕ ਦੂਜੇ ਨਾਲ ਸਾਂਝ ਪਾ ਕੇ ਨਾਲ ਦੇ ਨਾਲ ਟੁਰਦੇ ਰਹੀਏ ਤੇ ਗੁਰੂ ਦੇ ਆਸਰੇ ਤੇ ਟੁਰਦੇ ਰਹੀਏ ਕਿ ਅੱਜ ਸਾਨੂੰ 5-6 ਭੇਦ ਅਗਰ ਖੁੱਲ ਗਏ ਤੇ 5-6 ਭੇਦ ਰਹਿ ਗਏ ਤੇ ਉਹ ਵੀ ਅੱਗੇ ਆਉਣ ਵਾਲੇ ਸਮੇਂ ਨਾਲ ਟੁਰਦੇ ਰਹੀਏ ਪ੍ਰੇਮ ਸਹਿਤ, ਤੇ ਅੱਗੇ ਉਹ ਵੀ ਖੁੱਲਦੇ ਜਾਣ। ਜੀ ਇਕਬਾਲ ਵੀਰ ਜੀ ਨੇ ਜੁਆਇਨ ਕੀਤਾ। ਇਕਬਾਲ ਵੀਰ ਜੀ, ਜੀ ਆਇਆਂ ਨੂੰ ਵੀਰ ਜੀ। ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਹੈਗੀ ਸਤਿਗੁਰ ਸੇਵੈ, ਬਹੁਵਚਨ ਹੈ ਸੇਵੈ। ਜਿਹੜੇ ਗੁਰਮੁਖ ਸਤਿਗੁਰ ਨੂੰ ਸਿਮਰਦੇ ਹਨ, ਸਤਿਗੁਰ ਦੇ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਟਿਕਾ ਲੈਂਦੇ ਆ, ਭਾਵ ਕਿ ਉਹ ਮਨ ਵਿੱਚ ਕਰਮ ਦੇ ਰਸ ਆਪਣਾ ਜੀਵਨ ਨਿਰਵਾਹ ਕਰਦੇ ਹਨ। ਸਤਿਗੁਰ ਸੇਵੈ ਸੇ ਵਡ ਭਾਗੀ, ਉਹ ਵੱਡੇ ਭਾਗਾਂ ਵਾਲੇ ਬਣ ਜਾਂਦੇ। ਉਹ ਆਪਣੇ ਭਾਗ ਗੁਰੂ ਦੀ ਸ਼ਰਨ ਪੈ ਕੇ ਲਿਖਵਾ ਲੈਂਦੇ ਹਨ, ਲਿਖ ਲੈਂਦੇ ਹਨ। ਸਹਿਜ ਭਾਏ ਸੱਚੀ ਲੇਵ ਲਾਗੀ। ਹੁਣ ਸੱਚੀ ਲੇਵ, ਸੱਚੀ ਸੁਰਤ, ਜਿਹੜੀ ਮਨ ਦੀ ਸੁਰਤ ਹੈ, ਉਹ ਸੱਚ ਵਿੱਚ ਕਿਵੇਂ ਜੁੜਦੀ ਆ? ਜਦੋਂ ਜੀਵ ਗੁਣਾਂ ਨੂੰ ਸਹਿਜੇ ਸਹਿਜੇ ਧਾਰਦਾ ਉਸ ਪਦਵੀ ਦਾ ਮਾਲਕ ਬਣ ਜਾਂਦਾ ਹੈ, ਜਿਹਨੂੰ ਸੱਚੀ ਲੇਵ ਆਪਾਂ ਆਖਦੇ। ਜਿਹੜੇ ਸਤਿਗੁਰੂ ਨੂੰ ਸਿਮਰਦੇ ਹਨ, ਵੱਡੇ ਭਾਗਾਂ ਵਾਲੇ ਬਣ ਕੇ ਸਹਿਜ ਅਵਸਥਾ ਪ੍ਰਾਪਤ ਕਰ ਲੈਂਦੇ ਹਨ। ਉਹਨਾਂ ਦੀ ਜਿਹੜੀ ਸੁਰਤ ਹੈ ਉਹ ਸੱਚ ਦੇ ਵਿੱਚ ਜੁੜੀ ਰਹਿੰਦੀ ਹੈ। ਸੱਚੋ ਸੱਚ ਕਮਾਵੈ, ਜਦੋਂ ਜਿਹੜੀ ਲਿਵ ਹੈ ਸੱਚ ਵਿੱਚ ਸਦੀਵ ਕਾਲ ਜੁੜੀ ਰਹਿੰਦੀ ਹੈ ਤੇ ਸਦਾ ਸੱਚ ਹੀ ਕਮਾਉਂਦੇ ਹਨ। ਜਦ ਤੱਕ ਜਿਹੜੀ ਸੁਰਤ ਹੈ ਉਹ ਸ਼ਬਦ ਵਿੱਚ ਜੁੜਦੀ ਹੈ, ਸਿਮਰਦੇ ਸਤਿਗੁਰੂ ਨੂੰ ਸੇਵੇਂ ਸਿਮਰਦੇ ਰਹਿੰਦੇ ਹਨ ਤਾਂ ਸੱਚੋ ਸੱਚ ਕਮਾਵੈ, ਸੱਚ ਹੀ ਕਮਾਉਂਦੀਆਂ ਹਨ। ਝੂਠ ਉਹਨਾਂ ਦੇ ਲਾਗੇ ਨਹੀਂ ਆਉਂਦਾ। ਸੱਚ ਹੀ ਸੱਚ ਹੈ, ਸੱਚੋ ਸੱਚ ਕਮਾਵੈ, ਸੱਚ ਹੀ ਸਦਾ ਸੱਚੇ ਮੇਲ ਮਿਲਾਏਂਦਾ। ਤੇ ਉਹ ਜਿਹੜੇ ਜੀਵ ਹਨ ਉਹ ਸਦਾ ਹੀ ਸੱਚ ਦੇ ਵਿੱਚ, ਸਦਾ ਸਿਰ ਪ੍ਰਭੂ ਸੱਚ, ਸਦਾ ਸਿਰ ਪ੍ਰਭੂ ਪਰਮਾਤਮਾ, ਗੁਰੂ ਉਹਨਾਂ ਨੂੰ ਸਦਾ ਸਿਰ ਪ੍ਰਭੂ ਪਰਮਾਤਮਾ ਦੇ ਨਾਲ ਮਿਲਾ ਦਿੰਦਾ। ਹਾਂਜੀ, ਧੰਨਵਾਦ ਵੀਰ ਜੀ, ਆਪ ਜੀ ਬਿਲਕੁਲ ਸ਼ਾਰਟ ਵਿੱਚ ਆਪ ਜੀ ਨੇ ਟੂ ਦਾ ਪੁਆਇੰਟ ਗੱਲ ਕੀਤੀ। ਧੰਨਵਾਦ ਆਪ ਜੀ ਦਾ। ਜੀ ਭੂਆ ਜੀ। ਹਾਂਜੀ, ਇੱਥੇ ਦੋ ਵਰਡਸ ਆਉਂਦੇ ਨੇ, ਸੇਵੈ ਤੇ ਕਮਾਵੈ। ਇਹ ਦੋਨੋਂ ਦੇ ਅਰਥ ਤਾਂ ਸਹੀ। ਕਮਾਈ ਕਰਨੀ, ਇਨਟਿਊਨਡ ਹੋਣਾ, ਭੇਜ ਜਾਣਾ, ਸਾਂਝ ਪਾ ਜਾਣੀ, ਮੀਨਿੰਗ ਇਜ਼ ਸਹੀ। ਜਦੋਂ ਉਹ ਵਿਰਲਾ ਮਨ ਭਾਗੀਦਾਰ ਬਣ ਜਾਂਦਾ ਹੈ
gets in tuned with the oneness, ਗੁਣਾਂ ਦੇ ਨਾਲ, ਕਮਾਈ ਦੇ ਨਾਲ, ਉਹਦੇ ਸਿੱਖਿਆ ਦੇ ਨਾਲ, ਉਹਦੇ ਹੁਕਮ ਦੇ ਨਾਲ ਪੂਰੀ ਤਰ੍ਹਾਂ ਜਦੋਂ ਮਨ in tuned ਹੋ ਗਿਆ, ਇਸ ਨੂੰ ਕਹਿੰਦੇ ਉਸਨੇ ਸੇਵਿਆ ਹੈ। ਕੀ ਬਣ ਗਿਆ ਹੈ? ਵਡਭਾਗੀ। ਔਰ ਇਹੀ ਜਿਹੜਾ ਮਨ ਜਿਹੜਾ ਵਡਭਾਗੀ ਹੈ, ਸਹਿਜ ਭਾਈ ਸੱਚੀ ਲਿਵ ਲਾਗੀ। ਹੁਣ ਸੱਚੀ ਲਿਵ ਲਾਗੀ ਕੀ ਹੈ? ਮਨ ਜਦੋਂ in tuned ਹੁੰਦਾ ਹੈ ਉਸ ਇੱਕ oneness ਦੇ ਨਾਲ, ਉਸ ਇੱਕ ਦੇ ਨਾਲ, ਦੇ ਹੁਕਮ ਦੇ ਨਾਲ, ਸਮਝੋ ਇਹੀ ਉਸਦਾ ਨਿਜ ਘਰ ਹੈ। ਇਹੀ ਜੋ ਨਿਜ ਘਰ ਹੈ, ਇसी ਨੂੰ ਅਸੀਂ ਕਹਿੰਦੇ ਕਿ ਉਹ ਸਹਿਜ ਹੈ, ਅਡੋਲਤਾ ਹੈ, ਟਿਕਾਣਾ ਪਾ ਲਿੱਤਾ ਹੈ। ਤੇਰਾ ਮਨ, ਉਹ ਵਿਰਲਾ ਮਨ ਜਿਹੜਾ ਵਡਭਾਗੀ ਹੋ ਕੇ in tuned ਹੋ ਗਿਆ ਸੋ ਇੱਕਾ ਦੇ ਨਾਲ, ਉਸਨੇ ਆਪਣਾ ਟਿਕਾਣਾ ਪਾ ਲਿੱਤਾ, ਉਹ ਅਡੋਲਤਾ ਦੇ ਵਿੱਚ ਆ ਗਿਆ, ਉਹ ਨਿਜ ਘਰ ਵਿੱਚ ਆ ਗਿਆ। ਸੱਚੋ ਸੱਚ ਕਮਾਵੇ ਸਦ ਹੀ। ਜਦੋਂ ਉਹ ਵਿਰਲਾ ਮਨ ਜਿਹੜਾ ਹੈ, ਜਦੋਂ in tuned ਹੋ ਕੇ ਕਮਾਈ ਕਰਕੇ ਭਿੱਜ ਗਿਆ, ਕਦੋਂ? ਸਦ ਹੀ, ਹਮੇਸ਼ਾ ਹੀ tuned ਹੋ ਗਿਆ। ਫਿਰ ਸੱਚੇ ਮੇਲ ਮਿਲਾਏ ਦਾ, ਫਿਰ ਉਹ ਆਪਣਾ ਪੂਰੀ ਸ੍ਰਿਸ਼ਟੀ, ਆਪਣੇ ਸਾਰੇ ਇੰਦਰੀਆਂ, ਸਾਰੇ ਅੰਗ, ਸਾਰੇ ਅੰਗਾਂ ਨੂੰ ਵੀ ਨਾਲ ਮਿਲਾ ਦਿੰਦਾ ਹੈ, in tune ਕਰ ਦਿੰਦਾ ਹੈ। ਹਾਂਜੀ ਜੀ ਭੂਆ ਜੀ, ਆਪ ਜੀ ਨੇ ਬਿਲਕੁਲ ਸ਼ਾਰਟ ਵਿੱਚ ਗੱਲ ਕੀਤੀ, ਧੰਨਵਾਦ ਆਪ ਜੀ ਦਾ ਵੀ। ਜੀ ਸੁਖਿੰਦਰ ਵੀਰ ਜੀ। ਹਾਂਜੀ ਵੀਰ ਜੀ, ਵੀਰ ਜੀ ਜਿਹੜਾ ਇਸ ਬੰਦ ਦੇ ਪਹਿਲੀ ਤੁਕ ਦਾ ਪਹਿਲਾ ਸ਼ਬਦ ਹੈ ਨਾ, ਉਹ ਸ਼ਬਦ ਦੇ ਸਤਿਗੁਰ ਦੇ ਰਾਹ ਨੂੰ ਔਂਕੜ ਲੱਗਾ ਹੋਇਆ ਹੈ। ਅਸੀਂ ਸਾਰੇ ਇਹਦਾ ਜਿਹੜਾ ਵਿਸ਼ਰਾਮ ਉਹ ਦੇ ਰਹੇ ਹਾਂ ਸਤਿਗੁਰ ਸੇਵੈ। ਇਹ ਵਿਸ਼ਰਾਮ ਬਿਲਕੁਲ ਗਲਤ ਹੈ। ਅਸੀਂ ਸੇਵੈ ਤੇ ਜਾ ਕੇ ਵਿਸ਼ਰਾਮ ਨਹੀਂ ਦੇਣਾ, ਇਹਦਾ ਵਿਸ਼ਰਾਮ ਹੈ ਸਤਿਗੁਰ, ਕਿਉਂਕਿ ਰਾਰੇ ਨੂੰ ਔਂਕੜ ਲੱਗਾ ਹੋਇਆ ਹੈ। ਇਹ ਉੱਤਮ ਪੁਰਖ ਵਾਸਤੇ ਆ ਰਹੇ ਹੈ, ਸਿੰਗੂਲਰ ਲਫ਼ਜ਼ ਵਿੱਚ ਹੈ। ਬਹੁਤ ਸਾਨੂੰ ਧਿਆਨ ਨਾਲ ਦੇਖਣਾ ਪਏਗਾ। ਜਿਹੜਾ ਪਿੱਛੇ ਚੌਥੇ ਬੰਦ ਵਿੱਚ ਜਿਹੜਾ ਆਇਆ ਸੀ ਨਾ, ਉੱਥੇ ਸੀ ਰਾਰੇ ਨੂੰ ਸਿਆਰੀ, ਉਹ ਸੀ ਸਤਿਗੁਰ ਸੇਵੈ ਸਹਿਜ ਆਨੰਦਾ। ਉੱਥੇ ਸੀ ਸਤਿਗੁਰ ਸੇਵਿਆ, ਸਤਿਗੁਰੂ ਜੀ ਨੂੰ ਸੇਵਨ ਦੇ ਨਾਲ, ਉੱਥੇ ਸਤਿਗੁਰੂ ਜੀ ਨੂੰ ਸੇਵਨ ਦੇ ਨਾਲ ਸੀ। ਇੱਥੇ ਹੈ ਸਤਿਗੁਰ। ਇੱਥੇ ਅਸੀਂ ਪੌਜ਼, ਇੱਥੇ ਰੁਕਣਾ ਹੈ ਅਸੀਂ, ਇਹ ਸਾਡਾ ਵਿਸ਼ਰਾਮ ਹੈ। ਬਹੁਤ ਪਿਆਰੀ ਸਤਿਗੁਰੂ ਜੀ ਇੱਥੇ ਗੱਲ ਕਰ ਰਹੇ ਹੈ। ਅਸੀਂ ਥੋੜਾ ਜਿਹਾ ਜਲਦੀ ਕਰਕੇ ਨਾ ਉਸ ਤਰ੍ਹਾਂ ਹੀ ਕਰ ਰਹੇ ਹਾਂ ਵੀ ਸਤਿਗੁਰੂ ਨੂੰ ਇੱਥੇ ਵੀ ਸੇਵਨ ਦੀ ਗੱਲ ਚੱਲਣੀ। ਸਤਿਗੁਰੂ ਉੱਥੇ ਵਿਸ਼ਰਾਮ ਹੈ। ਜਦੋਂ ਪਹਿਲਾਂ ਗੱਲ ਕਰ ਰਹੇ ਸੀ ਸਤਿਗੁਰੂ ਜੀ ਚੌਥੇ ਬੰਦ ਵਿੱਚ ਸਤਿਗੁਰ ਸੇਵਿਆ ਸਹਿਜ ਆਨੰਦਾ, ਉਹਦੇ ਨਾਲ ਹੋਇਆ ਕੀ ਸੀ? ਹਿਰਦੈ ਆਏ ਉਠਾ ਗੋਵਿੰਦਾ। ਦੇਖੋ ਸਾਡਾ ਜਿਹੜਾ ਮਨ ਹੈ ਨਾ, ਅਸੀਂ ਮਨ ਦੀ ਗੱਲ ਕਰਦੇ ਹਾਂ, ਸਾਡਾ ਮਨ ਸਾਡੇ ਵਿਚਾਰਾਂ ਨੂੰ ਹੀ ਮਨ ਕਹਿੰਦੇ ਨੇ। ਔਰ ਮਨ, ਇਹ ਵਿਚਾਰਾਂ ਦਾ ਨਾਮ ਦਿੱਤਾ ਗਿਆ ਗੁਰਮਤਿ ਨੇ। ਮਨ, ਵਿਚਾਰਾਂ ਨੂੰ, ਸਾਡੇ ਵਿਚਾਰਾਂ ਨੂੰ ਮਨ ਕਹਿੰਦੇ ਨੇ। ਤੇ ਸਾਡੇ ਵਿਚਾਰ, ਜਦੋਂ ਅਸੀਂ ਸ਼ਬਦ ਦੀ ਵਿਚਾਰ ਕਰਦੇ ਹਾਂ, ਤੇ ਜਿਹੜੇ ਸ਼ਬਦ ਦੇ ਬਾਣੀ ਦੇ ਵਿਚਾਰ ਹੁੰਦੇ ਹਨ ਨਾ, ਉਹੀ ਸਾਡੇ ਅੰਦਰ ਸਾਡੇ ਵਿਚਾਰ ਬਣ ਜਾਂਦੇ ਹਨ। ਭਾਵ ਸਾਡੇ ਪੁਰਾਣੇ ਵਿਚਾਰ, ਜਿਸ ਨੂੰ ਮਨ ਕਹਿੰਦੇ ਨੇ, ਉਹ ਖਤਮ ਹੋ ਜਾਂਦੇ ਆ। ਮਨ ਖਤਮ ਹੁੰਦਾ ਭਾਵ ਪੁਰਾਣੇ ਵਿਚਾਰ ਖਤਮ ਹੋ ਜਾਂਦੇ ਆ। ਜਿਸ ਨੂੰ ਕਹਿੰਦੇ ਨੇ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ, ਉਹਦਾ ਮਤਲਬ ਇਹ ਹੁੰਦਾ ਹੈ ਕਿ ਪੁਰਾਣੇ ਵਿਚਾਰਾਂ ਦੀ ਜਗ੍ਹਾ ਤੇ ਹੁਣ ਨਵੇਂ ਵਿਚਾਰਾਂ ਨੇ ਸਾਡੇ ਅੰਦਰ, ਅਸੀਂ ਨਵੇਂ ਵਿਚਾਰਾਂ ਨੂੰ ਧਾਰਨ ਕਰ ਲਿਆ। ਹੁਣ ਨਵੇਂ ਵਿਚਾਰਾਂ ਦੇ ਅਨੁਸਾਰ ਆਪਣਾ ਜੀਵਨ ਜੀ ਰਹੇ ਹਾਂ। ਇਸ ਨੂੰ ਇਸ ਤਰ੍ਹਾਂ ਕਹਿੰਦੇ ਨੇ। ਸਤਿਗੁਰੂ ਜੀ ਨੂੰ ਸੇਵਨ ਦਾ ਕੀ ਫਾਇਦਾ ਹੁੰਦਾ ਹੈ? ਇੱਕ ਤਾਂ ਸਾਡੇ ਅੰਦਰ ਦ੍ਰਿੜਤਾ ਆ ਜਾਂਦੀ ਹੈ, ਅਡੋਲਤਾ ਆ ਜਾਂਦੀ। ਹੁਣ ਸਾਨੂੰ ਕੋਈ ਉਹ ਵਿਚਾਰਾਂ ਤੋਂ ਤੋੜ ਨਹੀਂ ਸਕਦਾ। ਵਿਚਾਰਾਂ ਤੋਂ ਮੋੜ ਕੇ ਦੁਬਾਰਾ ਮਨਮਤ ਵਾਲੇ, ਦੁਰਮਤ ਵਾਲੇ, ਭੈੜਾ ਵਿਚਾਰਾਂ ਵੱਲ ਪਾਸੇ ਅਸੀਂ ਨਹੀਂ ਕੋਈ ਲਿਜਾ ਸਕਦਾ। ਜੋ ਵਿਚਾਰ ਅਸੀਂ ਛੱਡ ਆਏ ਆ ਨਾ, ਦੁਬਾਰਾ ਉਹ ਸਾਨੂੰ ਕੋਈ ਧਾਰਨ ਨਹੀਂ ਕਰਵਾ ਸਕਦਾ। ਇਹਦਾ ਮਤਲਬ ਹੁੰਦਾ, ਇਹ ਅਵਸਥਾ ਨੂੰ ਕਹਿੰਦੇ ਨੇ ਸਹਿਜ ਅਵਸਥਾ। ਇਸੇ ਨੂੰ ਕਹਿੰਦੇ ਨੇ, ਕਹਿੰਦੇ ਸੁਣਿਆ ਲਾਗੈ ਸਹਿਜ ਧਿਆਨ। ਸਤਿਗੁਰੂ ਜੀ ਦੇ ਵਿਚਾਰਾਂ ਨੂੰ ਸੁਣਨ ਦੇ ਨਾਲ ਕੀ ਹੁੰਦਾ? ਕਹਿੰਦਾ ਸਾਡਾ ਧਿਆਨ ਨਾ ਉਹ ਸਹਿਜ ਧਿਆਨ ਬਣ ਜਾਂਦਾ। ਬਸ ਉਹ ਜਿਹੜਾ ਸਾਡਾ ਧਿਆਨ ਨਾਲ ਅਸੀਂ ਉਹ ਸੁਣਦੇ ਹਾਂ ਨਾ ਸਤਿਗੁਰੂ ਦੇ ਵਿਚਾਰਾਂ, ਬਸ ਫਿਰ ਉਹ ਹੁਣ ਵਿਚਾਰਾਂ ਨੂੰ ਕੋਈ ਸਾਨੂੰ, ਸਾਡੇ ਉਹ ਵਿਚਾਰਾਂ ਤੋਂ ਵਾਪਸ ਦੁਬਾਰਾ ਪੁਰਾਣੇ ਖਿਆਲਾਂ ਵਾਲੇ ਪਾਸੇ, ਸਾਨੂੰ ਪੁਰਾਣੇ ਖਿਆਲਾਂ ਵਾਲੇ ਨਹੀਂ ਬਣਾ ਸਕਦਾ। ਜੋ ਅਸੀਂ ਪਹਿਲਾਂ ਸੋਚਦੇ ਹੁੰਦੇ ਸਨ, ਉਹ ਸਾਨੂੰ ਦੁਬਾਰਾ ਕੋਈ ਪੁਰਾਣੇ ਸੋਚਾਂ ਵਾਲੇ ਪਾਸੇ ਨਹੀਂ ਲਿਜਾ, ਜੋ ਅਸੀਂ ਛੋੜ ਆਏ ਆ। ਉਸੇ ਨੂੰ ਕਹਿੰਦੇ ਨੇ ਸਤਿਗੁਰ ਸੇਵਿਆ, ਪਿਛਲੇ ਬੰਦ ਮੁਤਾਬਕ। ਉਹ ਕਹਿੰਦੇ ਨੇ ਸਹਿਜ ਆਨੰਦਾ, ਹਿਰਦੈ ਆਏ ਉਠਾ ਗੋਵਿੰਦਾ। ਉਸ ਤੋਂ ਬਾਅਦ ਕੀ ਕਹਿੰਦੇ? ਕਹਿੰਦੇ ਨੇ ਸਹਿਜ ਆਪੇ, ਸਹਿਜੇ ਭਗਤ ਕਰੇ ਦਿਨ ਰਾਤੀ। ਸਹਿਜੇ ਭਗਤ ਕਰੇ ਦਿਨ ਰਾਤੀ। ਜਿਹੜੇ ਸਾਨੂੰ ਫਿਰ ਹੁਣ ਸਤਿਗੁਰੂ ਦੇ ਵਿਚਾਰ ਕੀ ਕਹਿੰਦਾ ਮਿਲਦੇ ਆ, ਅਸੀਂ ਵਿਚਾਰ ਧਾਰਨ ਕਰਦੇ ਹਾਂ ਨਾ, ਨਵੇਂ ਵਿਚਾਰ ਸਤਿਗੁਰੂ ਜੀ ਦੇ, ਫਿਰ ਅਸੀਂ ਉਸੇ ਵਿਚਾਰਾਂ ਦੇ ਨਾਲ ਹੀ ਭਗਤੀ ਕਰਦੇ ਹਾਂ। ਭਾਵ ਉਹ ਵਿਚਾਰ ਜੋ ਸਾਨੂੰ ਗੁਣ ਦਿੰਦੇ ਹੈ ਨਾ,
ਜਦੋਂ ਕਹਿੰਦੇ ਨੇ ਵਿਣ ਗੁਣ ਕੀਤੇ ਭਗਤ ਨਾ ਹੋਏ, ਭਗਤ ਦਾ ਭਾਵ ਹੁੰਦਾ ਅਸੀਂ ਉਹ ਗੁਣ ਕਰਦੇ ਹਾਂ ਜਿਹੜੇ ਉਹ ਵਿਚਾਰ ਮਿਲੇ, ਉਹ ਵਿਚਾਰਾਂ ਵਾਲੇ ਗੁਣ ਅਪਣਾਉਂਦੇ ਆ। ਜੋ ਵਿਚਾਰ ਕਹਿੰਦੇ ਆ ਉਹ ਅਸੀਂ ਕਰਦੇ ਆ। ਵਿਚਾਰ ਸਾਨੂੰ ਕੀ ਦਿੰਦੇ ਨੇ? ਰੱਬੀ ਗੁਣ ਦੱਸਦੇ ਨੇ। ਸਾਨੂੰ ਕਹਿੰਦੇ ਨੇ ਨਿਰਭਉ ਬਣੋ, ਸਾਨੂੰ ਕਹਿੰਦੇ ਨੇ ਨਿਰਵੈਰ ਬਣੋ, ਸਾਨੂੰ ਕਹਿੰਦੇ ਨੇ ਅੰਦਰੋਂ ਈਰਖਾ ਕੱਢੋ, ਸਾਨੂੰ ਕਹਿੰਦੇ ਨੇ ਅੰਦਰੋਂ ਤੁਸੀਂ ਕੀ ਕਹਿੰਦੇ ਕਿਸੇ ਬਾਰੇ ਮਾੜਾ ਨਹੀਂ ਸੋਚਣਾ, ਕਿਸੇ ਦਾ ਬੁਰੇ ਦਾ ਵੀ ਭਲਾ ਕਰਨਾ। ਇਹ ਅਸੀਂ ਸਾਰਾ ਕੁਝ ਇਹ ਗੁਣ ਇਕੱਠੇ ਕਰ ਲਏ, ਇਹਨੂੰ ਹੀ ਭਗਤੀ ਕਰਨੀ ਕਹਿੰਦੇ ਨੇ। ਪਰ ਇਹ ਭਗਤੀ ਹੁੰਦੀ ਹੈ ਸਹਿਜੇ, ਭਾਵ ਸਾਨੂੰ ਹੁਣ ਕੋਈ ਇਸ ਕੰਮ ਕਰਨ ਤੋਂ ਰੋਕ ਨਹੀਂ ਸਕਦਾ, ਸਾਨੂੰ ਵਾਪਸ ਉਹ ਪੁਰਾਣੇ ਸਾਡੇ ਜੀਵਨ ਵੱਲ ਲੈ ਕੇ ਨਹੀਂ ਜਾ ਸਕਦਾ, ਪੁਰਾਣੇ ਵਿਚਾਰਾਂ ਵੱਲ ਸਾਨੂੰ ਇਹਨੂੰ ਕਹਿੰਦੇ ਨੇ ਸਹਿਜੇ ਭਗਤ ਕਰੇ ਦਿਨ ਰਾਤੀ। 24 ਘੰਟੇ ਅਸੀਂ ਹੁਣ ਜਿਹੜੇ ਸਾਨੂੰ ਸਤਿਗੁਰੂ ਦੇ ਵਿਚਾਰ ਪ੍ਰਗਟ, ਅਸੀਂ ਆਪਣੀ ਜੀਵਨ ਹੁਣ ਉਹਦੇ ਮੁਤਾਬਕ ਜੀਣ ਲੱਗਦੇ। ਲੇਕਿਨ ਉਸ ਤੋਂ ਬਾਅਦ ਸਤਿਗੁਰੂ ਜੀ ਨੇ ਇੱਕ ਸਾਨੂੰ ਹੋਰ ਵਿਚਾਰ ਦਿੱਤਾ ਸੀ ਪਿੱਛੇ, ਆਪੇ ਭਗਤ ਕਰਾਇਂਦਾ। ਦੇਖੋ ਸਾਡੇ ਅੰਦਰ ਅਸੀਂ ਗੱਲ ਕਰਦੇ ਆ ਨਾ, ਸਾਡੇ ਜਿਹੜੇ ਅੰਦਰ ਜੀ ਜੰਤ ਨੇ ਨਾ, ਉਹ ਪਤਾ ਕੀ ਹੈ ਸਾਡੇ ਅੰਦਰ, ਦੇਖੋ ਬਾਹਰ ਜਿਹੜਾ ਸੰਸਾਰ ਉਹਦੇ ਚ ਹਾਥੀ ਵਸਦਾ ਹੈ, ਹਾਥੀ ਜੋ ਕੰਮ ਕਰ ਰਿਹਾ ਉਸ ਨੂੰ ਕਦੀ ਨਹੀਂ ਚੇਂਜ ਕਰ, ਲੇਕਿਨ ਸਾਡੇ ਇੱਕ ਅੰਦਰ ਹਾਥੀ ਵਸਦਾ ਹੈ। ਜਿਵੇਂ ਬਾਹਰ ਜੀਜ ਹਾਥੀ ਅਨੇਕਾਂ ਜੀ ਜੰਤ ਵਸਦੇ, ਸਾਡੇ ਅੰਦਰ ਵੀ ਅਨੇਕਾਂ ਚੀਜ਼ਾਂ, ਸਾਡੇ ਅੰਦਰ ਵੀ ਹਾਥੀ ਵਸਦਾ ਹੈ, ਸਾਡੇ ਅੰਦਰ ਵੀ ਕੁੱਤਾ ਹੈ, ਸਾਡੇ ਅੰਦਰ ਵੀ ਸੱਪ ਹੈ, ਸਾਡੇ ਅੰਦਰ ਵੀ ਬਲਦ ਹੈ, ਸਾਡੇ ਅੰਦਰ ਵੀ ਇੱਲ ਹੈ, ਸਾਡੇ ਅੰਦਰ ਵੀ ਸ਼ੇਰ ਹੈ। ਲੇਕਿਨ ਜਿਹੜੇ ਬਾਹਰ ਵਾਲੇ ਇਹ ਸਾਰੇ ਜੀ ਜੰਤ ਵਰਗੇ ਹੈ ਨਾ, ਇਹ ਜਿਸ ਨੂੰ ਸਾਨੂੰ ਗੁਰਬਾਣੀ ਕਹਿੰਦੀ ਹੈ ਕਰਤੂਤ ਪਸ਼ੂ ਕੀ ਮਾਨਸ ਜਾ, ਉਹ ਮਾਨਸ ਜੂਨ ਨਾ ਆਖੀਆਂ ਪਸ਼ੂ ਢੋਰ ਗਵਾਰ। ਸਾਨੂੰ ਅਸਲ ਵਿੱਚ ਕਹਿੰਦੇ ਨੇ ਤੁਸੀਂ ਉਹ ਪਸ਼ੂਆਂ ਵਾਲੇ ਗੁਣ ਤੁਸੀਂ ਧਾਰਨ ਕੀਤੇ ਹੋਏ ਸੀ ਪਹਿਲਾਂ। ਸਾਡੇ ਅੰਦਰ ਕਹਿੰਦੇ ਤੁਹਾਡੇ ਜੀ ਜੰਤ ਵਸਦੇ ਪਏ ਨੇ। ਤੁਸੀਂ ਕਹਿੰਦੇ ਜਿਨੀ ਸਤਿਗੁਰ ਜਿਨੀ ਨਾ ਸੇਵਿਓ ਸ਼ਬਦ ਨਾ ਕੀਤੋ, ਕਹਿੰਦੇ ਉਹਨਾਂ ਨੂੰ ਮਾਨਸ ਨਾ ਕਹੋ, ਉਹ ਇਹ ਸਾਰੇ ਹੈ। ਲੇਕਿਨ ਬਾਹਰਲੇ ਜਿਹੜੇ ਇਹ ਜੀ ਜੰਤ ਨੇ ਨਾ, ਇਹ ਆਪਣੀ ਜੋ ਇਹ ਕਰ ਰਹੇ ਉਹੀ ਕਰਨਗੇ। ਸ਼ੇਰ ਬਾਹਰ ਮਾਸ ਖਾਂਦਾ ਤਾਂ ਮਾਸ ਹੀ ਖਾਏਗਾ, ਲੇਕਿਨ ਅੰਦਰਲਾ ਸ਼ੇਰ ਹੈ ਨਾ ਜਿਹੜਾ, ਉਹ ਅੰਦਰਲਾ ਸ਼ੇਰ ਜਿਹੜਾ ਕਰੂਰ ਹੈ, ਬੜਾ ਕੀ ਕਹਿੰਦੇ ਆ ਦਇਆਲੂ ਤੋਂ ਉਲਟ, ਬੜਾ ਹੀ ਕੀ ਕਹਿੰਦੇ ਆ ਕਿਸੇ ਤੇ ਦਇਆ ਕਰਨ ਵਾਲਾ ਨਹੀਂ, ਲੇਕਿਨ ਉਹ ਆਪਣਾ ਅੰਦਰ ਵਾਲਾ ਸੁਭਾਅ, ਅੰਦਰ ਵਾਲਾ ਸ਼ੇਰ ਬਦਲ ਜਾਂਦਾ ਹੈ। ਅੰਦਰ ਵਾਲਾ ਸ਼ੇਰ ਨਿਮਰਤਾ ਜਾਗਦਾ ਹੈ, ਅੰਦਰ ਵਾਲਾ ਸ਼ੇਰ ਆਪਣਾ ਜਿਹੜਾ ਕੀ ਕਹਿੰਦੇ ਸਖਤ, ਜਿਹੜਾ ਕਿਸੇ ਤੇ ਦਇਆ ਨਹੀਂ ਕਰਦਾ, ਉਹ ਸੁਭਾਅ ਅੰਦਰਲੇ ਸ਼ੇਰ ਦਾ ਸੁਭਾਅ ਚੇਂਜ ਹੋ ਸਕਦਾ ਹੈ। ਬਾਹਰਲੇ ਕੁੱਤੇ ਦਾ ਸੁਭਾਅ ਚੇਂਜ ਨਹੀਂ ਹੋਏਗਾ। ਬਾਹਰਲਾ ਕੁੱਤਾ ਸਾਰੀ ਉਮਰ ਉਸਨੂੰ ਜਿਹੜਾ ਰੋਟੀ ਪਾਏਗਾ ਉਹਦੇ ਦਰ ਤੇ ਜਾ ਕੇ ਉਹਨੇ ਪੂੰਛ ਹਿਲਾਏਗਾ, ਇਹ ਕਦੀ ਨਹੀਂ ਕੋਈ ਚੇਂਜ ਕਰ। ਲੇਕਿਨ ਅੰਦਰਲਾ ਕੁੱਤਾ ਨਾ ਜਿਹੜਾ ਦੁਆਰ ਸਵਾਨ ਜਿਉਂ ਡੋਲਤ, ਉਹ ਇੱਕ ਮਾਲਕ ਦਾ ਕੁੱਤਾ ਹੋ ਜਾਏਗਾ, ਜਿਸ ਨੂੰ ਕਹਿੰਦੇ ਹੁਣ ਬਸ ਹਮ ਕੁੱਕਰ ਤੇਰੇ ਦਰਬਾਰ। ਉਹ ਚੇਂਜ ਹੋ ਸਕਦਾ। ਅੰਦਰਲੇ ਜੀ ਜੰਤ ਚੇਂਜ ਹੁੰਦੇ ਨੇ, ਅੰਦਰਲੇ ਜੀ ਜੰਤ ਵੀ ਭਗਤੀ ਕਰਦੇ ਨੇ, ਜਿਸ ਨੂੰ ਕਹਿੰਦੇ ਹੁਣ ਆਪੇ ਭਗਤ ਕਰਾਇਂਦਾ। ਲੇਕਿਨ ਅੰਦਰਲੇ ਜਿਹੜਾ ਸਾਨੂੰ ਜਦੋਂ ਬੁਰਾ ਖਿਆਲ ਆਉਂਦਾ ਹੈ ਨਾ, ਜਦੋਂ ਸਾਨੂੰ ਕੋਈ ਕਾਮ ਦਾ ਖਿਆਲ ਆਉਂਦਾ, ਤਾਂ ਸਾਡਾ ਅੰਦਰਲਾ ਹਾਥੀ ਉੱਠ ਕੇ ਕਾਮ ਕਰਨ ਵੱਲ ਤੁਰ ਪੈਂਦਾ ਹੈ। ਉਸ ਨੂੰ ਅੰਦਰਲੇ ਜੀਆਂ ਜਨਤਾ ਨੂੰ ਹੁਣ ਭਗਤ ਕਰਾਣੀ ਹੈ ਮਨ ਨੇ, ਭਾਵ ਜਿਹੜਾ ਮਨ ਨੇ ਹੁਣ ਅਸੀਂ ਜੋ ਹੁਣ ਸਤਿਗੁਰੂ ਜੀ ਦੇ ਸ਼ਬਦ ਦੇ ਵਿਚਾਰਾਂ ਨਾਲ ਜੋ ਵਿਚਾਰ ਧਾਰਨ ਕਰ ਲੈਂਦੇ ਆ, ਉਹਦੇ ਨਾਲ ਅਸੀਂ ਜੋ ਅੰਦਰਲੇ ਸਾਡੇ ਹੁਣ ਐਕਟ ਨੇ ਨਾ, ਕਾਰ ਨੇ ਨਾ, ਸਾਡੇ ਜੀ ਜੰਤ ਲੱਭਣਗੇ ਅੰਦਰ ਵੀ ਨਹੀਂ, ਨਾ ਅੰਦਰ ਸਾਨੂੰ ਮਨ ਲੱਭੇਗਾ, ਨਾ ਸਾਨੂੰ ਕੌਣ ਲੱਗੇਗਾ। ਇਹ ਅੰਦਰਲਾ ਸਿਸਟਮ ਜੋ ਚੱਲ ਰਿਹਾ, ਸਤਿਗੁਰੂ ਜੀ ਉਸ ਨੂੰ ਨਾਮ ਦੇ ਕੇ ਨਾ, ਸੁਰਤ, ਮਨ, ਮਤ, ਬੁੱਧ, ਜੀ ਜੰਤ, ਪਰਿਵਾਰ, ਪਰੀਆਂ, ਇਹ ਕਰਕੇ ਸਾਨੂੰ ਸਮਝਾਉਣ ਲਈ ਵਰਤਦੇ। ਅੰਦਰ ਨਹੀਂ ਤਾਂ ਪਰੀਆਂ ਨਹੀਂ ਲੱਭਣਗੀਆਂ, ਅੰਦਰ ਪਰਿਵਾਰ ਨਹੀਂ ਮਿਲੇਗਾ ਕਿਤੇ ਵੀ, ਅੰਦਰ ਜੀ ਜੰਤ ਨਹੀਂ ਮਿਲਣਗੇ। ਲੇਕਿਨ ਗੁਰਬਾਣੀ ਕਹਿੰਦੀ ਹੈ ਰਾਗ ਰਤਨ ਹੈ, ਪਰਿਵਾਰ ਪਰੀਆਂ ਨੇ, ਪਰਿਵਾਰ ਨੂੰ ਹੀ ਪਰੀਆਂ ਆਖਦੇ ਨੇ। ਔਰ ਇਹ ਕਹਿੰਦੇ ਪਰੀਆਂ ਗਾਉਂਦੀਆਂ ਤੇਰੇ ਦਰ ਤੇ, ਗਾਵਣ ਤੁਧਨੋਂ ਰਤਨ ਉਪਾਏ ਤੇਰੇ 68 ਤੀਰਥ ਨਾਲ। ਇਹ ਜਿਹੜੇ ਰਤਨ ਨੇ ਨਾ, ਇਹ ਅੰਦਰ ਗਾਉਂਦੇ ਨੇ। ਇਹ ਪਰਿਵਾਰ ਜਿਹੜੀਆਂ ਪਰੀਆਂ ਅੰਦਰ ਗਾਉਂਦੀਆਂ ਅੰਦਰਲੇ ਘਰ ਵਿੱਚ, ਲੇਕਿਨ ਦਿਖਣਗੀਆਂ ਕਿਤੇ ਨਹੀਂ। ਸਾਨੂੰ ਸਮਝਾਉਣ ਲਈ ਇਹ ਸ਼ਬਦ ਸਾਰੇ ਯੂਜ਼ ਕੀਤੇ ਗਏ। ਜਿਹੜਾ ਇਹ ਅੰਦਰ ਹੁਣ ਅੰਦਰਲੇ ਜਿਹੜੇ ਉਹ ਸੀ ਨਾ ਜੀ ਜੰਤ, ਉਹਨਾਂ ਨੂੰ ਇਹ ਭਗਤ ਕਰਾਉਂਦੇ ਆ। ਇਹ ਸਾਨੂੰ ਦੱਸ ਰਹੇ ਵੀ ਜਦੋਂ ਅਸੀਂ ਕੋਈ ਵਿਚਾਰ ਲਵਾਂਗੇ ਸਤਿਗੁਰੂ ਜੀ ਦੇ, ਫਿਰ ਉਹ ਵਿਚਾਰਾਂ ਦੇ ਨਾਲ ਨਾ ਸਾਡੇ ਜਿਹੜੇ ਅੰਦਰਲੇ ਜੀ ਜੰਤ ਹੈ ਨਾ, ਹੌਲੀ ਹੌਲੀ ਆਪਣਾ ਸੁਭਾਅ ਵੀ ਬਦਲਣਗੇ, ਉਹਨਾਂ ਵਿੱਚ ਵੀ ਉਹ ਸਹਿਜ ਅਵਸਥਾ ਆਏਗੀ। ਇਸ ਹੁਣ ਬੰਦ ਵਿੱਚ ਜਿਹੜੇ ਕਹਿ ਰਹੇ ਨੇ ਨਾ, ਕਹਿੰਦੇ ਨੇ ਉਹ ਉੱਪਰ ਕਹਿੰਦੇ ਸੀ ਉਹ ਜਿਹੜੇ ਸਾਨੂੰ ਵਿਚਾਰ ਪ੍ਰਾਪਤ ਹੁੰਦੇ ਨੇ ਹੁਣ ਸਤਿਗੁਰੂ ਜੀ ਦੇ, ਹੁਣ ਅਸੀਂ ਉਹ ਸਤਿਗੁਰੂ ਜੀ ਦੇ ਉਹ ਵਿਚਾਰਾਂ ਨੂੰ ਨਾ, ਇਹ ਜਿਹੜੇ ਜੀ ਜੰਤ ਅੰਦਰਲੇ ਇਹ ਵੀ ਸੇਵਣ ਲੱਗ ਗਏ ਨੇ। ਜਿਹੜੇ ਉਹਦੇ ਪਲੂਰਲ ਫਾਰਮ ਚ ਆ ਰਹੇ ਨੇ ਸੇਵਾ, ਇਹ ਸਾਰੇ ਅੰਦਰਲੇ ਜੀ ਜਨਤਾ ਦੀ ਗੱਲ ਚ ਆ। ਕਹਿੰਦੇ ਇਹ ਪਹਿਲਾਂ ਮੰਨਦੇ ਨਹੀਂ ਸੀ ਕਹਿਣਾ, ਸਾਰੇ ਕੀ ਕਹਿੰਦੇ ਉਹਦੇ ਵਿੱਚ ਜਿਹੜਾ ਆਉਂਦਾ ਹੈ ਕੁੱਟ ਕੁੱਟ ਮਨ ਕਸਵਟ, ਉਹਦੇ ਵਿੱਚ ਅਮੂਆ ਭੈਂਸਾ ਵਾਲਾ ਇੱਕ ਸ਼ਬਦ ਹੈ ਜਿਹੜਾ ਕੀ ਕਹਿੰਦਾ ਰਾਜਾ ਰਾਮ ਆਂਬਰੇ
ਕਾਕਰੀ ਪਕਾਏ, ਉਹਦੇ ਵਿੱਚ ਕਾਕਰੀ ਆਂਬਰੇ ਪਕਾਏ, ਉਹਦੇ ਵਿੱਚ ਇਹਦੇ ਦੱਸਿਆ ਹੋਇਆ ਵੀ ਇਹ ਜਿਹੜੇ ਜੀ ਜੰਤ ਕਿਵੇਂ ਟਰਾਂਸਫਾਰਮ ਹੁੰਦੇ ਆ। ਉਹ ਹੁਣ ਸੇਵਣ ਲੱਗ ਜਾਂਦੇ ਆ ਸਾਰੇ, ਕਿਉਂਕਿ ਉਹਨਾਂ ਤੋਂ ਭਗਤ ਸਾਡੇ ਵਿਚਾਰ ਉਹਨਾਂ ਨੂੰ ਉਹਨਾਂ ਦੇ ਵਿਚਾਰਾਂ ਤੋਂ ਛੁਡਾਉਣ ਲੱਗ ਜਾਂਦੇ ਆ, ਉਹਨਾਂ ਨੂੰ ਵੀ ਸਤਿਗੁਰੂ ਦੇ ਵਿਚਾਰ ਦੇਣ ਲੱਗ, ਉਹ ਸਾਰੇ ਹੁਣ ਸੇਵਣਾ ਸ਼ੁਰੂ ਕਰ ਦਿੰਦੇ। ਉਹ ਜਦੋਂ ਸੇਵਦੇ ਨੇ, ਇਹਨਾਂ ਨੂੰ ਹੀ ਕਹਿੰਦੇ ਨੇ ਜਦੋਂ ਉਹ ਸੰਗਤ ਵਿੱਚ ਆਉਂਦੇ ਹੈ ਨਵੇਂ ਵਿਚਾਰਾਂ ਦੀ, ਸਤਿਗੁਰੂ ਦੇ ਵਿਚਾਰਾਂ ਦੀ ਸੰਗਤ, ਇਹਨੂੰ ਕਹਿੰਦੇ ਨੇ ਵੱਡ ਭਾਗੀ, ਕਦੋਂ? ਹਰ ਸੰਗਤ ਪਾਵੇ। ਹਰੀ ਦੇ ਸਤਿਗੁਰੂ ਜੀ ਦੇ ਵਿਚਾਰਾਂ ਦੀ ਸੰਗਤ ਵਿੱਚ ਜਦੋਂ ਆਏ, ਇਹ ਵੱਡ ਭਾਗੀ ਬਣ ਗਏ। ਇਸ ਨੂੰ ਕਹਿੰਦੇ ਨੇ ਵੱਡ ਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਹੇ। ਹੁਣ ਇਹ ਗੁਣ ਗਾਣ ਲੱਗ ਗਏ ਸਾਰੇ ਜੀ ਜਨ। ਸਾਡੇ ਜਿਹੜੇ ਅੰਦਰਲੇ ਜੀ ਜਨ ਸੀ, ਇਹ ਪਹਿਲਾਂ ਟਿਊਨਡ ਨਹੀਂ ਸੀ ਸਤਿਗੁਰੂ ਦੇ ਵਿਚਾਰਾਂ ਦੇ ਨਾਲ, ਆਪਣੀਆਂ ਮਰਜ਼ੀਆਂ ਕਰਦੇ ਸੀ। ਅੰਦਰਲਾ ਕੁੱਤਾ ਦੁਆਰ ਇਹਨੇ ਕਈ 100 ਖਸਮ ਬਣਾਏ ਹੋਏ, 100 ਨਾ ਫਲੀਆਂ ਫੁੱਲੀਆਂ ਬੱਪੜੇ ਪੀ ਤਨ ਵਿੱਚੋਂ, ਇਹਨੇ 100 ਖਸਮ ਬਣਾਏ ਹੋਏ ਸੀ ਅੰਦਰਲੇ ਕੁੱਤੇ ਨੇ। ਜਿੱਥੇ ਇਸ ਨੂੰ ਕੋਈ ਆਪਣੇ ਵਿਚਾਰ ਦਿੰਦਾ ਸੀ, ਉੱਥੇ ਜਾ ਕੇ ਇਹ ਪਹੁੰਚ ਜਾਂਦਾ ਸੀ। ਅੰਦਰਲਾ ਕੁੱਤਾ ਦੁਆਰ ਤੇ ਜਾ ਕੇ ਕੀ ਕਹਿੰਦਾ ਭੋਜਨ ਮੰਗਦਾ, ਜਿਹੜਾ ਸਾਡਾ ਨਾਮ ਦਾ ਭੋਜਨ ਹੈ, ਪਰ ਇਹ ਉੱਥੇ ਜਾ ਕੇ ਸਿਆਣਪਾਂ ਦਾ ਭੋਜਨ ਇਕੱਠਾ ਕਰ ਆਉਂਦਾ ਸੀ। ਇਹ ਕੁੱਤਾ ਹੁਣ ਟਿਕ ਜਾਂਦਾ ਹੈ ਮਾਲਕ ਦੇ ਦਰ ਤੇ, ਉਹਦੀ ਗੱਲ ਹੀ ਜੋ ਕਹਿੰਦਾ ਉਹੀ ਭੌਂਕਦਾ, ਭੌਂਕੇ ਆ ਗਿਆ ਬਦਨ ਪਸਾਰ। ਸਤਿਗੁਰੂ ਦੇ ਵਿਚਾਰਾਂ ਨੂੰ ਹੀ ਇਹ ਭੌਂਪਾ ਬੋਲਦਾ ਹੈ। ਇਹ ਜਿਹੜੇ ਸਾਰੇ ਸੇਵਨ ਲੱਗ ਜਾਂਦੇ ਨਾ, ਜਿਹੜਾ ਸਤਿਗੁਰੂ ਦੇ ਰਾਰੇ ਨੂੰ ਔਂਕੜ ਲੱਗਿਆ ਨਾ, ਭਾਵ ਪਤਾ ਕੀ ਹੈ ਇਹਦਾ ਭਾਵ ਹੈ ਇਹ ਸਾਰੇ ਸਤਿਗੁਰੂ ਦੇ ਵਿਚਾਰਾਂ ਨੂੰ ਸੇਵਨ ਕਰਕੇ ਇਹਨਾਂ ਸਾਰਿਆਂ ਦੇ ਵਿਚਾਰ ਵੀ ਸਤਿਗੁਰੂ ਦੇ ਵਿਚਾਰ ਬਣ ਜਾਂਦੇ ਹਨ, ਇਹ ਵੀ ਸਤਿਗੁਰੂ ਰੂਪ ਹੋ ਜਾਂਦੇ ਨੇ। ਭਾਵ ਇਹਨਾਂ ਸਾਰਿਆਂ, ਜਿਵੇਂ ਪਹਿਲਾਂ ਸਾਡੇ ਮਨ ਨੇ ਸਤਿਗੁਰੂ ਜੀ ਦੇ ਮੱਤ ਲੈ ਕੇ ਸਤਿਗੁਰੂ ਦੇ ਵਿਚਾਰਾਂ ਨੂੰ ਧਾਰਨ ਕਰ ਲਿਆ ਸੀ, ਇਹ ਵੀ ਸਾਰੇ ਸਤਿਗੁਰੂ ਹੋਣਾ ਭਾਵ ਸਤਿਗੁਰੂ ਦੇ ਵਿਚਾਰਾਂ ਨੂੰ ਹੀ ਲੈਣਾ ਹੈ। ਸਤਿਗੁਰੂ ਬਚਨ ਹੈ ਸਤਿਗੁਰੂ, ਇਹ ਸਾਰੇ ਵੀ ਹੁਣ ਸਤਿਗੁਰੂ ਦੇ ਬਚਨ ਲੈ ਕੇ ਸਤਿਗੁਰੂ ਦੇ ਬਚਨ ਸਰੂਪ ਹੋ ਜਾਂਦੇ, ਭਾਵ ਸਤਿਗੁਰੂ ਦੇ ਬਚਨਾਂ ਦੇ ਵਿੱਚ ਕਾਰ ਕਰਨ ਲੱਗ ਜਾਂਦੇ ਹਨ। ਗੁਰਬਾਣੀ ਕਹਿੰਦੇ ਨਾ ਕਿ ਸਚਿਆਰਾ ਹੋਈ ਹੈ। ਸਚਿਆਰ ਹੋਣਾ ਕੀ ਹੈ? ਅਗਲੀ ਤੁਕ ਚ ਦੱਸਣੇ, ਕਹਿੰਦੇ ਹੁਕਮ ਰਜ਼ਾਈ ਚੱਲਣਾ, ਇਹ ਸਚਿਆਰ ਹੋਣਾ ਹੈ। ਹੁਕਮ ਨੂੰ ਬੁੱਝ ਕੇ ਉਹਦੇ ਵਿੱਚ ਚੱਲਣਾ ਹੀ ਸਚਿਆਰ ਹੋਣਾ ਹੈ। ਸਤਿਗੁਰੂ ਦੇ ਬਚਨਾਂ ਨੂੰ ਸੁਣ ਕੇ ਸਤਿਗੁਰੂ ਦੇ ਬਚਨਾਂ ਵਿੱਚ, ਸਤਿਗੁਰੂ ਦੇ ਬਚਨਾਂ ਰੂਪੀ ਹੁਕਮ ਵਿੱਚ ਚੱਲਣਾ ਹੀ ਸਤਿਗੁਰ ਹੋਣਾ ਹੈ। ਇਹ ਸਾਰੇ ਵੀ ਸਤਿਗੁਰ ਹੋ ਜਾਂਦੇ। ਉੱਥੇ ਲਿਖਿਆ ਸਤਿਗੁਰ ਦੇ ਰਾਰੇ ਨੂੰ ਔਂਕੜ, ਮੈਂ ਤਾਂ ਹੀ ਧਿਆਨ ਦਿਵਾ ਰਿਹਾ, ਇਹ ਸਾਰੇ ਵੀ ਸਤਿਗੁਰੂ ਦੇ ਬਚਨਾਂ ਰੂਪ ਸਤਿਗੁਰੂ ਰੂਪ ਹੋ ਜਾਂਦੇ, ਭਾਵ ਕਿ ਸਤਿਗੁਰੂ ਦੇ ਭਾਣੇ ਵਿੱਚ ਚੱਲਣ ਲੱਗ ਜਾਂਦੇ। ਹੁਣ ਇਹਨੂੰ ਕਹਿੰਦੇ ਨੇ ਨਾਲ ਚੱਲੇ ਸਭ ਕੋਏ, ਜਿਵ ਜਿਵ ਹੁਕਮ ਤਿਵੈ ਤਿਵ ਕਾਰ। ਔਰ ਇਹ ਵਾਲਾ ਜਿਹੜਾ ਇਹਨਾਂ ਦੇ ਹੁਣ ਕਾਰ ਹੋ ਗਈ ਨਾ, ਇਹ ਵੀ ਸਹਿਜ ਪਾਏ, ਇਹਨਾਂ ਨੂੰ ਵੀ ਕੋਈ ਹੁਣ ਅਡੋਲ ਕਰ, ਇਹ ਵੀ ਹੁਣ ਅਡੋਲ ਵਾਲੀ ਅਵਸਥਾ ਪ੍ਰਾਪਤ ਹੋ ਗਈ। ਪਹਿਲਾਂ ਸਾਡਾ ਮਨ ਸਹਿਜੇ ਭਗਤ ਕਰੇ ਦਿਨ ਰਾਤੀ ਕਰਦਾ ਸੀ, ਹੁਣ ਇਹਨਾਂ ਦੀ ਵੀ ਲਿਵ ਸੱਚ ਵਿੱਚ ਲੱਗ ਗਈ, ਔਰ ਉਹ ਵੀ ਸਹਿਜ ਨਾਲ। ਇਹਨਾਂ ਨੂੰ ਵੀ ਹੁਣ ਕੋਈ ਵਾਪਸ ਪੁਰਾਣੀ ਅਵਸਥਾ ਵੱਲ ਨਹੀਂ ਲਿਜਾ ਸਕਦਾ। ਜਿਹੜਾ ਵੀ ਜੀ ਜੰਤ, ਅੰਦਰਲਾ ਜੀ ਜੰਤ ਸੇਵਨਾ ਸ਼ੁਰੂ ਕਰ ਦਿੰਦਾ ਹੈ, ਭਾਵ ਜਿਹੜਾ ਵੀ ਅੰਦਰਲਾ ਜੀ ਸਤਿਗੁਰੂ ਦੀ ਮੱਤ ਲੈਣਾ ਸ਼ੁਰੂ ਕਰ ਦਿੰਦਾ, ਉਹਦੀ ਵੀ ਸਹਿਜ ਲਿਵ ਲੱਗਦੀ ਹੈ, ਭਾਵ ਕਿ ਉਸ ਨੂੰ ਵੀ ਕੋਈ ਪੁਰਾਣੀ ਅਵਸਥਾ ਵੱਲ ਨਹੀਂ ਲਿਜਾ ਸਕਦਾ। ਪੁਰਾਣੇ ਵਿਚਾਰਾਂ ਵੱਲ ਜੋ ਪੁਰਾਣੇ ਸਾਡੇ ਅੰਦਰਲੇ ਜੀ ਜੰਤ ਕਰਦੀ, ਉੱਥੇ ਕੋਈ ਵਾਪਸ ਨਹੀਂ ਉਹਨੂੰ ਲਿਜਾ ਸਕਦਾ। ਕਿਉਂ ਕਹਿੰਦੇ ਹੁਣ ਸੱਚੋ ਸੱਚ ਕਮਾਵੇ ਸਾਧੀ, ਇਹ ਸਾਰੇ ਹੁਣ ਸਦਾ ਸੱਚ ਕਮਾਉਣ ਲੱਗ ਜਾਂਦੇ ਨੇ। ਪਹਿਲਾਂ ਕੀ ਕਮਾਉਂਦੇ ਸੀ? ਆਪਣੀ ਮਰਜ਼ੀ ਨਾਲ ਚੱਲਦੇ ਸਨ। ਪਹਿਲਾਂ ਅੰਦਰਲਾ ਹਾਥੀ ਕਾਮ ਦੇ ਖਿਆਲਾਂ ਵਿੱਚ ਦੌੜ ਪੈਂਦਾ ਸੀ। ਪਹਿਲਾਂ ਇੱਲ ਸੀ ਜਿਹੜੀ, ਜਿੱਥੇ ਡਿੱਠਾ ਮ੍ਰਿਤਕੋ ਇੱਲ ਬੈਠੀ ਆਏ, ਜਿੱਥੇ ਕੋਈ ਮ੍ਰਿਤਕ ਵਾਲੇ ਮੰਦੇ ਭੈੜੇ ਖਿਆਲ ਗੰਦ ਦਿਖਦਾ ਸੀ, ਇੱਲ ਆ ਕੇ ਉੱਥੇ ਬਹਿ ਜਾਂਦੀ ਸੀ। ਗੁਰਬਾਣੀ ਦੀ ਤੁਕ ਹੈ, ਜਿੱਥੇ ਡਿੱਠਾ ਮ੍ਰਿਤਕੋ ਇੱਲ ਬੈਠੀ ਆਏ। ਸਾਡੇ ਅੰਦਰ ਦੀ ਜਿਹੜੀ ਇੱਲ ਸੀ ਨਾ, ਉਹ ਜਿੱਥੇ ਮ੍ਰਿਤਕ ਦਿਖਦਾ ਸੀ, ਮ੍ਰਿਤਕ ਕੋ ਗੁਰੂ ਸਾਹਿਬ ਕਹਿੰਦੇ ਜੀਵਾਲਣਾ, ਜਿਹੜਾ ਮਰਿਆ ਉੱਥੇ ਜਾ ਕੇ ਬਹਿੰਦੀ ਹੈ ਮ੍ਰਿਤਕ। ਉਹ ਇੱਲ ਜਿੰਦੇ ਨਹੀਂ, ਮਰੇ ਹੋਏ ਤੇ ਜਾ ਕੇ ਬਹਿੰਦੀ ਹੈ। ਤੇ ਜਿਹੜਾ ਸਾਡਾ ਕੀ ਕਹਿੰਦੇ ਆ ਸੱਪ ਵਾਲਾ ਸੁਭਾਅ ਹੈ, ਸੱਪ ਵਾਲਾ ਸੁਭਾਅ ਇਹ ਹੈ ਕਿ ਸੱਪ ਨੂੰ ਸਾਨੂੰ ਐਵੇਂ ਦਿਖਾਇਆ ਗਿਆ ਕਿ ਸੱਪ ਨਾ ਪੈਸੇ ਦੇ ਉੱਤੇ ਫਣੀ ਆਪਣੀ ਕੀ ਕਹਿੰਦੇ ਹਮੇਸ਼ਾ ਮਨੀ ਦੇ ਨਾਲ ਫੰਡ ਫਲਾ ਕੇ, ਭਾਵ ਕੰਜੂਸ ਅਵਸਥਾ ਨੂੰ ਸਾਡੇ ਨੂੰ ਸੱਪ ਬੋਲਿਆ ਜਾਂਦਾ। ਸਾਡੇ ਅੰਦਰ ਜਦੋਂ ਜ਼ਹਿਰ ਭਰੀ ਰਹਿੰਦੀ ਹੈ ਹਮੇਸ਼ਾ, ਉਹ ਅਵਸਥਾ ਸੱਪ ਵਾਲੀ ਅਵਸਥਾ ਹੈ। ਉਹ ਸਾਰੇ ਹੁਣ ਸੱਚੋ ਸੱਚ ਕਮਾਵੇ ਸਾਧੀ ਕਰਨ ਲੱਗ ਜਾਂਦੇ ਨੇ। ਅੱਛਾ, ਹੁੰਦਾ ਕੀ ਹੈ? ਸੱਚੇ ਮੇਲ ਕੇ ਮਿਲਾਉਂਦਾ ਹੈ। ਮੇਲਿਆ ਕੌਣ? ਪਹਿਲਾਂ ਸਾਡਾ ਮਨ। ਸਭ ਤੋਂ ਪਹਿਲਾਂ ਸਾਡੇ ਮਨ ਨੇ ਸਤਿਗੁਰੂ ਦੇ ਸ਼ਬਦਾਂ ਦੇ ਨਾਲ ਆਪਣਾ ਮਿਲ ਕੀਤਾ, ਤਾਂ ਇਹਨਾਂ ਦਾ ਮਿਲਾਪ ਹੁੰਦਾ ਉਹਦੇ ਨਾਲ, ਸੱਚ ਦੇ ਨਾਲ। ਮਨ ਇਹ ਨਹੀਂ ਕਹਿੰਦਾ ਵੀ ਮੈਂ ਸੱਚ ਬਣ, ਮਨ ਕਹਿੰਦਾ ਮੈਂ ਸੱਚ ਨਾਲ ਮੇਲ ਕਰ ਲਿਆ।
ਮਨ ਇਹ ਨਹੀਂ ਕਹਿੰਦਾ ਮੈਂ ਪਾਰ ਬ੍ਰਹਮਾ, ਕਹਿੰਦਾ ਨਹੀਂ ਮੇਰੇ ਵਿੱਚ ਪਾਰ ਬ੍ਰਹਮ ਵਸ। ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ, ਕਹਿੰਦੇ ਨੇ ਜਿਸ ਕੈ ਮਨ ਪਾਰ ਬ੍ਰਹਮ ਕਾ ਨੇ। ਸਤਿਗੁਰੂ ਜੀ ਇਹ ਨਹੀਂ ਕਹਿੰਦੇ ਮਨ ਪਾਰ ਬ੍ਰਹਮ, ਪਰ ਇਹ ਜ਼ਰੂਰ ਕਹਿੰਦੇ ਵੀ ਮਨ ਨੇ ਪਾਰ ਬ੍ਰਹਮ ਨੂੰ ਵਸਾ ਲਿਆ। ਜਿਸ ਕੈ ਮਨ ਵਿੱਚ ਪਾਰ ਬ੍ਰਹਮ, ਆ ਦੇਖੋ, ਜਿਸ ਕੈ ਮਨ ਪਾਰ ਬ੍ਰਹਮ ਕਾ ਨੇ, ਮਨ ਵਿੱਚ। ਮਨ ਪਾਰ ਬ੍ਰਹਮ ਨਹੀਂ ਗੁਰਬਾਣੀ ਆਖਦੀ, ਪਰ ਇਹ ਜ਼ਰੂਰ ਕਹਿੰਦੀ ਹੈ ਕਿ ਮਨ ਵਿੱਚ ਪਾਰ ਬ੍ਰਹਮ ਦਾ ਨਿਵਾਸ ਹੁੰਦਾ ਹੈ, ਹੋ ਸਕਦਾ ਹੈ। ਕਦੋਂ? ਜਦੋਂ ਮਨ ਸਤ ਨੂੰ ਪਸੰਦ ਕਰਦਾ ਹੈ, ਜਿਸ ਨੂੰ ਕਹਿੰਦੇ ਨੇ ਮਨ ਸਤ ਭਾਏ। ਦੇਖੋ ਜਦੋਂ ਮਨ ਨੇ ਸਤ ਨੂੰ ਪਾਇਆ ਤੇ ਮਨ ਨੂੰ ਸਤਿਗੁਰੂ ਦੀ ਵਿਚਾਰ ਮਿਲ ਗਈ। ਹੁਣ ਇੱਥੇ ਦੇਖੋ ਸਹਿਜ ਭਾਏ। ਹੁਣ ਜਿਹੜੇ ਜਿਹੜੇ ਜੀ ਜੰਤ ਨੇ ਸਤ ਨੂੰ, ਸਹਿਜ ਨੂੰ, ਸੱਚ ਨੂੰ ਪਸੰਦ ਕੀਤਾ, ਉਹਨਾਂ ਨੂੰ ਉੱਥੇ ਉਹਨਾਂ ਦੀ ਵੀ ਲਿਵ ਲੱਗ ਗਈ। ਮਨ ਨੇ ਸਤ ਨੂੰ ਪਾਇਆ, ਮਨ ਸਤ ਪਾਏ ਭਗਤ ਗੋਬਿੰਦਾ, ਉਹਦੀ ਉਹ ਸਹਿਜ ਭਗਤੀ ਉਹ ਕਰਨ ਲੱਗ ਗਿਆ ਗੋਬਿੰਦ ਦੀ। ਜਿਹੜਾ ਜਿਹੜਾ ਜੀ ਜੰਤ ਨੇ ਵੀ ਉਹ ਕੀ ਕਹਿੰਦੇ ਸਤ ਨੂੰ ਪਾਇਆ, ਸੱਚ ਨੂੰ ਪਸੰਦ ਕੀਤਾ, ਉਹਨਾਂ ਦੀ ਵੀ ਸਹਿਜ ਪਾਏ ਸੱਚੀ ਲਿਵ ਲੱਗ ਗਈ। ਲਾਅ ਦੋਨੋਂ ਸੇਮ ਫੋਲੋ ਕਰ ਰਹੇ ਨੇ। ਇਹ ਸਤਿਗੁਰੂ ਜੀ ਕਰਵਾ ਰਹੇ ਨੇ। ਬੜੀ ਸੋਹਣੀ ਸਾਡੀ ਅਵਸਥਾ ਹੈ। ਸਾਨੂੰ ਨਾ ਇੱਕਦਮ ਉੱਚੇ ਚੱਕ ਕੇ ਸਤਿਗੁਰੂ ਜਿਸ ਨੂੰ ਕਹਿੰਦੇ ਨੇ ਨਾ ਮੱਤ ਉੱਚੀ, ਸਾਡੀ ਬਹੁਤ ਉੱਚੇ ਸਾਨੂੰ ਲੈ ਕੇ ਜਾ ਰਹੇ ਨੇ ਸਤਿਗੁਰੂ ਜੀ। ਇਸ ਨੂੰ ਕਹਿੰਦੇ ਉੱਚੇ ਉੱਪਰ ਉੱਚਾ ਨਾਉ, ਉਸ ਅਵਸਥਾ ਤੱਕ ਸਾਨੂੰ ਲੈ, ਤਾਂ ਕਿ ਜਿਹੜੀ ਗੱਲ ਹਰਵਿੰਦਰ ਵੀਰ ਜੀ ਨੇ ਕੀਤੀ ਬੜੀ ਪਿਆਰੀ, ਵੀ ਉੱਪਰ ਸੱਚ ਆਚਾਰ ਤੱਕ ਲੈ ਕੇ। ਇਹ ਆਚਾਰ ਵਾਲੀ ਗੱਲ ਕਹਿ ਰਹੇ। ਜਦੋਂ ਹੁਣ ਸਾਡੇ ਆਚਾਰ, ਸਾਡੇ ਅੰਦਰਲੇ ਜੀ ਜੰਤ ਠੀਕ ਹੋਣਗੇ ਨਾ, ਉਹਦੇ ਨਾਲ ਸਾਡਾ ਆਚਾਰ ਉੱਚਾ ਹੁੰਦਾ ਹੈ। ਪਹਿਲਾਂ ਕਹਿੰਦੇ ਨੇ ਸੱਚੋ ਓਰੈ ਸਭ ਕੁਝ। ਜਦੋਂ ਸਾਰੇ ਜੀ ਜੰਤ ਸੱਚ ਦੀ ਓੜ ਨਹੀਂ ਓੜਦੇ ਨਾ, ਤਾਂ ਇਹਨਾਂ ਦਾ ਸੱਚ ਆਚਾਰ ਹੁੰਦਾ ਹੈ। ਇਹ ਹੈ ਸਤਿਗੁਰੂ ਜੀ ਉੱਪਰ ਸਾਡਾ ਆਚਰਣ, ਉੱਚਾ ਆਚਰਣ ਬਣਾਉਣ ਦੀ ਸਤਿਗੁਰੂ ਜੀ ਇਸ ਬੰਦ ਵਿੱਚ ਸਾਨੂੰ ਸਿੱਖਿਆ ਦੇ ਰਹੇ ਹਨ। ਹਾਂਜੀ, ਧੰਨਵਾਦ ਵੀਰ ਜੀ। ਆਪ ਜੀ ਨੇ ਅੰਦਰ ਦੀ ਮਨ ਦੇ ਵਿੱਚ ਕਿਸ ਤਰ੍ਹਾਂ ਬਦਲਾਅ ਆਉਂਦਾ ਗੁਰੂ ਦੇ ਸ਼ਬਦਾਂ ਨਾਲ ਜੁੜਿਆ, ਬੜੀ ਖੂਬਸੂਰਤੀ ਨਾਲ ਬਿਆਨ ਕੀਤਾ। ਜਿਸ ਨੂੰ ਸੱਚਾ ਦੇ ਸੋ ਪਾਏ, ਅੰਤਰ ਸਾਚ ਭਰਮ ਚੁਕਾਏ। ਸੱਚ ਸੱਚੇ ਕਾ ਆਪੇ ਆਤਾ, ਜਿਸ ਦੇਵੈ ਸੋ ਸੱਚ ਪਾਇੰਦਾ। ਜਿਸ ਨੂੰ ਸੱਚਾ ਦੇ ਸੋ ਪਾਏ। ਸਭ ਕੁਝ ਉਸਦੇ ਹੁਕਮ ਵਿੱਚ ਵਰਤ ਰਿਹਾ, ਉਸਦੇ ਹੁਕਮ ਵਿੱਚ ਤੁਰਿਆ ਹੀ ਜਿਸ ਨੂੰ ਸੱਚਾ ਦੇ ਸੋ ਪਾਏ, ਉਸਦੇ ਨਾਲ ਮਿਲਾਪ ਹੁੰਦਾ ਹੈ। ਸਭ ਕੁਝ ਪਰਮਾਤਮਾ ਦੇ ਬਣਾਏ ਹੁਕਮ ਵਿੱਚ ਵਰਤ ਰਿਹਾ, ਜਿਸ ਨੂੰ ਸੱਚਾ ਦੇ ਸੋ ਪਾਏ। ਅੰਤਰ ਸਾਚ ਭਰਮ ਚੁਕਾਏ। ਔਰ ਜਿਸਦੇ ਜੋ ਉਸ ਸੱਚੇ ਦੇ ਹੁਕਮ ਹੀ ਤੁਰਨ ਲੱਗ ਪੈਂਦਾ, ਉਸਦੇ ਅੰਦਰ ਸੱਚ ਵਸ ਜਾਂਦਾ। ਅੰਤਰ ਸੱਚ ਭਰਮ ਚੁਕਾਏ। ਉਹਦੇ ਭਰਮ, ਉਸਦੀ ਭਟਕਣਾ ਮੁੱਕ ਜਾਂਦੀ ਹੈ। ਭਰਮ ਚੁਕਾਏ, ਭਰਮ ਤੋਂ ਪਾਓ ਭੁਲੇਖਾ ਵੀ ਹੈ, ਭਰਮ ਤੋਂ ਪਾਓ ਭਟਕਣਾ ਵੀ ਹੈ। ਇੱਥੇ ਭਰਮ ਔਕੜ ਦੇ ਨਾਲ ਆਇਆ ਤੇ ਭਟਕਣਾ ਮੁੱਕ ਗਈ ਉਸਦੀ। ਭਟਕਣਾ ਪਰ ਹੈ ਕਿਉਂ? ਭਰਮਾਂ ਦੀ ਵਜ੍ਹਾ ਕਰਕੇ ਭਟਕਣਾ। ਜਿਹੋ ਜਿਹਾ ਸੱਚ ਹੈ ਉਹ ਜੋ ਸਾਨੂੰ ਸਮਝ ਵਿੱਚ ਆ ਨਹੀਂ ਰਿਹਾ, ਭਟਕਣਾ ਵਿੱਚ ਆ, ਕਿਉਂਕਿ ਭਰਮ ਹੋ ਗਿਆ, ਭੁਲੇਖੇ ਵਿੱਚ ਆ, ਇਸ ਲਈ ਅਸੀਂ ਭਟਕ ਰਹੇ ਹਾਂ। ਬਿਨ ਸ਼ਬਦੈ ਭਰਮਾਈਏ, ਦੁਬਿਧਾ ਡੋਬੇ ਪੂਰ। ਬਿਨ ਸ਼ਬਦੈ ਭਰਮਾਈਏ, ਦੁਬਿਧਾ ਡੋਬੇ ਪੂਰ। ਪੂਰ ਦੇ ਪੂਰ ਪਾਓ ਕਾਫਿਲੇ ਦੇ ਕਾਫਿਲੇ ਡੋਬ ਦਿੰਦੀ ਹੈ, ਜਦੋਂ ਤੱਕ ਮਨ ਵਿੱਚ ਦੁਬਿਧਾ ਰਹਿੰਦੀ ਹੈ। ਔਰ ਜਦੋਂ ਤੱਕ ਸ਼ਬਦ ਨਾਲ ਨਹੀਂ ਭਟਕਦੇ ਰਹਿੰਦੇ ਆ। ਰਾਮ ਨਾਮ ਰੰਗ ਰਤਿਆ, ਭਾਰ ਨਾ ਭਰਮ ਤਿਨਾ। ਉੱਥੇ ਭਾਰ, ਭਰਮ ਨੂੰ ਭਾਰ ਕਹਿ ਰਹੇ ਨੇ। ਭਾਰ ਨਾ ਭਰਮ ਤਿਨਾ, ਕਿਨਾਂ ਨੂੰ ਭਰਮ ਦਾ ਭਾਰ ਨਹੀਂ ਹੈ। ਭਰਮ ਵੀ ਭਾਰਾ ਹੈ, ਮਨ ਦੇ ਉੱਤੇ ਬੋਝ ਹੈ। ਅਸੀਂ ਦੇਖੋ ਬਾਰ-ਬਾਰ ਮਨ ਦੀ ਗੱਲ ਹੋ ਰਹੀ ਹੈ, ਬਾਰ-ਬਾਰ ਜ਼ਿਕਰ ਹੋ ਰਿਹਾ, ਮਨ ਦਾ ਜ਼ਿਕਰ ਹੋ ਰਿਹਾ। ਜਿਹੋ ਜਿਹਾ ਸਾਡਾ ਮਨ ਹੁੰਦਾ ਨਾ, ਉਹੋ ਜਿਹਾ ਬਾਹਰ ਸਾਡਾ ਸੰਸਾਰ ਸਾਨੂੰ ਨਜ਼ਰ ਆਉਂਦਾ। ਜਿਹੋ ਜਿਹਾ ਸਾਡਾ ਮਨ ਹੁੰਦਾ, ਉਹੋ ਜਿਹਾ ਸਾਡੇ ਮਨ ਦੇ ਵਿੱਚ ਡਰ ਬੈਠਾ ਹੈ, ਅਸੀਂ ਸੰਸਾਰ ਨੂੰ, ਰੱਸੀ ਨੂੰ ਹੀ ਸਭ ਸਮਝੀ ਜਾਵਾਂਗੇ। ਸਾਡੇ ਮਨ ਵਿੱਚ ਭੂਤ ਪ੍ਰੇਤ ਬੈਠੇ ਹਨ, ਪਤੇ ਦੇ ਵਿੱਚ ਵੀ ਅਸੀਂ ਡਰ ਜਾਵਾਂਗੇ, ਸ਼ਾਇਦ ਕਿਧਰੇ ਭੂਤ ਤੇ ਨਹੀਂ ਆ ਗਿਆ। ਭੁਲੇਖੇ ਮਨ ਵਿੱਚ ਪੈ ਜਾਣਗੇ। ਸਾਡੇ ਮਨ ਦੇ ਵਿੱਚ ਜਿਹੋ ਜਿਹੇ ਸਾਡੇ ਭਰਮ ਹਨ, ਬਿਲਕੁਲ ਉਸੇ ਮੁਤਾਬਿਕ ਅਸੀਂ, ਉਸੇ ਨਿਗਾਹਾਂ ਦੇ ਨਾਲ ਅਸੀਂ ਸੰਸਾਰ ਨੂੰ ਤੱਕਾਂਗੇ, ਉਸੇ ਕੰਨਾਂ ਦੇ ਨਾਲ ਅਸੀਂ ਸੰਸਾਰ ਨੂੰ ਸੁਣਾਂਗੇ,
ਉਹ ਜਿਹੀ ਅਸੀਂ ਬੋਲਦੇ ਰਵਾਂਗੇ। ਤੇ ਜਦੋਂ ਤੱਕ ਇਹ ਭਰਮ ਦਾ ਭਾਰ ਮਨ ਦੇ ਉੱਤੇ ਹੈ, ਤਦ ਤੱਕ ਅਸੀਂ ਵਿਕਾਰਾਂ ਵਿੱਚ ਡੁੱਬੇ ਰਵਾਂਗੇ। ਇੰਝ ਸਮਝਦੇ ਰਹੀਏ ਅਵਗੁਣਾਂ ਦੇ ਵਿੱਚ ਸਾਡਾ ਜੀਵਨ ਗਰਕ ਹੁੰਦਾ ਰਹੇਗਾ। ਜਦੋਂ ਤੱਕ ਗੁਰੂ ਦੇ ਸ਼ਬਦ ਦੇ ਬਿਨ ਸ਼ਬਦ ਦੇ ਭਰਮਾਈਏ, ਜਦੋਂ ਤੱਕ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਬਣੇਗੀ, ਭਰਮਾਈਏ ਭਟਕਦੇ ਰਵਾਂਗੇ। ਗੁਰੂ ਸਾਹਿਬ ਇੱਥੇ ਵੀ ਸਮਝਾਣਾ ਕਰਨੇ, ਜਿਸ ਤੋਂ ਸੱਚਾ ਦੇਹ ਸੋ ਪਾਏ, ਅੰਤਰ ਸਾਚ ਭਰਮ ਚੁੱਕਾ ਹੈ। ਕਹਿੰਦੇ ਉਹਦੀ ਭਟਕਣਾ ਹੋ ਗਈ, ਕਿਉਂਕਿ ਮਨ ਦੇ ਵਿੱਚੋਂ ਜਿੰਨੇ ਵੀ ਭਰਮ ਸੀ ਉਹ ਦੂਰ ਹੋ ਗਏ। ਸੱਚ ਸੱਚੇ ਕਾ ਆਪੇ ਦਾਤਾ, ਸੱਚ ਸੱਚੇ ਕਾ ਆਪੇ ਦਾਤਾ। ਸੱਚ ਦਾ ਦਾਤਾ ਜਿਹੜਾ ਹੈ ਉਹ ਸਤਿਗੁਰੂ ਜੀ ਆਪ ਹੀ ਹਨ। ਸੱਚ ਪਾਓ, ਸਤਿਪੁਰਖ ਲੈ ਲਈਏ, ਸਤਿਗੁਰ ਲੈ ਲਈਏ। ਸੱਚੇ ਕਾ ਆਪੇ ਦਾਤਾ, ਆਪ ਹੀ ਦਾਤਾ ਹੈ। ਜਿਸ ਦੇਵੇ ਸੋ ਸੱਚ ਦਾ, ਜਿਸ ਦੇਵੇ। ਜੇ ਅਸੀਂ ਇਹਦੇ ਅਰਥ ਇੰਝ ਸਮਝਾਂਗੇ ਕਿ ਕਿਸੇ ਨੂੰ ਦਿੰਦਾ ਕਿਸੇ ਨੂੰ ਨਹੀਂ ਦਿੰਦਾ, ਤੇ ਅਸੀਂ ਕਿਤੇ ਨਾ ਕਿਤੇ ਭੁਲੇਖੇ ਵਿੱਚ ਪੈ ਜਾਵਾਂਗੇ। ਦੇ ਤੇ ਸਤਿਗੁਰੂ ਜੀ ਸਾਰਿਆਂ ਨੂੰ ਦੇ ਰਹੇ ਹਨ, ਅਸੀਂ ਨਹੀਂ ਲੈ ਪਾਏ। ਜਿਸ ਦੇਵੇ ਸੋ ਸੱਚ ਪਾਇੰਦਾ ਤੋਂ ਪਾਵੇ। ਜੋ ਸੱਚ ਦੇ ਹੁਕਮ ਤੇ ਟੁਰਨਾ ਕਰਦਾ ਹੈ ਉਹ ਪ੍ਰਾਪਤ ਕਰ ਲੈਂਦਾ ਹੈ, ਤੇ ਔਰ ਜਿਸ ਨੂੰ ਪ੍ਰਾਪਤ ਹੋ ਜਾਏ ਉਹ ਜੀਵਨ ਜਿਹੜਾ ਹੈ ਪਰਤ ਜਾਂਦਾ ਹੈ। ਉਹਦਾ ਜੀਵਨ ਵਹਿਮਾਂ ਭਰਮਾਂ ਭੁਲੇਖਿਆਂ ਤੋਂ ਉਪਰਾਮ ਉੱਠ ਜਾਂਦਾ ਹੈ। ਉਹਦੇ ਜੀਵਨ ਚੋਂ ਭਟਕਣਾਵਾਂ ਦੂਰ ਹੋ ਜਾਂਦੀਆਂ ਤੇ ਉਹ ਸੱਚ ਵਾਲੀ ਰਾਹ ਤੇ ਟੁਰਨ ਪੈਂਦਾ ਹੈ। ਜੀ ਹਰਵਿੰਦਰ ਵੀਰ ਜੀ। ਅਸੀਂ ਦੇਖੋ ਲੜੀਵਾਰ ਇੱਕ ਕਨਸੈਪਟ ਜਿਕਨ ਅਸੀਂ ਕਹਿੰਦੇ ਵੀ ਚੱਲਦੇ ਆਂ, ਸਤਿਗੁਰ ਦੀ ਗੱਲ ਪਈ ਚੱਲਦੀ ਪਈ ਇੱਥੇ, ਤੁਹਾਡੀ ਗੱਲ ਚੱਲਦੀ ਪਈ ਨਾ ਵੀ ਸਤਿਗੁਰ ਸੇਵੈ ਸਹਿਜ ਆਨੰਦਾ, ਵੀ ਜਿਹਨੂੰ ਜੋ ਸਤਿਗੁਰੂ ਸੇਵਾ ਕਰਾਂਗੇ ਫਿਰ ਸਤਿਗੁਰ ਦੇ ਵਿਛੜੇ ਤਿੰਨੀ ਦੁੱਖ ਪਾਇਆ, ਸਤਿਗੁਰ ਸੇਵੈ ਸੇ ਵਡਭਾਗੀ। ਹੁਣ ਅਗਲੀ ਗੱਲ ਜਿਹੜੀ ਗੁਰੂ ਜਿਹੜਾ ਸਾਨੂੰ ਦਿੰਦਾ ਪਿਆ ਨਾ, ਉਧਰ ਵੀ ਕਿਤੇ ਕਨੈਕਸ਼ਨ ਸਤਿਗੁਰ ਦੇ ਨਾਲ ਹੀ ਹੈ। ਜਿਸ ਨੂੰ ਸੱਚਾ ਦੇ, ਇਹ ਗੁਰੂ ਦੇ ਨਾਲ ਮਿਲਾਪ, ਇਹ ਗੁਰੂ ਦੀ ਜੀਵਨ ਵਿੱਚ ਸਾਂਝ, ਇਹ ਉਸ ਰੱਬ ਦੀ ਸਭ ਤੋਂ ਸਾਡੇ ਤੇ ਵੱਡੀ ਬਖਸ਼ਿਸ਼। ਸੱਚਾ ਇੱਥੇ ਜਿਹੜਾ ਆ ਰਿਹਾ ਉਹ ਰੱਬ ਦੇ ਪ੍ਰਥਾਈ, ਜਿਸ ਨੂੰ ਸੱਚਾ ਉਹ ਪਰਮਾਤਮਾ। ਅਸੀਂ ਕਹਿੰਦੇ ਕੋਈ ਕਹੋ ਸ਼ਬਦ ਬਣਿਆ, ਕਹਿੰਦੇ ਸਤਿਗੁਰੂ ਦਾਤਾ ਮੇਲ ਮਿਲਾਵੋ, ਹਰ ਦੇਹੋ ਨਾਮ ਆਧਾਰੇ। ਮੈਨੂੰ ਉਹ ਸਤਿਗੁਰ ਦਾਤੇ ਦੇ ਨਾਲ ਮੇਰਾ ਮਿਲਾਪ ਕਰਵਾ ਦੇ, ਸਤਿਗੁਰ ਦਾਤਾ ਮੇਲ ਮਿਲਾਵੋ। ਇੱਥੇ ਕਹਿੰਦੇ ਨੇ ਮਿਲਦਾ ਕਿਵੇਂ? ਕਹਿੰਦੇ ਜਿਸ ਨੂੰ ਰੱਬ, ਜਿਹਦੇ ਉੱਤੇ ਰੱਬ ਦੀ ਸਭ ਤੋਂ ਵੱਡੀ ਬਖਸ਼ਿਸ਼ ਹੀ ਹੈ ਵੀ ਤੁਹਾਨੂੰ ਜ਼ਿੰਦਗੀ ਜੇ ਕਾਮਯਾਬ ਹੋਣਾ ਹੈ। ਅਸੀਂ ਸਮਾਜਿਕ ਦੁਨੀਆ ਵਿੱਚ ਵੀ ਦੇਖਾਂਗੇ ਨਾ, ਜਿਹਨਾਂ ਨੂੰ ਅੱਛਾ ਟੀਚਰ ਨਹੀਂ ਮਿਲਿਆ ਨਾ, ਬੰਦਾ ਸੇਮ ਹੁੰਦਾ। ਇੱਕ ਜਿਹੜਾ ਹੈ ਉਹ ਅੱਛਾ ਐਜੂਕੇਟ ਹੋ ਗਿਆ, ਉਹਦੀ ਸ਼ਾਇਦ ਪਤਾ ਨਹੀਂ ਉਦੋਂ 10,000 ਦੀ ਲੱਖਾਂ ਦੀ ਤਨਖਾਹ ਵੀ ਲੱਗ ਸਕਦੀ ਹੈ, ਤੇ ਜਿਹੜਾ ਨਹੀਂ ਐਜੂਕੇਟ ਹੋਇਆ ਉਹਨੂੰ ਸ਼ਾਇਦ ਹੋ ਸਕਦਾ ਉਹ ਸੜਕਾਂ ਦੇ, ਬਾਕੀ ਔਡ ਐਗਜ਼ਾਮਪਲਸ ਹਰ ਪਾਸੇ ਬੰਦੇ ਨੂੰ ਮਿਲ ਜਾਣਗੇ। ਤੇ ਗੁਰੂ ਜਿਹੜਾ ਕਹਿੰਦਾ ਵੀ ਜਿਸ ਨੂੰ ਸੱਚਾ ਦੇ ਸੋ ਪਾਏ, ਜਿਸ ਨੂੰ ਉਹ ਸੱਚਾ ਪਰਮਾਤਮਾ ਗੁਰੂ ਦੀ ਸਾਂਝ ਦੇ ਦਿੰਦਾ ਹੈ, ਜਿਹਦੇ ਉੱਤੇ ਮਾਲਿਕ ਖੁਸ਼ ਹੁੰਦਾ ਹੈ। ਪਹਿਲਾ ਕਦਮ ਸਾਨੂੰ ਚੁੱਕਣਾ ਪਏਗਾ, ਜਿਹੜਾ ਸੀ ਕਹਿੰਦੇ ਬੇਟਾ ਉਹ ਬੜਾ 5 ਖੰਡ ਅਸੀਂ ਕਈ ਵਾਰ ਉਹਨੂੰ ਵਿਚਾਰ ਚੁੱਕੇ ਹਾਂ, ਵਿਲ ਨਾਟ ਗੋ ਇਨਟੂ ਮੋਰ ਡੈਪਥ, ਵੀ ਉਹ ਜਿਹੜਾ ਰਾਤੀ ਰੋਟੀ 33 ਵਾਰ ਪੌਣ ਪਾਣੀ ਹੈ, ਵੀ ਜਦੋਂ ਉਹ ਕਰਮੀ ਹੋਏ ਵੀ ਜਦੋਂ ਮਨ ਨੂੰ ਇਹ ਸੋਚ ਪੈ ਜਾਵੇ, ਤੇ ਫਿਰ ਜਦੋਂ ਬੰਦਾ ਟੁਰਨਾ ਹੋ ਜਾਵੇ ਨਾ, ਫਿਰ ਉਹਨੂੰ ਗਿਆਨ ਖੰਡ ਕੀ ਹੈ? ਗੁਰੂ ਦੇ ਨਾਲ ਮਿਲਾਪ, ਸਹੀ ਜੀਵਨ ਜਾ ਚੱਲਣ ਦਾ ਸਹੀ ਰਸਤਾ ਤੈਨੂੰ ਆ ਜਾਵੇ। ਕਹਿੰਦਾ ਜਿਸ ਨੂੰ ਸੱਚਾ ਦੇ ਸੋ ਪਾਏ, ਉਹਨੂੰ ਇਹ ਵਾਲੀ ਸਾਂਝ ਮਿਲਦੀ ਹੈ। ਫਿਰ ਉਹਦੇ ਅੰਦਰ ਕੀ ਹੁੰਦਾ? ਜਦੋਂ ਗੁਰੂ ਮਿਲ ਜਾਂਦਾ ਹੈ ਨਾ, ਕਹਿੰਦਾ ਫਿਰ ਅੰਤਰ ਸਾਚ, ਫਿਰ ਉਹ ਪਰਮਾਤਮਾ, ਉਹਦੇ ਨਿਯਮ, ਉਹ ਸਾਰੇ ਜਿਹੜੇ ਨਾ ਉਹਦੇ ਉਹ ਹਮੇਸ਼ਾ ਉਹਦੇ ਅੰਤਰ, ਉਹਦੇ ਸੱਚ ਉਹਦੇ ਅੰਦਰ ਵਸ ਜਾਂਦਾ ਹੈ। ਭਰਮ ਚੁਕਾਏ, ਉਹਦੇ ਜੀਵਨ ਵਿੱਚੋਂ ਭਰਮ ਭਟਕਣਾ ਜਿਹੜੀ ਹੈ ਨਾ, ਜਿਹੜਾ ਦੇਖੋ ਸਾਰਾ ਸ਼ਬਦ ਸੀ, ਦੇਖੋ ਭਾਈ ਗਿਆਨ ਕੀ ਆਈ ਆਂਦੀ। ਗਿਆਨ ਕੌਣ ਹੈ? ਗੁਰੂ ਹੈ। ਅਸੀਂ ਕੋਈ ਸਤਿਗੁਰ ਹੈ ਗਿਆਨ, ਸਤਿਗੁਰ ਹੈ ਪੂਜਾ, ਸਤਿਗੁਰ ਸੇਵੀ ਅਵਰ ਨਾ ਦੂਜਾ। ਦੇਖੋ ਭਾਈ ਗਿਆਨ ਕੀ ਆਈ ਆਂਦੀ। ਜਦੋਂ ਗੁਰੂ ਦੇ ਗਿਆਨ ਦੀ ਆਂਦੀ ਸਾਡੇ ਜੀਵਨ ਵਿੱਚ ਆਂਦੀ ਹੈ ਨਾ, ਫਿਰ ਸਾਡੇ ਸਾਰੇ ਭਰਮਾਂ ਦੀ ਸਭੇ ਉਡਾਨੀ ਭਰਮ ਕੀ ਟਾਟੀ ਰਹੇ ਨਾ ਮਾਇਆ ਬਾਂਦੀ, ਦੁਚਿੱਤੀ ਕੀ ਦੋਏ ਥੂਨ ਗਿਰਾਨੀ, ਐ ਸਹੀ ਐ ਸਹੀ। ਜਦੋਂ ਗੁਰੂ ਆਏਗਾ, ਸਾਡੇ 'ਚ ਕੋਈ ਦਾਵਾ ਨਹੀਂ ਕਰਦਾ ਪਿਆ ਕਿ ਵੀ ਆਰ ਦੀ ਅਥਾਰਟੀ, ਅਸੀਂ ਸਾਰੇ ਸਿੱਖਣੇ ਪਏ ਹਾਂ। ਜਿਤਨਾ ਜੋ ਬੰਦਾ ਸਮਝ ਆ ਸਕਦਾ, we can only assure you that we are not criminal minded। ਅਸੀਂ ਤੁਹਾਨੂੰ ਕੋਈ ਮਿਸਗਾਈਡ ਕਰਨ ਦੇ ਹਿਸਾਬ ਨਾਲ ਇੱਥੇ ਨਹੀਂ ਕਰਦੇ ਪਏ। ਬਾਕੀ ਤੇ ਵੀ ਆਰ ਨੋ ਅਥਾਰਟੀ। ਹਰ ਬੰਦੇ ਨੂੰ ਆਪਣਾ ਜਿਹੜਾ ਨਾ ਸੋਚ ਜਿਹੜਾ ਹੈ ਉਹ ਅਧਿਕਾਰ ਹੈ ਵੀ ਹੁਣ ਹਰ ਬੰਦੇ ਨੂੰ। ਕਹਿੰਦੇ ਲੇਕਿਨ ਜਿਹਦੇ ਜੀਵਨ ਵਿੱਚ ਗਿਆਨ ਗੁਰੂ ਆ ਜਾਂਦਾ ਹੈ ਨਾ, ਕਹਿੰਦੇ ਉਹਦੇ ਜੀਵਨ ਵਿੱਚੋਂ ਭਰਮ ਨਿਕਲ ਜਾਂਦੇ ਨੇ। ਉਹਦੀ ਦੁਚਿੱਤੀ ਕੀ ਦੋਏ ਥੂਨ ਗਿਰਾਨੀ, ਮੋਹ ਬਲੇਡਾ ਟੂਟਾ।
ਤ੍ਰਿਸ਼ਨਾ ਛਾਨ ਭਰੀ ਧਾਰੀ ਉੱਪਰ ਦੁਰਮਤ ਭਾਂਡਾ ਫੂਟਾ। ਕਹਿੰਦਾ ਆਂਦੀ ਪਾਛੇ ਜੋ ਜਲ ਬਰਸੈ। ਇਹ ਗਿਆਨ ਦੀ ਆਂਦੀ ਆਣ ਤੋਂ ਬਾਅਦ, ਕਿਉਂਕਿ ਆਂਦੀ ਇਹ ਵਾਲਾ ਕੀ ਕਰਦੀ, ਅਦਰਵਾਈਜ਼ ਸੋ ਕਹਿੰਦੇ ਨੇ ਵੀ ਸੋ ਸਤਿਗੁਰ ਧੰਨ ਧੰਨ ਜਿਨ ਭਰਮ ਗੜ ਤੋੜਿਆ। ਭਰਮਾਂ ਦੀ ਦੀਵਾਰ ਬਹੁਤ ਪੱਕੀ ਹੁੰਦੀ ਹੈ। ਗੜ ਕਿਉਂ ਕਹਿ ਰਹੇ ਨੇ ਭਰਮਾਂ ਨੂੰ, ਗੜ ਕਿਉਂ ਕਹਿ ਰਹੇ ਨੇ, ਕਿਲਾ ਕਿਉਂ ਕਹਿ ਰਹੇ ਨੇ? ਕਿਲੇ ਦੀਆਂ ਦੀਵਾਰਾਂ 10-10 ਫੁੱਟ ਚੌੜੀਆਂ ਹੁੰਦੀਆਂ ਨੇ। ਉਹ ਭਰਮਾਂ ਤੋਂ ਬਾਹਰ ਨਿਕਲਣਾ ਸੌਖਾ ਨਹੀਂ ਹੈ। ਅਸੀਂ ਆਪਣੇ ਨਵੇਂ ਭਰਮ ਪਾਲ ਲਿੱਤੇ, ਪੁਰਾਣੇ ਜੇ ਕੁਝ ਸਪਸ਼ਟ ਤੌਰ ਤੇ ਹੋ ਗਏ। ਅਸੀਂ ਜੇ ਮੂਰਤੀਆਂ ਨਹੀਂ ਰੱਖਦੇ ਪਏ, ਫੋਟੋਆਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ। ਅਸੀਂ ਜਿਹੜਾ ਨਾ ਵੀ ਉਹ ਵੱਖ-ਵੱਖ ਤਰੀਕੇ ਦੇ ਨਾਲ ਅਸੀਂ ਉਹਨੂੰ ਪੰਡਤ ਨੂੰ ਨਹੀਂ ਬੁਲਾ ਰਹੇ ਤੇ ਉਹ ਗਿਆਨੀ ਜੀ ਨੂੰ ਘਰ ਬੁਲਾ ਕੇ ਸ਼ਰਾਧਾਂ ਦੇ ਟਾਈਮ ਤੇ ਰੋਟੀ ਖਵਾਉਣੇ ਪਏ ਆ। ਕਿਸੇ ਨਾ ਕਿਸੇ ਜਗ੍ਹਾ ਤੇ ਅਸੀਂ ਉੱਥੇ ਹੀ ਖਲੋਤੇ ਹੋਏ, ਮਾਈਂਡ ਸੈਟ ਸਾਡਾ ਬਦਲੀ ਨਹੀਂ ਹੋਇਆ। ਉਹ ਕਹਿੰਦੇ ਗੁਰੂ ਦੇ ਕਹਿੰਦੇ ਦੇਹੀ ਜਾਤ ਨਾ ਅੱਗੇ ਜਾਏ, ਵੀ ਉਹ ਇੱਥੇ ਜੋ ਕਰੇਗਾ ਉਹ ਅੱਗੇ ਤੈਨੂੰ ਮਿਲਣ ਵਾਲਾ ਹੈ, ਇੱਥੇ ਕੋਈ ਉਹ ਖੇਡ ਨਹੀਂ ਹੈ। ਲੇਕਿਨ ਜਿਸ ਦੇ ਜੀਵਨ ਵਿੱਚ ਗਿਆਨ ਦੀ ਆਂਦੀ ਆ ਜਾਂਦੀ, ਕਹਿੰਦੇ ਜਿਸ ਨੂੰ ਸੱਚਾ ਦੇ ਸੋ ਪਾਏ, ਜਿਸਦਾ ਰੱਬ ਜਿਹਦਾ ਗੁਰੂ ਦੇ ਨਾਲ ਮਿਲਾਪ ਕਰਵਾ ਦਿੰਦਾ ਹੈ ਨਾ, ਉਹਦੇ ਅੰਦਰੋਂ ਫਿਰ ਕਹਿੰਦਾ ਅੰਤਰ ਸਾਚ, ਉਹਦੇ ਹਿਰਦੇ ਵਿੱਚ ਇਹ ਸੱਚ, ਸੱਚੇ ਸਿਧਾਂਤ, ਸੱਚਾ ਗਿਆਨ ਇਹ ਟਿਕ ਜਾਂਦਾ ਹੈ। ਭਰਮ ਚੁਕਾਏ। ਉਹ ਅੱਛਾ ਮੈਂ ਨੰਗੇ ਪੈਰੀ ਜਾਵਾਂ ਜਾਂ ਮੈਂ ਉਹ ਪਗੋ ਪਤਾਨਾ ਆਪਣਾ ਅਲਮਲ ਖਾਈ ਸਿਰ ਛਾਈ ਪਾਈ, ਕਹਿੰਦੇ ਗੁਰੂ ਮੂਰਖ ਅੰਧੇ ਪਤ ਗਵਾਈ। ਅੱਛਾ ਮੈਂ ਇੱਕ ਅੰਨ ਨਾ ਖਾਏ ਮੂਰਖ, ਵੀ ਉਹ ਕਹਿੰਦੇ ਵੀ ਕੰਨ ਨਾ ਹੀ ਸੋ ਗਾਹਣ ਲੱਗੇ। ਲੇਕਿਨ ਗੁਰੂ ਜਿਨ੍ਹਾਂ ਨੂੰ ਮਿਲ ਜਾਂਦਾ ਉਹਨਾਂ ਦੇ ਜੀਵਨ ਵਿੱਚ ਉਹ ਭਰਮ ਭਟਕਣਾ ਜਿਹੜੀ ਨਾ ਅੰਤਰ ਸਾਚ ਭਰਮ ਚੁਕਾਏ। ਸੱਚ ਸੱਚੇ ਕਾ ਆਪੇ ਦਾਤਾ। ਸੱਚ ਜਿਹੜਾ ਪਹਿਲਾ ਸੱਚ ਆ ਰਿਹਾ ਹੈ ਉਹ ਪਰਮਾਤਮਾ ਦੇ ਪ੍ਰਥਾਈ। ਸੱਚਾ ਕਾ ਆਪੇ ਦਾਤਾ, ਨਾਮ ਦੀ ਦਾਤ ਉਹ ਕੇਵਲ ਸੱਚਾ ਪਰਮਾਤਮਾ ਜਿਹੜਾ ਹੈ, ਸੱਚ ਸਰੂਪ ਪਰਮਾਤਮਾ ਹੈ, ਉਹ ਸੱਚ ਸਰੂਪ ਨਾਮ ਦੀ ਦਾਤ ਸਾਨੂੰ ਦਿੰਦਾ ਹੈ। ਸੱਚ ਤੇ ਨਾਮ ਦੀ ਦਾਤ ਕਿੱਥੋਂ ਮਿਲਦੀ ਹੈ? ਉਹ ਸੱਚੇ ਨਾਮ ਦੀ ਦਾਤ ਸੱਚੇ ਪਰਮਾਤਮਾ ਕੋਲੋਂ ਮਿਲਦੀ, ਸਦੀਵ ਰਹਿਣ ਵਾਲੇ ਪਰਮਾਤਮਾ ਕੋਲੋਂ। ਸੱਚ ਸੱਚੇ ਕਾ ਆਪੇ ਦਾਤਾ, ਕਹਿੰਦਾ ਜਿਸ ਨੂੰ ਦੇ ਸੋ ਸੱਚ ਪਾਏਂਦਾ। ਜਿਸ ਨੂੰ ਉਹ ਇਹ ਗੁਰੂ ਦੇ ਨਾਲ ਮਿਲਾਪ ਕਰਵਾ ਦਿੰਦਾ ਹੈ ਨਾ, ਉਹ ਫਿਰ ਸੱਚ ਸੱਚਾ ਨਾਮ ਜਿਹੜਾ ਹੈ ਨਾ ਉਹਦੇ ਹਿਰਦੇ ਵਿੱਚ ਆ ਕੇ ਟਿਕ ਜਾਂਦਾ। ਇੱਥੇ ਵੀ ਜਦੋਂ ਅਸੀਂ ਦੇਖਾਂਗੇ ਇਹ ਸ਼ਬਦ ਦੀ ਬੰਤਰ ਵੀ ਦੇਖਾਂਗੇ, ਜਦੋਂ ਕਹਿੰਦੇ ਜਿਸ ਨੂੰ ਸੱਚਾ, ਇਹ ਸਾਰੀ ਜਿਹੜੀ ਗੱਲ ਚੱਲਦੀ ਪਈ ਨਾ ਇਹ ਸਾਰੀ ਸਿੰਗੂਲਰ ਚੱਲਦੀ ਪਈ। ਜਿਸ ਦੀ ਔਂਕੜ ਨਿਕਲ ਗਈ ਹੋਈ ਹੈ। ਜਿਸ ਦੀ ਔਂਕੜ ਕਿਉਂ ਨਿਕਲੀ ਹੈ? ਕਿਉਂਕਿ ਉਹਦੇ ਅੱਗੇ ਸੰਬੰਧਕ ਆ ਗਿਆ ਜਿਸ ਨੂੰ। ਬਾਕੀ ਜਿਹੜਾ ਅਸੀਂ ਦੇਖਾਂਗੇ ਜਿਹੜਾ ਬੰਤਰ ਦੇਖੀਏ, ਦੇਵੈ ਨਹੀਂ ਹੈ ਸੋ ਸੇ ਨਹੀਂ ਹੈ। ਤੇ ਇੱਥੇ ਵੀ ਜਦੋਂ ਅਸੀਂ ਉਹਨੂੰ ਅਪਲਾਈ ਕਰਨ ਦੀ ਕੋਸ਼ਿਸ਼ ਕਰਾਂਗੇ ਨਾ, ਅਸੀਂ ਜਦੋਂ ਕਹਿੰਦੇ ਮਨ ਇੰਦਰੀਆਂ ਨੂੰ ਦਿੰਦਾ ਹੈ, ਇੱਥੇ ਨਹੀਂ, ਇੱਥੇ ਉਹ ਰੱਬ ਜਿਸ ਕਿਸੇ ਇੱਕ ਵਿਅਕਤੀ ਨੂੰ ਦਿੰਦਾ ਹੈ, ਉਹ ਜਿਸ ਕਿਸੇ ਇੰਡੀਵਿਜੂਅਲ ਨੂੰ ਇਹ ਦਿੰਦਾ ਹੈ, ਉਹਦੀ ਗੱਲ ਪੇ ਚੱਲਦੀ ਹੈ। ਜੇ ਇੱਥੇ ਮਨ ਆਪਣੇ ਗਿਆਨ ਇੰਦਰੀਆਂ ਨੂੰ ਵੰਡਣ ਵਾਲੀ ਗੱਲ ਹੁੰਦੀ, ਇੱਥੇ ਫਿਰ ਸਿੰਗੂਲਰ ਨਹੀਂ ਸੀ ਹੋਣਾ ਚਾਹੀਦਾ। ਇੱਥੇ ਫਿਰ ਪਲੂਰਲ ਫਾਰਮ ਵਿੱਚ ਜਦੋਂ ਆਪਣੇ ਉਹ ਇੰਦਰੀਆਂ ਗਿਆਨ ਇੰਦਰੀਆਂ ਨੂੰ ਵੰਡਦਾ ਹੈ, ਇਹਦੇ ਵਿੱਚ ਸਿੰਗੂਲਰ ਫਾਰਮੈਟ ਵਿੱਚ ਨਹੀਂ ਸੀ ਹੋਣਾ ਚਾਹੀਦਾ, ਇੱਥੇ ਫਿਰ ਉਹ ਪਲੂਰਲ ਫਾਰਮੈਟ ਵਿੱਚ ਹੋਣਾ ਚਾਹੀਦਾ। ਹਾਂਜੀ ਵੀਰ ਜੀ ਵੀਰ ਜੀ, ਅभी आप जी ने दुनियावी तौर ਤੇ ਵੀ ਭਰਮ ਭੁਲੇਖੇ ਦਾ ਜਿਹੜਾ ਰੂਪ ਬਦਲ ਦਿੱਤੇ, ਨਾਂ ਬਦਲ ਦਿੱਤੇ, ਤਰੀਕੇ ਬਦਲ ਦਿੱਤੇ, ਕਿਉਂਕਿ ਮਨ ਦੇ ਵਿੱਚੋਂ ਭਰਮ ਨਹੀਂ ਗਏ ਅਜੇ ਤੱਕ। ਕਬੀਰ ਹਰ ਕਾ ਸਿਮਰਨ ਛਾਏ, ਹੋਈ ਰਾਖੇ ਨਾਰ, ਗਦਹੀ ਹੋਏ ਕੇ ਅਵਤਰੇ ਭਾਰ। ਗਧੇ ਦੀ ਜੂਨ ਵਿੱਚ ਅਗਲੇ ਜਨਮ ਵਿੱਚ ਥੋੜ੍ਹਾ ਪੈਣਾ ਹੈ। ਹੋਈ ਤੋਂ ਭਾਵੇਂ ਜਿਹੜੇ ਵਰਤ ਅਸੀਂ ਰੱਖ ਲੈਂਦੇ ਆ ਭੁੱਖੇ ਰਹਿਣਾ, ਤਾਂ ਭਰਮ ਮਨ ਵਿੱਚ ਆ ਗਿਆ ਨਾ, ਭੁੱਖੇ ਰੱਖਿਆ, ਮੇਰਾ ਕੋਈ ਮੇਰੇ ਹਸਬੈਂਡ ਦੀ ਉਮਰ ਵੱਧ ਜਾਣੀ ਹੈ, ਜਾਂ ਮਨ ਵਿੱਚ ਕਿਸੇ ਹੋਰ ਭਰਮ ਦੇ ਕਾਰਨ ਅਸੀਂ ਜਿਹੜੇ ਵਰਤ ਰੱਖਣ ਲੱਗ ਪੈਂਦੇ ਆ। ਤੇ ਉਸੇ ਸਮੇਂ ਗਧੀ ਤੋਂ ਕੀ ਪਾਓਗੇ? ਕਿਉਂਕਿ ਗਧੇ ਨੂੰ ਹਮੇਸ਼ਾ ਤੁਲਨਾ ਮੂਰਖ ਨਾਲ ਕੀਤੀ ਜਾਂਦੀ ਹੈ। ਕਦੀ ਕੋਈ ਵਿਅਕਤੀ, ਕੋਈ ਬੱਚਾ ਕੰਮ ਜਿਹੜੇ ਮੂਰਖਾਂ ਵਾਲੇ ਕਰੇ ਨਾ, ਤੇ ਅਸੀਂ ਅਕਸਰ ਇਹ ਗੱਲ ਇਸਤੇਮਾਲ ਕਰਦੇ ਹਾਂ ਕਿ ਗਧਿਆਂ ਵਾਲੇ ਕੰਮ ਕਰ ਰਹੇ, ਕਿਉਂਕਿ ਗਧੇ ਦੀ ਤੁਲਨਾ ਹਮੇਸ਼ਾ ਮੂਰਖਾਂ ਨਾਲ ਕੀਤੀ ਜਾਂਦੀ ਹੈ। ਤੇ ਭਗਤ ਕਬੀਰ ਜੀ ਵੀ ਕਹਿ ਰਹੇ ਹਨ, ਗਧੀ ਹੋਏ ਕੇ ਅਵਤਰੇ। ਭਾਵ ਉਸ ਵਕਤ ਗਧੇ ਦੇ ਜੂਨੀ ਵਿੱਚ ਪਏ ਹੋਇਆ, ਕਿਉਂਕਿ ਮੂਰਖਾਂ ਵਾਲੇ ਮੂਰਖ ਵਾਲੇ ਵਿਚਾਰ ਮਨ ਵਿੱਚ ਆ ਗਿਆ। ਤੇ ਉਸ ਚੀਜ਼ ਨੂੰ ਆਪ ਜੀ ਨੇ ਰਿਲੇਟ ਕਰਕੇ ਦੱਸਣਾ ਕੀਤਾ। ਆਪ ਜੀ ਨੇ ਵਿਆਕਰਨਿਕ ਜ਼ਿਕਰ ਵੀ ਕੀਤਾ ਹੈ। ਵਿਆਕਰਨਿਕ ਬਿਲਕੁਲ ਇੱਕ ਵਚਨ ਦੇ ਰੂਪ ਵਿੱਚ ਆ ਰਿਹਾ ਹੈਗਾ। ਸੋ ਪਰ ਇੱਕ ਵਚਨ ਦੇ ਰੂਪ ਵਿੱਚ ਸਾਰਿਆਂ ਹੀ ਦਾ ਜ਼ਿਕਰ ਹੋ ਰਿਹਾ। ਇੱਕ ਵਚਨ ਦੀ ਗੱਲ ਕਰਕੇ ਸਾਰਿਆਂ ਦਾ ਹੀ, ਕੋਈ ਇੱਕ ਨੂੰ ਕਹਿ ਕੇ ਗੁਰੂ ਸਾਹਿਬ ਸਾਰਿਆਂ ਨੂੰ ਇੱਕ ਦੇ ਵਿੱਚ ਹੀ ਕਹਿਣਾ ਕਰ ਰਹੇ ਹੈਗੇ।
जी इकबाल वीर जी। ਜੀ ਜਿਸ ਨੂੰ ਸੱਚਾ ਦੇ ਇੱਕ ਵਚਨ ਹੈ, ਇੱਕ ਵਚਨ ਦੀ ਕਿਰਿਆ ਦਿੰਦਾ ਹੈ। ਸੱਚਾ ਇੱਕ ਅਕਾਲ ਪੁਰਖ ਕਰਤਾ ਹੋ, ਜਿਸ ਜੀਵ ਨੂੰ ਵੀ ਜਿਸ ਤੇ ਤਰੁੱਟ ਪੈਂਦਾ ਹੈ, ਜਿਸ ਦੀ ਕੀਤਾ ਹੋਇਆ ਕਰਮ ਗੁਰੂ ਨੂੰ ਸਤਿਗੁਰੂ ਨੂੰ ਕਰਤੇ ਨੂੰ ਭਾ ਜਾਂਦਾ ਹੈ, ਉਸ ਨੂੰ ਦਿੰਦਾ। ਜਿਸ ਨੂੰ ਸੱਚਾ ਦੇ ਸੋ ਪਾਏ, ਉਹ ਫਿਰ ਪ੍ਰਾਪਤ ਕਰਦਾ ਹੈ। ਦੇਣ ਵਾਲਾ ਇੱਕ ਹੈ, ਲੈਣ ਵਾਲਾ ਕੋਈ ਵੀ ਹੋ ਸਕਦਾ। ਉਹ ਪ੍ਰਾਪਤ ਕਰ ਦਿੰਦਾ ਹੈ, ਪ੍ਰਾਪਤ ਕਰ ਲੈਂਦਾ ਹੈ। ਫਿਰ ਜੀ ਅੰਤਰ ਸਾਚ, ਜਦੋਂ ਉਹ ਪ੍ਰਾਪਤ ਕਰ ਲੈਂਦਾ ਹੈ ਜੋ ਅਕਾਲ ਪੁਰਖ ਕਰਤਾ ਦਿੰਦਾ ਹੈ, ਅੰਤਰ ਸਾਚ, ਉਹਦੇ ਅੰਦਰ ਸੱਚ ਟਿਕ ਜਾਂਦਾ ਹੈ। ਭਰਮ ਝੁਕਾਏ, ਉਹਦੀ ਭਟਕਣਾ ਮੁੱਕ ਜਾਂਦੀ ਹੈ। ਸੱਚ ਸੱਚੇ ਕਾ ਆਪੇ ਦਾਤਾ, ਜਿਹੜਾ ਸੱਚ ਹੈ ਸਦੀਵ ਕਾਲ ਹੈ, ਅਕਾਲ ਪੁਰਖ ਕਰਤਾ ਹੈ। ਸੱਚੇ ਕਾ ਆਪੇ ਦਾਤਾ ਤੋਂ ਭਾਵ ਕਾਹਦਾ ਦਾਤਾ ਜੀ? ਉਹ ਨਾਮ ਦੀ ਦਾਨ ਦੇਣ ਦਾ ਦਾਤਾ ਹੈ। ਉਹ ਦਾਤਾਂ ਦੇਣ ਵਾਲਾ ਦਾਤਾ ਹੈ। ਜਿਸ ਮਨ ਨੂੰ ਸੱਚ ਜਿਹੜਾ ਹੈਗਾ, ਸੱਚੇ ਕਾ ਆਪੇ ਦਾਤਾ, ਨਾਮ ਦੀ ਦਾਤ ਦਿੰਦਾ ਹੈ। ਜਿਸ ਦੇਵੇ, ਇੱਕ ਵਚਨ ਕਿਰਿਆ, ਜਿਸ ਨੂੰ ਦਿੰਦਾ ਹੈ ਸੋ ਸੱਚ ਪਾਏਗਾ। ਉਹ ਜਿਹੜਾ ਨਾਮ ਦੀ ਦਾਤ ਪ੍ਰਾਪਤ ਕਰਦਾ ਹੈ, ਆਪਣੇ ਚੰਗੇ ਕਰਮ ਕਰਕੇ, ਆਪਣੇ ਅੰਦਰ ਗੁਣਾਂ ਨੂੰ ਟਿਕਾ ਕੇ, ਵਸਾ ਕੇ, ਉਸ ਤੇ ਚੱਲ ਕੇ ਕਰਤੇ ਨੂੰ ਭਾ ਜਾਂਦਾ ਹੈ। ਫਿਰ ਕਰਤਾ ਉਹਨੂੰ ਨਾਮ ਦੀ ਦਾਤ ਜਿਹੜੀ ਹੈ ਉਹ ਦਿੰਦਾ ਹੈ। ਜਿਸ ਦੇਵੇ ਸੋ ਸੱਚ ਪਾਏਂਦਾ। ਉਹ ਫਿਰ ਗੁਰੂ ਦੇ ਨਾਲ, ਕਰਤੇ ਦੇ ਨਾਲ, ਗੁਣਾਂ ਦੇ ਨਾਲ ਇਕਮਿਕ ਹੋ ਕੇ, ਲੀਨ ਹੋ ਕੇ, ਉਹ ਜਿਹੜੀ ਨਾਮ ਦੀ ਦਾਤ ਹੈ ਉਹ ਆਪਣੇ ਅੰਦਰ ਪ੍ਰਾਪਤ ਕਰ ਲੈਂਦਾ, ਟਿਕਾ ਲੈਂਦਾ। ਉਹਦਾ ਜਿਹੜਾ ਕੁੱਜਾ ਹੈ, ਭਾਂਡਾ ਹੈ, ਉਹ ਸਿੱਧਾ ਭਾਂਡਾ ਕਰਕੇ ਉਹਦੇ ਵਿੱਚ ਨਾਮ ਦੇ ਗੁਣ ਦੀ ਦਾਤ ਜਿਹੜੀ ਹੈ ਉਹ ਪ੍ਰਾਪਤ ਕਰ ਲੈਂਦਾ। ਹਾਂਜੀ ਹਾਂ, ਧੰਨਵਾਦ ਵੀਰ ਜੀ, ਬਿਲਕੁਲ ਸ਼ਾਰਟ ਟੂ ਦਾ ਪੁਆਇੰਟ ਆਪ ਜੀ ਗੱਲ ਕਰਦੇ ਹੋ। ਧੰਨਵਾਦ ਆਪ ਜੀ ਦਾ। ਜੀ ਭੂਆ ਜੀ। ਹਾਂਜੀ, ਇਹਨੇ ਤਿੰਨਾਂ ਤੁਕਾਂ ਦੇ ਵਿੱਚ ਨਾ ਇੱਕ ਥੋੜਾ ਜਿਹਾ ਉਲਝਣ ਹੈ ਇਸ ਚੀਜ਼ ਦਾ ਕਿ ਬਈ ਕਿ ਸ਼ੁਡ ਵੀ ਮੇਕ ਐਨ ਐਫਰਟ ਤੇ ਉਹ ਸਾਨੂੰ ਦੇਗਾ, ਜਾਂ ਵਿਦਆਊਟ ਅ ਐਫਰਟ, ਕਿਉਂਕਿ ਉਹ ਜੋ ਚਾਹੁੰਦਾ, ਜਿਸ ਨੂੰ ਚਾਹੁੰਦਾ ਉਹ ਦੇਗਾ। ਦਿਸ ਇਜ਼ ਯੂਜਲੀ ਐਨ ਐਕਸਕਿਊਜ਼ ਵੀ ਯੂਜ਼ ਕਿ ਜਦੋਂ ਦੀ ਬਖਸ਼ਿਸ਼ ਹੋਏਗੀ ਤਾਂ ਹੋ ਜਾਏਗੀ। ਵੀ ਆਰ ਲਿਵਿੰਗ ਇਨ ਦਿਸ ਇਲੂਸ਼ਨ। ਪਰ ਕਹਿੰਦੇ ਜਪਜੀ ਸਾਹਿਬ ਦੇ ਪਾਠ ਦੇ ਵਿੱਚ ਜਦੋਂ 5 ਖੰਡਾਂ ਦੀ ਗੱਲ ਕਰਦੇ ਨੇ ਤੇ ਪਹਿਲੇ ਸ਼ਰਮ ਖੰਡ ਆਉਂਦਾ, ਫਿਰ ਆਉਂਦਾ ਕਰਮ ਖੰਡ। ਕਮਾਈ ਕਰੋ, ਫਿਰ ਉਹਦੀ ਬਖਸ਼ਿਸ਼ ਹੈ। ਉਹਦੀ ਬਖਸ਼ਿਸ਼ 24 ਆਵਰਸ ਹੈ, 24 ਆਵਰਸ ਹੈ। ਪਰ ਜਿਸ ਭਾਂਡਿਆਂ ਨੇ ਸਿੱਧਾ ਕਰ ਲਿੱਤਾ, ਜਿਨ੍ਹਾਂ ਨੇ ਆਪਣੇ ਕਮਾਈ ਦੇ ਨਾਲ ਆਪਣੇ ਭਾਂਡੇ ਸਿੱਧੇ ਕਰ ਲਿੱਤੇ, ਉਹਨਾਂ ਦੇ ਅੰਦਰ ਬਖਸ਼ਿਸ਼ ਪੈ। देयर इज नो पार्शियलिटी फ्रॉम हिज साइड। तो जिसने कहने पिछले पाठ में कहते हैं कि जिन्होंने मन ने कमाई की है तो उसकी मंग ਉਹਦਾ ਭਾਂਡਾ ਸਿੱਧਾ ਉਸਨੂੰ ਦੇ ਦਿੰਦਾ ਹੈ। ਕੀ ਦਿੰਦਾ ਹੈ? ਕੋਈ ਐਸਾ ਸੱਚ ਦਾ ਦਾਨ ਦੇ ਦਿੱਤਾ ਹੈ ਕਿ ਜਿਸ ਦੇ ਅੰਦਰ ਦੇ ਸਾਰੇ ਭਟਕਣੇ, ਭਰਮ, ਭੁਲੇਖੇ ਸਭ ਖਤਮ ਹੋ ਜਾਂਦੇ, ਸਭ ਦੂਰ ਹੋ ਜਾਂਦੇ। ਔਰ ਇਹੀ ਜਿਹੜਾ ਮਨ ਦੇ ਅੰਦਰ ਉਹ ਪੂਰੀ ਤਰ੍ਹਾਂ ਭਿੱਜ ਗਿਆ ਕਿਉਂਕਿ ਭਾਂਡਾ ਸਿੱਧਾ ਹੋ ਗਿਆ। ਉਸਨੇ ਦਾਤ ਦੇ ਦਿੱਤੀ। ਕਿਹੜੀ ਦਾਤ ਦਿੱਤੀ? ਦਾਤ ਉਹੀ ਦਿੱਤੀ ਗੁਣਾ ਦਾ, ਸਿੱਖਿਆ ਦਾ, ਹੁਕਮ ਦਾ, ਵਨਨੈਸ ਦਾ। ਇਹ ਜਦੋਂ ਅੰਦਰ ਮਨ ਵਿੱਚ ਆ ਕੇ ਵਸ ਜਾਂਦਾ, ਇਹੀ ਫਿਰ ਦਾਤਾ ਬਣ ਜਾਂਦਾ ਹੈ। ਮਨ ਤੇ ਖਤਮ, ਉਹੀ ਦਾਤਾ ਬਣ। ਜਿਸ ਦੇਵੇ ਸੋ ਸੱਚ ਪਾਏ। ਫਿਰ ਇਹ ਜਦੋਂ ਆ ਕੇ ਵਸ ਜਾਂਦਾ ਤਾਂ ਫਿਰ ਉਹ ਸੱਚ ਦੇ ਨਾਲ ਪੂਰੀ ਤਰ੍ਹਾਂ ਟਿਊਨਡ ਹੋ ਗਿਆ। ਹਾਂਜੀ ਜੀ ਧੰਨਵਾਦ ਭੂਆ ਜੀ। ਬਿਲਕੁਲ ਆਪ ਜੀ ਨੇ ਖੰਡਾਂ ਦੇ ਨਾਲ ਰਿਲੇਟ ਕਰਕੇ ਉਸ ਪਰਮਾਤਮਾ ਦੀ ਦਾਤ ਨੂੰ, ਜਿਸ ਨੂੰ ਸੱਚਾ ਦੇ ਸੋ ਪਾਏ, ਬੜੀ ਖੂਬਸੂਰਤੀ ਨਾਲ ਆਪ ਜੀ ਨੇ ਬਿਆਨ ਕਰਨਾ ਕੀਤਾ। ਬਿਲਕੁਲ ਸ਼ਰਮ ਕੰਡ ਪਹਿਲੇ ਆਉਂਦਾ ਤੇ ਕਰਮ ਕੰਡ, ਕਰਮ ਤੋਂ ਪਾਵੇ ਬਖਸ਼ਿਸ਼, ਉਹਦੇ ਬਾਅਦ ਬਖਸ਼ਿਸ਼ ਦੀ ਪ੍ਰਾਪਤੀ ਹੁੰਦੀ ਹੈ। ਬਹੁਤ ਖੂਬਸੂਰਤੀ ਨਾਲ ਸਮਝਾਣਾ ਕੀਤਾ। ਧੰਨਵਾਦ ਆਪ ਜੀ। ਹਾਂ, ਭੁਪਿੰਦਰ ਵੀਰ ਜੀ ਨੇ ਜੁਆਇਨ ਕੀਤਾ ਹੈ ਜੀ। ਭੁਪਿੰਦਰ ਵੀਰ ਜੀ, ਆਪ ਜੀ ਵਿਚਾਰ ਦੇ ਦਿਆ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਵੀਰ ਜੀ। ਜਿਹੜਾ 6ਵਾਂ ਪਦ ਹੈ ਨਾ, 6ਵੇਂ ਪਦ ਦੇ ਵਿੱਚ ਜਿਨ੍ਹਾਂ ਦੇ ਹਿਰਦੇ 'ਚ ਆ ਕੇ ਉੱਠਾ, ਮਤਲਬ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਾਪਤ ਹੋ ਗਿਆ ਨਾ ਸਤਿਗੁਰ ਦੀ ਮੱਤ ਦਾ ਸੁਨੇਹਾ, ਵਿਜ਼ਡਮ,
ਉਹ ਹੁਣ ਇਸ 6ਵੇਂ ਪਦੇ ਚ ਉਸ ਨੂੰ ਫੋਲੋ ਕਰਦੇ ਨੇ। ਉਹਨਾਂ ਦਾ ਫੋਲੋ ਕਰਨਾ ਹੀ ਮੰਦੇ ਤੋਂ ਚੰਗੇ ਭਾਗ ਬਣਾਉਣ ਵਾਲਾ ਐਫਰਟ ਹੁੰਦਾ ਹੈ। ਸਤਿਗੁਰ ਸੇਵੈ ਸੇ ਵਡਭਾਗੀ ਬਣ ਜਾਂਦੇ। ਸਹਿਜ ਭਾਏ ਸੱਚੀ ਲਿਵ ਲਾਗੀ, ਉਹਨਾਂ ਨੇ ਸਹਿਜੇ ਹੀ ਇਸ ਨੂੰ ਪਸੰਦ ਕੀਤਾ ਤਾਂ ਉਹ ਸੱਚ ਦੇ ਨਾਲ ਜੁੜਦੇ ਨੇ। ਸੱਚੋ ਸੱਚ ਕਮਾਵੇ, ਸੋ ਉਹ ਮਨ ਅਤੇ ਉਹਦੇ ਸਾਰੇ ਇੰਦਰੀ ਗਿਆਨੀ ਦੇ, ਉਹਦੀ ਸਾਰੀ ਸ੍ਰਿਸ਼ਟੀ, ਉਹਦੇ ਜੀ ਜੰਤ ਸਾਰੇ ਫਿਰ ਉਹ ਸੱਚ ਨੂੰ ਕਮਾਉਣ ਲੱਗ ਪੈਂਦੇ ਨੇ। ਸਦ ਹੀ ਹਮੇਸ਼ਾ ਸੱਚੇ ਮੇਲ ਮਿਲਾਇੰਦਾ। ਇਸ ਤਰ੍ਹਾਂ ਉਹ ਨਿਜ ਕਰਦੇ ਵਿਜ਼ਡਮ ਵਾਲੇ ਸੁਨੇ ਦੇ ਨਾਲ, ਭਾਵ ਰੱਬ ਨਾਲ ਟਿਊਨਡ ਹੋ ਜਾਂਦੇ ਨੇ। ਜਿਸ ਨੂੰ ਸੱਚਾ ਦੇ ਸੋ ਪਾਏ, ਹੁਣ ਉਹ ਮਨ ਸੱਚਾ ਬਣ ਚੁੱਕਾ ਹੈ ਨਾ, ਨਿਜ ਘਰ ਦੇ ਅੰਦਰ ਮਰਜ ਹੋ ਚੁੱਕਾ ਹੈ। ਇਸ ਗੱਲ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ ਹਾਂ। ਹਰ ਜਨ ਐਸਾ ਚਾਹੀਏ ਜੈਸਾ ਹਾਰੀ ਹੋਏ, ਔਰ ਜਿਸ ਨੂੰ ਗੁਰ ਤੇ ਮਹਿਲ ਪ੍ਰਾਪਤ ਹੋ ਚੁੱਕਾ ਹੈ, ਉਹ ਸੱਚੇ ਨਾਲ ਮਰਜ ਹੋ ਕੇ ਸੱਚਾ ਹੋ ਚੁੱਕਾ ਹੋਇਆ ਹੈ। ਉਹ ਬੂੰਦ ਸੱਚੇ ਸਮੁੰਦਰ ਵਿੱਚ ਸਮਾ ਚੁੱਕੀ ਹੈ। ਹੁਣ ਉਹ ਕਹਿੰਦੇ ਨੇ ਜਿਸ ਨੂੰ ਸੱਚਾ ਦੇ ਸੋ ਪਾਏ। ਹੁਣ ਇਹ ਆਪਣੇ ਹਰ ਅੰਗ ਨੂੰ ਵੰਡ ਰਿਹਾ ਹੈ। ਇਹ ਉਸ ਦੀ ਵਡਿਆਈ ਹੈ ਕਿ ਉਹਦੇ ਕੋਲ ਪ੍ਰਾਪਤ ਹੋਇਆ। ਹੁਣ ਆਪਣੀ ਸਾਰੀ ਸ੍ਰਿਸ਼ਟੀ ਨੂੰ ਹੀ ਕਲੀਅਰ ਕਰਨਾ ਚਾਹੁੰਦਾ। ਉਹਨੇ ਆਪਣੀ ਹਉਮੈ ਈਗੋ ਦਾ ਭਰਮ ਚੁਕਾ ਲਿਆ, ਅੰਤਰ ਸਾਚ, ਇਸ ਕਰਕੇ ਉਹਨੂੰ ਅੰਦਰੋਂ ਸੱਚ ਪ੍ਰਾਪਤ ਹੋ ਚੁੱਕਾ ਹੈ। ਅੰਦਰ ਤੇ ਰੱਬ ਜੀ ਵਸਦੇ ਹੀ ਨੇ, ਅੰਦਰ ਤੇ ਰੱਬ ਜੀ ਦਾ ਸੱਚਾ ਸੱਚ ਹੈ ਹੀ ਹੈ। ਸੋ ਉਹਨੇ ਆਪਣੇ ਆਪ ਨੂੰ ਬਿਲਕੁਲ ਕਲੀਅਰ ਸੱਚ ਕਰ ਲਿਆ, ਭਰਮ ਚੁਕਾ ਲਿਆ। ਸੱਚ ਸੱਚਾ ਕਾ ਆਪੇ ਦਾਤਾ। ਹੁਣ ਉਹ ਮਨ ਜਿਹੜਾ ਨਿਜ ਘਰ ਅੰਦਰ ਵਸ ਚੁੱਕਾ ਹੈ, ਮਰਜ ਹੋ ਚੁੱਕਾ ਹੈ, ਭਾਵ ਹੁਣ ਰੱਬ ਹੀ ਸੱਚੇ का दाता है, क्योंकि ਉਹਦੇ ਨਾਲੋਂ ਮਨ ਤੇ ਮਰਜ ਹੋ ਚੁੱਕਾ ਹੈ। ਤੂੰ ਕਰਤਾ ਤੂੰ ਹੁਆ, ਮੁਝ में रहा ना हूं। ਉਹਨੇ ਆਪਣਾ ਭਰਮ ਤੇ ਚੁਕਾ ਹੀ ਲਿਆ। ਸੋ ਸੱਚ ਸੱਚਾ का आपे दाता, ਇਹ ਉਹੀ ਮਨ ਜਿਸ ਨੂੰ ਪਹਿਲੀ ਪੰਕਤੀ ਤੋਂ ਉੱਤੋਂ ਲੈ ਕੇ ਆ ਰਹੇ ਨੇ ਨਾ ਹਰ ਜੀਓ, ਉਹ ਮਨ ਸੱਚੇ का दाता ਬਣ ਗਿਆ। ਜਿਸ ਦੇਵੈ ਇੱਕ ਇੱਕ ਅੰਗ ਨੂੰ ਫਿਕਸਅਪ ਕਰਦਾ ਜਾਂਦਾ ਹੈ, ਸੋ ਸੱਚ ਪਾਇੰਦਾ। ਉਹ ਅੰਗ ਵੀ ਸੱਚਾ ਹੁੰਦਾ ਜਾਂਦਾ ਹੈ। ਇਹ ਤਾਂ ਬੜੀ ਸਿੰਪਲ ਜੀ ਇੱਕ ਕੈਮਿਸਟਰੀ ਉੱਪਰੋਂ ਥੱਲੇ ਤੱਕ ਚਲਦੀ ਆ ਰਹੀ ਹੈ ਕਿ ਜੇ ਤੁਸੀਂ ਸੱਚ ਨੂੰ ਪਸੰਦ ਕਰਦੇ ਹੋ। ਜਦੋਂ ਅਸੀਂ ਇਹ ਸ਼ਬਦ ਵਿਚਾਰਿਆ ਸੀ, ਤੁਸੀਂ ਆਪ ਖੁਦ ਇਸ ਸ਼ਬਦ ਨੂੰ ਵਿਚਾਰਨਾ ਹੈ ਕਿ ਦਾਤਾ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ ਚ ਕੋਈ ਪੱਖਪਾਤ, ਕੋਈ ਫੇਵਰਿਜ਼ਮ ਨਹੀਂ ਹੈ, ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੈ। ਦਾਤੇ ਨੇ ਤਾਂ ਖੁੱਲੀ ਦਾਤ ਗੁਰ ਪ੍ਰਸਾਦ ਦੀ ਬਾਰਿਸ਼ ਸਭ ਜਗ੍ਹਾ ਕੀਤੀ ਹੈ। ਜਿਸ ਭਾਵੈ, ਜਿਸ ਮਨੁੱਖ ਦੇ ਮਨ ਨੂੰ ਇਹ ਦਾਤ ਭਾਵੈ, ਪਸੰਦ ਆਵੈ, ਤਿਸ ਦੇ ਉਹਨੂੰ ਦੇ ਦਿੰਦੇ ਨੇ। ਪਰ ਉਹਨੂੰ ਪਸੰਦ ਕਦੋਂ ਆਉਂਦੀ ਹੈ? ਜਦੋਂ ਆਪਣੀ ਈਗੋ ਤੋਂ ਖੁਆਰ ਹੋ ਕੇ, ਦੁਖੀ ਹੋ ਕੇ ਦੇਖ ਚੁੱਕਾ ਹੈ। ਉਹਨੇ ਆ ਕੇ ਚਾਰੇ ਕੁੰਡਾ ਪਾਲੀਆਂ ਤੋਂ ਬਾਅਦ ਸਰੈਂਡਰ ਜੋ ਕਰ ਦਿੱਤਾ ਹੈ, ਇਸੇ ਕਰਕੇ ਤਾਂ ਉਹਦਾ ਭਰਮ ਖਤਮ ਹੋਇਆ। ਸੋ ਉਹ ਆਪ ਕੁੜਿਆਰ ਸੀ, ਝੂਠਾ ਸੀ, ਹੁਣ ਸੱਚੇ ਨਾਲ ਮਿਲ ਕੇ ਸੱਚਾ ਹੋ ਗਿਆ ਹੈ। ਆਪ ਵੀ ਸੱਚਾ, ਅੰਦਰ ਦੀ ਸਾਰੀ ਸ੍ਰਿਸ਼ਟੀ ਨੂੰ ਵੀ ਸੱਚਾ ਕਰ ਰਿਹਾ। ਬੜਾ ਇਹ ਬਹੁਤ ਹੀ ਕਲੀਅਰ ਔਰ ਸਿੰਪਲ ਮੈਸੇਜ ਹੈ ਕਿ ਅਸੀਂ ਅੰਦਰੋਂ ਬਾਹਰੋਂ ਰੋਮ ਕਰਕੇ, ਇੰਦਰੀ ਗਿਆਨ ਇੰਦਰੀ ਕਰਕੇ, ਸੁਰਤ ਮਜ਼ਬੂਤ ਕਰਕੇ, ਆਪਣੇ ਅੰਦਰ ਦੇ 84 ਲੱਖ ਜੀਆਂ ਜਨਤਾ ਕਰਕੇ, ਬੇਅੰਤ ਜੀਆਂ ਜਨਤਾ ਕਰਕੇ ਅਸੀਂ ਕਿਸ ਤਰ੍ਹਾਂ ਸਪਿਰਿਚੁਅਲ ਬੀਇੰਗ ਬਣਨਾ ਹੈ। ਮੈਂ ਆਪਣਾ ਅੰਦਰ ਦਾ ਕੁੱਤਾ ਵੀ ਫਿਕਸ ਕਰਨਾ ਹੈ, ਮੈਂ ਆਪਣੇ ਅੰਦਰ ਦਾ ਸੱਪ ਵੀ ਫਿਕਸ ਕਰਨਾ ਹੈ, ਮੈਂ ਆਪਣੇ ਅੰਦਰ ਦਾ ਕੀ ਕਹਿੰਦੇ ਨੇ ਕੋਕਿਲ ਹੋਵਾਂ ਅੰਬ ਵਸਾਂ ਵਾਲਾ ਵੀ ਕੰਮ ਕਰਨਾ ਹੈ, ਮੈਂ ਆਪਣੇ ਅੰਦਰ ਦਾ ਹਿਰਨ ਵੀ ਫਿਕਸ ਕਰਨਾ ਹੈ। ਉਹ ਸਾਰੇ ਫਿਕਸ ਕਰਨੇ ਨੇ। ਸਾਰਿਆਂ ਨੂੰ ਸੱਚ ਦੇ ਹੀ ਜਾਂਦਾ, ਸਾਰੇ ਸੱਚੇ ਹੋ ਹੀ ਜਾਂਦੇ ਨੇ। ਬਾਹਰ ਵਾਲੇ ਹਿਰਨ ਨੂੰ ਤੇ ਕੁਝ ਦੇਣਾ ਹੈ ਨਹੀਂ ਹੈ, ਨਾ ਬਾਹਰ ਵਾਲੇ ਸ਼ੇਰ ਨੂੰ ਫਿਕਸਅਪ ਕਰਨਾ। ਸੋ ਆਪਣੇ ਅੰਦਰ ਵਾਲੇ ਸਾਰੇ ਜੀਆਂ ਜਨਤਾ ਨੂੰ ਫਿਕਸਅਪ ਕਰੀ ਜਾਂਦਾ, ਉਹਨਾਂ ਨੂੰ ਸੱਚ ਦੇ ਹੀ ਜਾਂਦਾ। ਤੁਸੀਂ ਵੀ ਲਵੋ ਜੀ, ਤੁਸੀਂ ਵੀ ਪਟਕੋ ਨਾ, ਕੁੱਤੇ ਵਾਂਗੂ ਪਟਕੋ ਨਾ। ਹੁਣ स्वामी को ग्रेजुएट सदा स्वान तजत नहीं नीत, नानक की भी धार पर जो एक मन एक चित। ਹੁਣ ਅੰਦਰ ਦਾ ਕੁੱਤਾ ਫਿਕਸਅਪ ਹੋ ਗਿਆ। ਇੰਜ ਹਰ ਅੰਗ, ਹਰ ਰੋਮ, ਹਰ ਥਾਟ ਪ੍ਰੋਸੈਸ, ਹਰ ਫੈਕਲਟੀ ਨੂੰ, ਹਰ ਐਵੀਨਿਊ ਫਿਕਸਅਪ ਕਰਦਾ ਜਾਂਦਾ ਹੈ ਜੀ। ਧੰਨਵਾਦ ਵੀਰ ਜੀ। ਆਪ ਜੀ ਨੇ ਬਿਲਕੁਲ ਅੰਦਰ ਦੇ ਜਾਨਵਰਾਂ ਦਾ ਜ਼ਿਕਰ ਕੀਤਾ। ਬਿਲਕੁਲ ਅੰਦਰ ਦੇ ਜਾਨਵਰ ਮਾਨੋ ਜਦੋਂ ਸਾਡੀ ਵਿਕਾਰਾਂ ਨਾਲ ਜੋੜ ਹੁੰਦਾ, ਮਾਨੋ ਅੰਦਰੋਂ ਸਾਡੇ ਜਾਨਵਰ ਭੌਂਕਣ ਲੱਗ ਪੈਂਦੇ। ਭਾਵੇਂ ਜ਼ਬਾਨ ਦੇ ਰਾਹੀਂ ਬਿਲਕੁਲ, ਜਾਂ ਭਾਵੇਂ ਕਰਮਾਂ ਦੇ ਰਾਹੀਂ ਕੰਮ ਅਸੀਂ ਉਹੀਓ ਕਰ ਰਹੇ ਹੁੰਦੇ ਆ। ਭਾਵੇਂ ਕੂਕਰੇ, ਸ਼ੂਕਰੇ, ਗਰਦਵੇ, ਕਾਕੇ, ਸਰਪਣੇ, ਤੁਲਬਲੇ, ਬਿਲਕੁਲ ਬਿਲਕੁਲ ਉਹੀਓ ਜ਼ਿਕਰ ਗੁਰੂ ਸਾਹਿਬ ਕਰ ਰਹੇ ਨੇ, ਜਿਹੜੀ ਗੱਲ ਆਪ ਜੀ ਨੇ ਬਿਆਨ ਕੀਤੀ। ਧੰਨਵਾਦ ਆਪ ਜੀ ਦਾ। ਜੀ ਸੁਖਵਿੰਦਰ ਵੀਰ ਜੀ। ਵੀਰ ਜੀ, ਜੋ ਗੁਰਬਾਣੀ ਦੇ ਵਿੱਚ ਸੱਚ ਦਾ ਕਨਸੈਪਟ ਹੈ ਨਾ,
ਗੁਰਬਾਣੀ ਸੱਚ ਨੂੰ ਹੀ ਖਸਮ ਆਖ ਰਹੀ ਹੈ ਤੇ ਗੁਰਮਤਿ ਦਾ ਇਹ ਕਨਸੈਪਟ ਹੈ ਤੇ ਸੱਚ ਹੀ ਬਾਣੀ ਨੂੰ ਵੀ ਸੱਚ ਆਖਿਆ ਜਾਏ ਔਰ ਹੁਕਮ ਨੂੰ ਵੀ ਸੱਚ ਆਖਦੇ ਨੇ। ਸੱਚ ਹੁਕਮ ਤੁਮਾਰਾ ਤਖਤ ਨਿਵਾਸੀ। ਫਿਰ ਕਹਿੰਦੇ ਨੇ ਵਾਹ ਵਾਹ ਬਾਣੀ ਸੱਚ ਹੈ। ਫਿਰ ਅੱਗੇ ਹੋਰ ਆਖਦੇ ਨੇ, ਕਹਿੰਦੇ ਇਹ ਸੱਚ ਸਭਨਾ ਕਾ ਖਸਮ ਹੈ। ਗੁਰਬਾਣੀ ਹੁਕਮ ਨੂੰ ਹੀ ਸੱਚ ਆਖਦੀ ਹੈ, ਬਾਣੀ ਨੂੰ ਹੀ ਸੱਚ ਆਖਦੀ ਹੈ, ਸ਼ਬਦ ਨੂੰ ਹੀ ਸੱਚ ਆਖਦੀ ਹੈ, ਉਹ ਸੱਚ ਨੂੰ ਹੀ ਰੱਬ ਆਖਦੀ ਹੈ। ਔਰ ਇੱਕ ਹੋਰ ਬੜਾ ਪਿਆਰਾ ਸਿਧਾਂਤ ਸਤਿਗੁਰੂ ਸਾਨੂੰ ਸਾਂਝ ਕਰਦੇ, ਕਹਿੰਦੇ ਨੇ ਦੇਖੋ ਇਹ ਸੱਚ ਸਭਨਾ ਕਾ ਖਸਮ ਹੈ, ਲੇਕਿਨ ਕਹਿੰਦੇ ਖਸਮ ਨੂੰ ਸੱਚ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਕਹਿੰਦੇ ਕੌਣ ਪ੍ਰਾਪਤ ਕਰੇਗਾ ਸੱਚ ਨੂੰ? ਕਹਿੰਦੇ ਨੇ ਨਾਨਕ ਸੱਚ ਧਿਆਇਨ ਸੱਚ। ਜੋ ਸੱਚ ਨੂੰ ਧਿਆਉਣਗੇ, ਸੱਚ ਨੂੰ ਪਸੰਦ ਕਰਕੇ, ਉਹਨਾਂ ਨੂੰ ਸੱਚ ਪ੍ਰਾਪਤ ਹੋ ਜਾਏਗਾ। ਜੋ ਸੱਚ ਦੇ ਕੋਲ ਸੱਚ ਨੂੰ ਹੀ ਮੰਗਦੇ ਨੇ, ਬਸ ਜੋ ਮੰਗਿਆ ਉਹ ਮਿਲ ਜਾਂਦਾ ਵਾ। ਜੋ ਮੰਗਿਆ ਠਾਕੁਰ ਆਪਣੇ ਤੇ ਸੋਈ ਸੋਈ ਦੇ। ਸਾਡਾ ਠਾਕੁਰ ਹੈ ਸੱਚ। ਗੁਰਬਾਣੀ ਸਾਨੂੰ ਕਹਿੰਦੀ ਹੈ ਵਿਣ ਤੁਧ ਹੋਰ ਜੇ ਮੰਗਣਾ, ਕਹਿੰਦੇ ਹੋਰ ਨਾ ਮੰਗਣਾ ਕੁਝ ਉਸ ਤੋਂ। ਮੰਗੋਗੇ ਉਹ ਦੇ ਦੇਗਾ, ਪਰ ਉਹਦੇ 'ਚ ਦੁੱਖ ਹੁੰਦੇ ਨੇ। ਕਹਿੰਦੇ ਤੁਸੀਂ ਉਹਦੇ ਕੋਲ ਮੰਗਿਆ ਕਰੋ, ਉਸ ਨੂੰ ਖੁਦ ਮੰਗਿਆ ਕਰੋ। ਉਹਨੂੰ ਕਹਿੰਦੇ ਨੇ ਹੋ ਮੰਗੋ ਤੁਝੈ ਦਿਆਲ। ਜਿਹੜਾ ਵੀ ਆ ਕੇ ਉਸ ਦਿਆਲ ਸੱਚ ਪ੍ਰਭੂ ਕੋਲੋਂ ਸੱਚ ਨੂੰ ਮੰਗਦੇ ਨੇ, ਉਹਨੂੰ ਮਿਲ ਜਾਂਦਾ ਵੈ। ਇੱਥੇ ਵੀ ਸਾਨੂੰ ਉਹੀ ਗੱਲ ਕਰ ਰਹੇ ਨੇ। ਕਹਿੰਦੇ ਨੇ ਦੇਖੋ ਇਹ ਸੱਚ ਸਭਨਾ ਕਾ ਖਸਮ ਹੈ। ਸੱਚ ਹੀ ਰੱਬ ਹੈ, ਗੁਰੂ ਹੈ, ਸੱਚ ਹੀ ਹੁਕਮ ਹੈ। ਕਹਿੰਦੇ ਨੇ ਦੇਖੋ ਜਿਹੜਾ ਸੱਚੇ ਕੋਲ ਆ ਕੇ ਸੱਚ ਮੰਗਦਾ ਹੈ, ਜੋ ਜੋ ਵੀ ਮਨ ਆਇਆ, ਮਨ ਨੇ ਸੱਚ ਕੋਲ ਆ ਕੇ ਸੱਚ ਮੰਗਿਆ, ਸੱਚ ਮਿਲ ਗਿਆ। ਜਿਹੜਾ ਵੀ ਅੰਦਰਲਾ ਜੀ, ਜਿਹੜਾ ਵੀ ਜੀ ਹੁਣ ਸੱਚ ਦੇ ਵਿੱਚ ਜੁੜਨਾ ਚਾਹੁੰਦਾ ਹੈ, ਜਿਹੜਾ ਵੀ ਸੱਚ ਤੋਂ ਜਿਉਣਾ ਚਾਹੁੰਦਾ ਹੈ, ਉਹ ਆ ਕੇ ਮੰਗੇਗਾ, ਉਸ ਨੂੰ ਵੀ ਆ ਕੇ ਮੰਗਣਾ ਪਏਗਾ। ਹੋ ਮੰਗੋ ਤੁਝੇ ਦਿਆਲ, ਉਸ ਨੂੰ ਵੀ ਆ ਕੇ ਕਹਿਣਾ ਪਏਗਾ ਹਉ ਅਪਰਾਧੀ ਗੁਨਾਹਗਾਰ। ਉਸ ਨੂੰ ਵੀ ਆ ਕੇ ਕਹਿਣਾ ਪਏਗਾ ਹਮ ਅਵਗੁਣ ਭਰੇ। ਉਸ ਨੂੰ ਆ ਕੇ ਜਿਹੜਾ ਆ ਕੇ ਕਹੇਗਾ ਮੈਨੂੰ ਸੱਚ ਚਾਹੀਦਾ, ਉਹਨੂੰ ਮਿਲ ਜਾਏਗਾ। ਸੱਚ ਨੂੰ ਪਸੰਦ ਕਰਨਾ, ਇਹ ਸਾਨੂੰ ਗੁਰਮਤਿ ਨਾ ਸਿਧਾਂਤ ਸਮਝਾਉਂਦੀ ਹੈ ਕਿ ਰੱਬੀ ਹੁਕਮ ਕੀ ਹੈ। ਮਨ ਸਤ ਭਾਏ ਭਗਤ ਗੋਬਿੰਦਾ। ਸੱਤ ਨੂੰ ਸਾਨੂੰ ਪਸੰਦ, ਜੋ ਵੀ ਸੱਤ ਪਸੰਦ ਕਰਕੇ ਸੱਤ ਮੰਗੇਗਾ, ਉਹਨੂੰ ਸੱਚ ਪ੍ਰਾਪਤ ਹੋ ਜਾਏਗਾ। ਦੇਗਾ ਵੀ ਕੌਣ? ਸੱਚ ਹੀ ਦੇਗਾ। ਦੇਗਾ ਵੀ ਕੀ? ਸੱਚ ਹੀ। ਇਹ ਦੋ ਨਹੀਂ ਨੇ ਵੀ ਸੱਚ ਸੱਚ ਰੂਪੀ ਨਾਮ ਦੇਗਾ, ਨਹੀਂ ਨਾ, ਇੱਕੋ ਹੀ ਚੀਜ਼ ਹੈ। ਸੱਚ ਅੰਦਰ ਵਸਦਾ ਸਾਡੇ, ਸੱਚ ਹੀ ਸੱਚ। ਦੇਖੋ ਸੱਚ ਦੇ ਵਿਚਾਰ ਹੀ ਸੱਚ ਹਨ। ਬਾਣੀ ਨੂੰ ਜੇ ਸੱਚ ਆਖਿਆ ਜਾਂਦਾ, ਉਹਦਾ ਭਾਵ ਹੈ ਬਾਣੀ ਜੋ ਵਿਚਾਰ ਦਿੰਦੀ ਹੈ, ਉਹ ਵਿਚਾਰਾਂ ਨੂੰ ਹੀ ਸੱਚ ਆ। ਹਾਂ, ਸਤਿਗੁਰੂ ਕਿਹਨੂੰ ਆਖਿਆ ਜਾਂਦਾ ਗੁਰਬਾਣੀ 'ਚ? ਦੇਖੋ ਸਤਿਗੁਰੂ ਹੈ ਬਚਨ, ਬਚਨ ਹੈ ਸਤਿਗੁਰੂ। ਸਤਿਗੁਰੂ ਦੇ ਬਚਨਾਂ ਨੂੰ ਸੱਤ ਕਹਿੰਦੇ। ਫਿਰ ਕਹਿੰਦੇ ਜੇ ਕੋਈ ਦਰਸ਼ਨ ਕਰਨਾ ਚਾਹੇ, ਕਹਿੰਦੇ ਸਤਿਗੁਰੂ ਦੇਖਿਆ ਦਿਖਿਆ ਲੀਨੀ। ਸਤਿਗੁਰੂ ਦੀ ਦੀਖਿਆ ਨੂੰ ਹੀ ਸਤਿਗੁਰੂ ਦੇ ਦਰਸ਼ਨ ਕਹਿੰਦੇ ਨੇ। ਸਤਿਗੁਰੂ ਦੇ ਜੋ ਸਤਿਗੁਰੂ ਸਿੱਖਿਆ ਦਿੰਦਾ ਹੈ, ਜੋ ਦੀਖਿਆ ਦਿੰਦਾ ਹੈ, ਉਸੇ ਨੂੰ ਸਤਿਗੁਰੂ ਦਾ ਕਨਸੈਪਟ ਹੈ। ਗੁਰਬਾਣੀ ਦਾ ਸੱਚ ਦਾ ਕਨਸੈਪਟ ਹੈ। ਸੱਚ ਦੀ ਸਿੱਖਿਆ, ਸੱਚ ਦੇ ਵਿਚਾਰ ਹੀ ਸੱਚ ਹਨ। ਸਤਿਗੁਰੂ ਦੀ ਸਿੱਖਿਆ, ਸੱਚ ਦੀ ਵਿਚਾਰਧਾਰਾ ਹੀ ਸੱਚ ਹੈ, ਸਤਿਗੁਰੂ ਹੈ। ਸਤਿਗੁਰੂ ਦੀ ਵਿਚਾਰਾਂ ਨੂੰ ਸੁਣਨਾ, ਮੰਨਣਾ, ਉਹਦੇ 'ਚ ਜੀਉਣਾ ਹੀ ਸਤਿਗੁਰੂ ਦੇ ਦਰਸ਼ਨ ਕਰਨੇ ਨੇ। ਇਹੀ ਸਾਡੇ ਵਿੱਚ ਸਤਿਗੁਰੂ ਪ੍ਰਗਟ ਹੋਏਗਾ, ਸਾਡੇ ਕਰਮਾਂ ਦੇ ਵਿੱਚ। ਸਾਡੇ ਕਰਮਾਂ ਵਿੱਚ ਸਤਿਗੁਰੂ ਜੀ ਦੀ ਵਿਚਾਰਧਾਰਾ, ਸਤਿਗੁਰੂ ਜੀ ਦੀ ਸਿੱਖਿਆਵਾਂ ਜਦੋਂ ਸਾਡੇ ਕਰਮਾਂ ਵਿੱਚ ਦਿਖਣਗੀਆਂ ਨਾ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਇਹੀ ਸਤਿਗੁਰੂ ਜੀ ਦੀ ਜੋਤ ਪ੍ਰਗਟ ਹੈ ਸਾਡੇ ਵਿੱਚ। ਇਸੇ ਨੂੰ ਕਹਿੰਦੇ ਨੇ ਗੁਰਸਾਖੀ ਜੋਤ ਪ੍ਰਗਟ ਹੋਏ। ਗੁਰੂ ਦੀ ਸਿੱਖਿਆ ਰੂਪੀ ਜੋਤ ਸਾਡੇ 'ਚ ਪ੍ਰਗਟ ਹੋਏਗੀ ਜਦੋਂ ਸਾਡੇ ਕਰਮਾਂ ਵਿੱਚ ਆ ਜਾਂਦੇ ਨੇ ਸਾਰੇ ਕਰਮ। ਪਰ ਮਿਲਦੇ ਕਿਸ ਨੂੰ ਹੈ? ਜਿਹੜਾ ਵੀ ਆ ਕੇ ਮੰਗਦਾ ਹੈ ਨਾ, ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਉਹ ਦਿਆਲ ਨਾਮ ਦਿਓ ਮੰਗਤ ਜਨ ਕੋ। ਜਿਹੜਾ ਵੀ ਜਨ ਮੰਗਤਾ ਬਣ ਕੇ ਆ ਜਾਏਗਾ, ਉਸ ਨੂੰ ਨਾਮ ਮਿਲ ਜਾਏਗਾ, ਸੱਚ ਮਿਲ ਜਾਏਗਾ। ਲੇਕਿਨ ਦੇਗਾ ਉਹ ਆਪ ਅੰਦਰ ਬੈਠੇਗਾ, ਸੱਚ ਜੀ। ਸੱਚ ਅੰਦਰ ਬੈਠਾ, ਜਿਹੜਾ ਵੀ ਸੱਚ ਦੇ ਖਿਆਲ ਮੰਗੇਗਾ, ਸੱਚ ਦੀ ਵਿਚਾਰਧਾਰਾ ਮੰਗੇਗਾ, ਉਹਨੂੰ ਮਿਲ ਜਾਏਗੀ। ਮਨ ਕੋਈ ਅਲੱਗ ਨਹੀਂ ਹੈ, ਮਨ ਹੈ ਵਿਚਾਰ। ਤੇ ਜਦੋਂ ਮਨ ਨੂੰ ਸਤਿਗੁਰੂ ਦੇ ਵਿਚਾਰ ਲੈਂਦੇ ਨੇ ਤਾਂ ਅੰਦਰ ਸਿਰਫ ਸਤਿਗੁਰੂ ਜੀ ਦੇ ਵਿਚਾਰ ਹੀ ਰਹਿੰਦੇ ਨੇ। ਸਤਿਗੁਰੂ ਜੀ ਦੇ ਵਿਚਾਰਾਂ ਨੂੰ ਮਨ ਸਿਰਫ ਨਾਮ ਦਿੱਤਾ ਗਿਆ ਹੈ। ਮਨ ਕੋਈ ਇਹ ਨਹੀਂ ਵੀ ਮਨ ਕੀ ਕਹਿੰਦਾ ਪਹਿਲਾਂ ਮਨ ਰੱਬ ਬਣ ਜਾਏਗਾ। ਮਨ ਵਿਚਾਰ ਹੀ ਮਨ ਹੈ। ਔਰ ਸਤਿਗੁਰੂ ਦੇ ਵਿਚਾਰ ਆ ਜਾਣਗੇ, ਹੁਣ ਸੱਚੇ ਵਿਚਾਰ ਆ ਗਏ, ਪਹਿਲਾਂ ਬੁਰੇ ਵਿਚਾਰ ਸਨ। ਜਦੋਂ ਅੰਤਰ ਸਾਚ ਆ ਜਾਏਗਾ, ਸੱਚ ਪ੍ਰਾਪਤ ਹੋ ਜਾਏਗਾ, ਤਾਂ ਅੰਤਰ ਸਾਚ ਆ ਜਾਏਗਾ, ਸੱਚ ਹੀ ਖਸਮ ਹੈ। ਲੇਕਿਨ ਸੱਚ ਅੰਦਰ ਆਉਣ ਦਾ ਇੱਕ ਫਲ ਪਤਾ ਕੀ ਫਾਇਦਾ ਕੀ ਹੋਏਗਾ? ਅੰਦਰ ਭਰਮ ਚਲੇ ਜਾਂਦੇ ਨੇ, ਦੋਨੋਂ ਇਕੱਠੇ ਨਹੀਂ ਰਹਿ ਸਕਦੇ। ਇਹਦਾ ਮਤਲਬ ਜਿਹੜਾ ਪਹਿਲਾਂ ਅੰਦਰ ਸਾਡੇ ਵਿਚਾਰ ਸਨ ਨਾ, ਉਹ ਭਰਮਾਂ ਵਾਲੇ ਵਿਚਾਰ ਸਨ। ਉਸ ਨੂੰ ਹੀ ਮਨਮਤ ਕਹਿੰਦੇ ਨੇ, ਉਸੇ ਨੂੰ ਹੀ ਦੂਜਾ ਭਾਵ ਆਖਦੇ ਨੇ, ਉਸੇ ਨੂੰ ਹੀ ਆਪਣੀ ਮਨ ਕੀ ਮਤ ਆਖਦੇ ਨੇ। ਔਰ ਉਸ ਨੂੰ ਕਹਿੰਦੇ ਨੇ ਮਨ ਕੀ ਮਤ ਤਿਆਗੋ ਹਰ ਜਨ, ਇਹ ਬਾਤ ਕਠੈਨੀ।
ਜਦੋਂ ਅੰਦਰ ਸੱਚ ਆ ਜਾਂਦਾ ਹੈ, ਉਹ ਜਿਹੜੀ ਬੜੀ ਮੁਸ਼ਕਲ ਕੰਮ ਸੀ ਮਨ ਦੀ ਮੱਤ ਤਿਆਗਣੀ, ਉਹ ਭਰਮ, ਉਹ ਦੂਜਾ ਭਾਵ ਚਲੇ ਜਾਂਦਾ ਹੈ। ਇਹਨੂੰ ਦੂਜੇ ਭਾਵ ਨੂੰ, ਮਨ ਕੀ ਮੱਤ ਨੂੰ ਸਭ ਤੋਂ ਅੱਛਾ ਤਰੀਕਾ ਹੈ ਦੂਰ ਕਰਨ ਦਾ, ਇਹਨਾਂ ਉੱਤੇ ਕੰਮ ਨਹੀਂ ਕਰਨਾ, ਸਤਿਗੁਰੂ ਦੀ ਮੱਤ ਲੈਣ ਵਾਲੇ ਪਾਸੇ ਕੰਮ ਕਰਨਾ ਹੈ। ਸਤਿਗੁਰੂ ਦੀ ਮੱਤ ਲੈਂਦੇ ਜਾਵਾਂਗੇ, ਇਹ ਨਿਕਲਦੇ ਜਾਣਗੇ। ਇਹ ਅੰਦਰ ਟਿਕ ਨਹੀਂ ਸਕਦੇ, ਅੰਦਰ ਇੱਕ ਵਸਤ ਹੀ ਟਿਕ ਸਕਦੀ ਹੈ, ਜਾਂ ਤਾਂ ਸਤਿਗੁਰੂ ਦੀ ਮੱਤ ਜਾਂ ਮਨ ਦੀ ਮੱਤ। ਅਸੀਂ ਸਤਿਗੁਰੂ ਦੀ ਮੱਤ ਲੈਂਦੇ ਜਾਈਏ, ਪਤਾ ਹੀ ਨਹੀਂ ਲੱਗੇਗਾ ਹੌਲੀ ਹੌਲੀ ਕਦੋਂ ਇਹ ਗਾਇਬ ਹੋ ਜਾਏਗਾ, ਅੰਦਰ ਸਿਰਫ ਸੱਚ ਹੀ ਸੱਚ ਪ੍ਰਗਟ ਹੋ ਜਾਏਗਾ। ਹਾਂ, ਸਤਿਗੁਰੂ ਇੱਥੇ ਸਮਝਾਉਂਦੇ, ਕਹਿੰਦੇ ਨੇ ਜਿਹੜਾ ਸੱਚ ਹੈ ਨਾ, ਉਹ ਸੱਚਾ ਇੱਕ ਆਪੇ ਦਾਤਾ ਹੈ। ਜਿਹੜਾ ਸੱਚ ਵਿਚਾਰ ਅਸੀਂ ਲੈਂਦੇ ਹਾਂ ਨਾ, ਫਿਰ ਆਟੋਮੈਟਿਕਲੀ ਸਾਡੀ ਬਾਡੀ ਦੇ ਵਿੱਚ ਰੱਬੀ ਸਿਸਟਮ ਹੈ, ਰੱਬੀ ਹੁਕਮ ਹੈ, ਆਪਣੇ ਆਪ ਹੀ ਉਹ ਸੱਚੇ ਵਿਚਾਰ ਨਾ ਅੰਦਰ ਸਾਰੇ ਜੀਆਂ ਜਨਤਾ ਨੂੰ ਅੱਗੇ ਆਪੇ ਦਾਤਾ ਉਹ ਜਾਂਦੀ ਰਹਿੰਦੇ ਆ ਸਾਰਿਆਂ ਨੂੰ ਅੱਗੇ, ਜਿਸ ਨੂੰ ਕਹਿੰਦੇ ਨਾ ਵੀ ਜਿਹੜਾ ਸਾਡਾ ਕੀ ਕਹਿੰਦੇ ਅੰਦਰ ਆਟੋਮੈਟਿਕਲੀ ਖੂਨ ਸਾਰਿਆਂ ਤੱਕ ਹਰੇਕ ਬੋਡੀ ਪਾਰਟਸ ਤੱਕ ਪਹੁੰਚਦਾ ਜਾ ਰਿਹਾ, ਆਪਣੇ ਆਪ ਪਹੁੰਚਦਾ ਜਾ ਰਿਹਾ। ਲੇਕਿਨ ਅਸੀਂ ਧਿਆਨ ਕੀ ਕਰਨਾ ਵੀ ਖੂਨ ਦੇ ਵਿੱਚ ਸ਼ੂਗਰ ਨਾ ਵੱਧ ਜਾਵੇ, ਫਿਰ ਸ਼ੂਗਰ ਵੀ ਜਾਏਗੀ ਹਰ ਬੋਡੀ ਪਾਰਟਸ ਵਿੱਚ ਵੱਧ। ਅਸੀਂ ਸਿਰਫ ਦੇਖੋ ਇਸ ਤਰ੍ਹਾਂ ਹੀ ਕਰਦੇ ਹਾਂ, ਐਸੇ ਸਮਝ ਲਈਏ ਸਾਡੇ ਵਿਚਾਰ ਬੋਡੀ ਦੇ ਹਰ ਪਾਰਟਸ ਤੱਕ ਜਾਂਦੇ ਹਨ, ਬਟ ਅਸੀਂ ਧਿਆਨ ਕੀ ਰੱਖਣਾ ਸਾਡੇ ਵਿਚਾਰ ਬੁਰੇ ਨਾ ਬਣ ਜਾਣ, ਬਸ ਫਿਰ ਬੁਰੇ ਵਿਚਾਰ ਜਾਣਗੇ। ਅਸੀਂ ਚੰਗੇ ਵਿਚਾਰ ਧਾਰਨ ਕਰ ਲਈਏ, ਬੋਡੀ ਦੇ ਹਰ ਪਾਰਟ ਤੱਕ ਅੰਦਰਲੇ ਵਸਦੇ ਜੀ ਜਾਨ ਤੱਕ ਉਹ ਚੰਗੇ ਵਿਚਾਰ ਜਾਂਦੇ ਨੇ। ਇਸ ਨੂੰ ਕਹਿੰਦੇ ਨੇ ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਤੇਰੇ। ਫਿਰ ਕਹਿੰਦੇ ਨੇ ਉਹ ਸ਼ਬਦ ਵਿੱਚ ਅਖੀਰ ਵਿੱਚ ਆਖਦੇ, ਕਹਿੰਦੇ ਹੁਣ ਜਿੱਥੇ ਤੱਕ ਦੇਖੋ ਜੇਤਾ ਕੀਤਾ ਤੇਤਾ ਨਾਉ, ਵਿਣ ਨਾਵੇ ਨਾਹੀ ਕੋ। ਤਾਂ ਹਰ ਇੱਕ ਜਗ੍ਹਾ ਤੱਕ ਨਾਉ ਸੱਚ ਪਹੁੰਚ ਸਕਦਾ ਹੈ, ਕਿਉਂਕਿ ਉਹ ਸਾਰੇ ਹੁਣ ਪ੍ਰਾਪਤ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਇਹ ਮਿਲ ਹੀ ਜਾਂਦਾ ਹੈ। ਲੇਕਿਨ ਸੱਚ ਨੂੰ ਪਹਿਲਾਂ ਪ੍ਰਾਪਤ ਕਰਨਾ ਤਾਂ ਹੁੰਦਾ ਹੈ, ਸੱਚ ਨੂੰ ਪਸੰਦ ਕਰੀਏ ਅਸੀਂ, ਸੱਚ ਨੂੰ ਮੰਗਾਂਗੇ ਤਾਂ ਸਾਨੂੰ ਪ੍ਰਾਪਤ ਹੋਏਗਾ। ਸੱਚ ਨੂੰ ਜੋ ਵੀ ਸੱਚ ਨੂੰ ਪਸੰਦ ਕਰਕੇ ਮੰਗੇਗਾ, ਅੰਦਰ ਵਸਦੇ ਸੱਚ ਸਰੂਪ ਜੀ ਪ੍ਰਮਾਤਮਾ ਉਸ ਨੂੰ ਆਪਣਾ ਸੱਚ ਸਰੂਪ, ਆਪਣਾ ਆਪ ਸੱਚਾ ਉਹ ਦੇ ਦੇਣਗੇ, ਉਸ ਨੂੰ ਪ੍ਰਾਪਤ ਹੋ ਜਾਏਗਾ। ਹਾਂਜੀ, ਧੰਨਵਾਦ ਵੀਰ ਜੀ, ਬਹੁਤ ਖੂਬਸੂਰਤੀ ਨਾਲ ਆਪ ਜੀ ਨੇ ਵਿਚਾਰ ਕੀਤਾ। ਹਾਂ, ਸੁਭਾਵਕ ਹੀ ਆਪ ਜੀ ਨੇ ਕੁਝ ਗੱਲਾਂ ਐਸੀਆਂ ਕੀਤੀਆਂ ਜਦੋਂ ਤੱਕ ਉਹ ਗੱਲਾਂ ਨਾ ਹੋਣ ਸੱਚ ਨਾਲ ਸਾਂਝ ਬਣਦੀ ਵੀ ਨਹੀਂ। ਆਪ ਜੀ ਨੇ ਬਿਲਕੁਲ ਠੀਕ ਕਿਹਾ ਕਿ ਸੱਚ ਜਿਹੜਾ ਹਰ ਪਾਸੇ ਵਰਤ ਰਿਹਾ, ਔਰ ਆਪ ਜੀ ਨੇ ਨਾਲ ਸਾਂਝ ਵੀ ਪਾਈ ਹੈ। ਹਮ ਅਵਗੁਣ ਭਰੇ ਦਾ ਜ਼ਿਕਰ ਵੀ ਕੀਤਾ ਹੈ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੇ ਬਿਖ ਖਾਈ। ਆਪ ਜੀ ਹਮ ਬਿਖਕ ਬੇਖਾਰੀ ਤੇਰੇ। ਅਸੀਂ ਮਨ ਦੀ ਅਵਸਥਾ ਤੱਕੀਏ ਨਾ ਵੀਰ ਜੀ, ਤੇ ਅਸੀਂ ਮਨ ਦੇ ਵਿੱਚ ਇਹ ਧਾਰਨਾ ਬਣਾ ਕੇ ਬੈਠੇ ਹਾਂ ਕਿ ਸਾਨੂੰ ਤੇ ਬਹੁਤ ਕੁਝ ਆਉਂਦਾ ਹੈ, ਆਪਣੀ ਮੈਂ ਨਹੀਂ ਛੱਡ ਪਾਉਂਦੇ। ਹਮ ਅਵਗੁਣ ਭਰੇ ਜਿਹੜਾ ਪੰਕਤੀਆਂ ਆਪ ਜੀ ਨੇ ਕੋਟ ਕੀਤੀਆਂ, ਇਹ ਮੈਨੂੰ ਸਮਝ ਆਉਂਦਾ ਹੈ ਕਿ ਇਹ ਬੜੀ ਉੱਚੀ ਅਵਸਥਾ ਹੈ। ਇਹ ਉਹ ਅਵਸਥਾ ਹੈ ਜਿਸ ਅਵਸਥਾ ਵਿੱਚ ਸਭ ਤੋਂ ਪਹਿਲਾਂ ਇੱਕ ਲੈਣ ਵਾਲੀ ਅਵਸਥਾ ਹੈ ਕਿ ਮੇਰੇ ਕੋਲ ਕੁਝ ਹੈ ਹੀ ਨਹੀਂ, ਮੇਰੇ ਕੋਲ ਅਵਗੁਣਾਂ ਤੋਂ ਬਿਨਾਂ ਹੋਰ ਕੁਝ ਹੈ ਹੀ ਨਹੀਂ, ਸਤਿਗੁਰੂ ਜੀ ਮੈਨੂੰ ਦੇ ਦਿਓ। ਜਦੋਂ ਸਾਡੇ ਮਨ ਦੀ ਇਹ ਅਵਸਥਾ ਬਣਦੀ ਹੈ ਕਿ ਮੇਰੇ ਕੋਲ ਤੇ ਸਿਰਫ ਅਵਗੁਣ ਹਨ, ਤਾਂ ਸੱਚ ਆ ਕੇ ਵਸਣਾ ਆਰੰਭ ਹੁੰਦਾ ਹੈ। ਕਿਉਂਕਿ ਜਦੋਂ ਤੱਕ ਸਾਡੇ ਅੰਦਰ ਮੈਂ ਟਿੱਕੀ ਹੁੰਦੀ ਹੈ, ਮੈਂ ਕਿਸੇ ਹੋਰ ਨੂੰ ਆਉਣ ਹੀ ਨਹੀਂ ਦਿੰਦੀ। ਸੱਚੇ ਗੁਣ ਅਸੀਂ ਜ਼ਬਾਨੀ ਪੜ੍ਹਦੇ ਹਾਂ, ਕੰਨੀ ਸੁਣਦੇ ਹਾਂ, ਪਰ ਮਨ ਵਿੱਚ ਟਿਕ ਹੀ ਨਹੀਂ ਪਾਉਂਦੇ। ਕਿਉਂ ਨਹੀਂ ਟਿਕ ਪਾਉਂਦੇ? ਕਿਉਂਕਿ ਪਹਿਲਾਂ ਅੰਦਰ ਮੈਂ ਬੈਠੀ ਹੈ, ਮੈਂ ਅੰਦਰ ਕਿਸੇ ਹੋਰ ਵਿਚਾਰ ਨੂੰ ਆਉਣ ਹੀ ਨਹੀਂ ਦਿੰਦੀ। ਜਦੋਂ ਮਨ ਦੇ ਵਿੱਚ ਇਹ ਵਿਚਾਰ ਆਉਂਦੇ ਹਨ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੇ ਬਿਖ ਖਾਈ। ਜਦੋਂ ਮਨ ਦੀ ਇਹ ਅਵਸਥਾ ਬਣਦੀ ਹੈ, ਤਾਂ ਫਿਰ ਮਨ ਦੇ ਵਿੱਚੋਂ ਮੈਂ ਬਾਹਰ ਹੁੰਦੀ ਹੈ, ਤਾਂ ਮਨ ਵਿੱਚ ਟਿਕਾਣਾ ਬਣਦਾ ਹੈ ਕਿ ਸੱਚ ਆ ਕੇ ਟਿਕ ਸਕੇ। ਬਹੁਤ ਖੂਬਸੂਰਤ ਵਿਚਾਰ ਦਿੱਤੇ, ਧੰਨਵਾਦ ਆਪ ਜੀ ਦਾ। ਅੱਜ 2 ਸ਼ਬਦਾਂ ਦੇ ਪਾਠ ਹੋਏ, और मिलकर हाँ पाठ कर लिए, फिर समाप्ति है पाठ सेशन की। सतगुर सेवे से वड भागी, सहज पाए सच्ची लिव लागी। सचो सच कमावे सदही, सच्चे मेल मिलाएंदा। जिसनो सच्चा दे सो पाए, अंतर साच भरम चुकाए। सच सच्चे का आपे दाता, जिस देवै सो सच पाएंदा। सच सच्चे का आपे दाता, जिस देवै सो सच पाएंदा। यहाँ बेअंत भुलां दी खिमा। वाहिगुरू जी का खालसा,
ਵਾਹਿਗੁਰੂ ਜੀ ਕੀ ਫਤਿਹ। ਦੀਪਵਿੰਦਰ ਸਿੰਘ ਜੀ ਨੇ ਇੱਕ ਸਵਾਲ ਪਾਇਆ ਸੀਗਾ, ਉਹਨਾਂ ਨੇ ਦਰਸ਼ਨਾਂ ਦੇ ਬਾਰੇ ਜ਼ਿਕਰ ਕੀਤੀ ਸੀ। ਦੀਪਵਿੰਦਰ ਵੀਰ ਜੀ, ਗੁਰਬਾਣੀ ਦੇ ਵਿਚਾਰਾਂ ਦੀ ਸਾਂਝ ਹੀ ਅਸਲ ਦਰਸ਼ਨ ਹਨ। ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਰਲ ਮਿਲ ਕੇ ਰੋਜ਼ਾਨਾ ਕਰੀਏ, ਇਸੇ ਲਈ ਆਰੰਭਤਾ ਵਿੱਚ ਜ਼ਿਕਰ ਕਰੀਦਾ ਹੈ ਕਿ ਆਓ ਰਲ ਮਿਲ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਲਈਏ। ਮੱਥਾ ਟੇਕਣਾ और गुरु ग्रंथ साहब जी दे इंज कह लीए प्रकाश करके गुरबाणी पढ़ना बहुत अच्छे कर्म है। गुरबाणी पढ़ना ही असल दर्शन है। उहियो दर्शन जेड़े कोशिश करी दी असी रल मिल के सांझ पा लीए। हरविंदर वीर जी, एक जसपाल वीर जी ने एक सवाल पाया है, कोटेश्वर दे विच पाया है। आप जी थोड़ा जा पास्ट टेंस ते प्रेजेंट टेंस लेके कर रहे हैं, उस बाबत विचार हो चुकी है। अरविंदर वीर जी, सुखविंदर वीर जी, आप जी थोड़ी सी सांझ पा दिया जी। अगर सवाल आप जी पढ़ चुके होते, लगाइंदा ते शायद पाइंदा अखर ਨੂੰ ਲੈ ਕੇ ਕਰ ਰਹੇ ਹਨ। ਸੁਨ ਸਮਾਦ ਲਗਾਇੰਦਾ ਨੂੰ ਪਾਸਟ ਟੈਂਸ ਵਿੱਚ ਕਿਉਂ ਲਿੱਤਾ ਜਾਂਦਾ ਹੈ, ਉਹ ਪ੍ਰੈਜ਼ੈਂਟ ਟੈਂਸ ਵਿੱਚ ਕਿਉਂ ਨਹੀਂ ਲਿੱਤਾ ਜਾਂਦਾ, ਜਾਂ ਪ੍ਰੈਜ਼ੈਂਟ ਵਿੱਚ ਕੁਝ ਲੈਂਦੇ ਨੇ, ਉਸ ਬਾਬਤ ਵਿਚਾਰ ਦੇ ਦਿਆ ਜੀ। ਨਾ ਜਦੋਂ ਇੱਥੇ ਵੀ ਕਹਿੰਦੇ ਨੇ ਨਾ ਤਦੋਂ ਉਸ ਟਾਈਮ ਤੇ ਤਾਂ ਸਾਰੀ ਗੱਲਾਂ ਜਿਹੜੀਆਂ ਚੱਲਦੀਆਂ ਪਈਆਂ ਨੇ ਨਾ ਉਹ ਉਸ ਟਾਈਮ ਦੀਆਂ ਨੇ। ਜਦੋਂ ਇੱਕ ਮੈਂ ਸ਼ਬਦ ਵੀ ਖੋਲ ਲੈਣਾ ਵਾ, ਇਹ ਜਦੋਂ ਅੰਦਰ ਵੀ ਗੱਲ ਕਰਦੇ ਨਾ ਵੀ ਉਹ ਵਹਾਇੰਦਾ, ਸਾਰੀ ਗੱਲਾਂ ਜਿਹੜੇ ਸਾਰੇ ਉਸ ਟਾਈਮ ਦੇ ਪਾਸਟ ਟੈਂਸ ਅੰਦਰ ਹੀ ਚੱਲਦੇ ਪਏ ਨੇ। ਜਦੋਂ ਇਹ ਸ੍ਰਿਸ਼ਟੀ ਨਹੀਂ ਸੀ ਨਾ ਤਦ ਤਾਂ ਸਾਰੇ ਜਿਹੜੀ ਗੱਲਾਂ ਚੱਲਦੇ ਪਏ ਨੇ, ਅਰਬਨ ਨਰਬਤ ਧੁੰਦੂ ਕਾਰਾ ਧਰਨ ਨਾ ਗਗਨਾ ਹੁਕਮ ਅਪਾਰਾ ਨਾ ਦਿਨ ਰੈਨ ਚੰਦ ਨਾ ਸੂਰਜ ਸੁਰ ਸਮਾਦ ਲਗਾਇੰਦਾ। ਇੱਕ ਮੈਂ ਹੋਰ ਵੀ ਅੱਗੇ ਕਰ ਲੈਣਾ, ਨਾ ਤਦ ਸੁਰਗ ਮਚ ਪਿਆਲਾ। ਤਦ ਮੀਨਸ ਉਸ ਟਾਈਮ ਤੇ, ਜਦੋਂ ਵਾਲੀ ਕਿੰਨਾ ਸਪਸ਼ਟ ਹੈ ਇੱਥੇ, ਨਾ ਤਦ ਉਸ ਸਮੇਂ। ਇਹ ਬਿਲਕੁਲ ਪਾਸਟ ਟੈਂਸ ਦੀਆਂ ਗੱਲਾਂ ਹੀ ਚੱਲਦੀਆਂ ਪਈਆਂ ਨੇ, ਪ੍ਰੈਜ਼ੈਂਟ ਟੈਂਸ ਦੀਆਂ ਗੱਲਾਂ ਨਹੀਂ ਚੱਲਦੀਆਂ ਪਈਆਂ। ਜੇ ਉਹਨਾਂ ਨੇ ਹੋਰ ਕੁਝ ਐਡ ਕਰਨਾ ਚਾਹੁੰਦੇ ਨੇ ਟੂ ਸਟੇਟ ਹਿਸ ਪੁਆਇੰਟ, ਉਹ ਕਰ ਸਕਦੇ ਨੇ। ਜੀ ਸੁਖਵਿੰਦਰ ਵੀਰ ਜੀ, ਉਸ ਸਮੇਂ ਤੇ ਨਹੀਂ ਸੀ ਨਾ ਤਦ ਸੁਰਗ ਮਚ ਪਿਆਲਾ, ਉਸ ਸਮੇਂ ਉਹ ਹੁਣ ਦੀ ਗੱਲ ਨਹੀਂ ਹੁੰਦੀ ਪਈ। ਸਤਬੀਰ ਵੀਰ ਜੀ, ਜੀ ਵੀਰ ਜੀ ਮੈਂ ਨਾ ਰਿਕੁਐਸਟ ਕਰਾਂਗਾ ਜਸਪਾਲ ਜੀ ਨੂੰ, ਜੇ ਉਹ ਆਪ ਹੀ 2 ਮਿੰਟ ਥੋੜਾ ਕੁਝ ਕਹਿਣਾ ਚਾਹਣ ਤਾਂ ਕਿ ਨਾ ਸਾਰਿਆਂ ਨੂੰ ਸ਼ੇਅਰਿੰਗ ਹੋ ਜਾਏਗੀ, ਬਹੁਤ ਅੱਛਾ ਹੋਏਗਾ ਜੇ ਆਪਾਂ ਉਹਨਾਂ ਨੂੰ 2 ਮਿੰਟ ਪੁੱਛ ਲਈਏ ਆਪ ਹੀ। ਬਿਲਕੁਲ ਤਜਿੰਦਰ ਵੀਰ ਜੀ, ਉਹਨਾਂ ਦੀ ਜਸਪਾਲ ਵੀਰ ਜੀ ਦੀ ਆਡੀਓ ਔਨ ਕਰਿਆ ਜੀ। ਹਾਂ ਜਸਪਾਲ ਵੀਰ ਜੀ, ਸਾਂਝ ਪਾਇਆ ਜੀ ਆਪਣੇ ਸਵਾਲ ਦੀ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ। ਫਤਿਹ। ਹਾਂਜੀ ਵੀਰ ਜੀ, ਆਇਆ ਜਾਵੇ ਕਿ ਤਦ ਲਫ਼ਜ਼ ਦੇ ਮਾਇਨੇ ਇਹ ਵੀ ਹੁੰਦੇ ਆ ਕਿ ਅਗਰ ਸਾਡੇ ਮਨ ਦੀ ਇਹ ਅਵਸਥਾ ਹੁੰਦੀ ਹੈ ਤਦ ਇਹ ਵੀ ਹੁੰਦਾ ਹੈ ਇੱਥੇ। ਕਿਉਂਕਿ ਦੇਖੋ ਕੰਟੀਨਿਊਟੀ ਦੇ ਵਿੱਚ ਆਪਾਂ ਸਾਰੇ ਸ਼ਬਦ ਲਗਾਏ ਦਾ, ਧਿਆਏ ਦਾ, ਜਾਏ ਦਾ, ਕੋਈ ਇੱਕ ਸ਼ਬਦ ਦੇ ਅਰਥ ਵੀ ਆਪਾਂ ਪਾਸਟ ਵਿੱਚ ਨਹੀਂ ਕੀਤੇ। ਉਹੀ ਪ੍ਰਕਰਨ ਚੱਲ ਰਿਹਾ, ਸੇਮ ਪ੍ਰਕਰਨ ਚੱਲ ਰਿਹਾ ਵੀਰ ਜੀ। ਪਰ ਅਸੀਂ ਇੱਕ ਜਿੱਦਾਂ ਧਾਰਨਾ ਬਣਾ ਲਈਏ ਕਿ ਜੋ ਸਾਡੇ ਮਨ 'ਚ ਪਾ ਦਿੱਤਾ ਗਿਆ ਕਿ ਇਹ ਉਦੋਂ ਕਦੀ ਰੱਬ ਨਹੀਂ, ਰੱਬ ਸੀ ਤੇ ਕੁਦਰਤ ਨਹੀਂ ਸੀ। ਸੋ ਵੀਰ ਜੀ, ਮੈਂ ਸਵਾਲ ਇਹੀ ਹੈ ਕਿ ਇੱਕ ਹੀ ਉਹੀ ਜਿਹੜੀ ਚੀਜ਼ ਹੈ ਜੋ ਅਸੀਂ ਇੱਕ ਜਿੱਦਾਂ ਰੱਟ ਲਈ ਹੈ ਕਿ ਉਦੋਂ ਰੱਬ ਸੀ ਤੇ ਕੁਦਰਤ ਨਹੀਂ ਸੀ, ਉਦੋਂ ਕੱਲਾ ਰੱਬ ਸਮਾਧੀ ਲਾ ਕੇ ਬੈਠਾ ਸੀ, ਉਹਦੇ ਅਸੀਂ ਅਰਥ ਕਿਤੇ ਗਲਤ ਕਰ ਰਹੇ ਹਾਂ। ਕਿਉਂਕਿ ਤਦ ਦਾ ਮਤਲਬ ਇਹ ਵੀ ਹੁੰਦਾ ਹੈ ਕਿ ਅਗਰ ਇਹ ਚੀਜ਼ ਹੈ ਤਦ ਤੂੰ ਇਹ ਕਰਦਾ, ਅਗਰ ਤੂੰ ਇਹ ਕਰਦਾ ਤਦ ਤੂੰ ਇਹ ਕਰਦਾ। ਤਦ ਦੇ ਮਾਇਨੇ ਇੱਕ ਇਹ ਹੀ ਨਹੀਂ ਹੁੰਦੇ ਕਿ ਪਾਸਟ ਵਿੱਚ ਜਾ ਕੇ ਹੁੰਦੇ ਨੇ, ਨਹੀਂ ਹੁੰਦੇ ਜੀ, ਕਿਉਂਕਿ ਕਿਰਿਆ ਦੇ ਨਾਲ ਹੋਣੇ ਨੇ ਜੀ। ਜਿਹੜੇ ਵੀ ਮਾਇਨੇ, ਜਿਹੜਾ ਜਿਵੇਂ ਕੱਲ ਵੀਰ ਜੀ ਨੇ ਕਿਹਾ ਸੀ ਨਾ ਵੀ ਇਹ ਕਿਰਿਆ ਨਹੀਂ ਹੈ, ਜਾਵੇਂ ਆਵੇਂ ਕਿਰਿਆ ਹੈ, ਇਹ ਬਹੁਵਚਨ ਦੀ ਕਿਰਿਆ ਨਹੀਂ ਹੈ। ਲੇਕਿਨ ਬਹੁਵਚਨ ਜਿਹੜਾ ਸਬਜੈਕਟ ਹੁੰਦਾ ਹੈ ਨਾ, ਉਹਦੇ ਨਾਲ ਕਿਰਿਆ ਬਦਲ ਜਾਂਦੀ ਹੈ। ਕਿੱਥੇ ਜਾਵੇਂ ਲੱਗਣਾ ਹੈ, ਕਿੱਥੇ ਜਾਏ ਲੱਗਣਾ ਹੈ ਨਾ, ਤੇ ਇਹ ਸਾਰੀ ਚੀਜ਼ ਹੁੰਦੀ ਕਿਰਿਆ ਹੀ ਹੈ। ਲੇਕਿਨ ਜਿੱਥੇ ਸਬਜੈਕਟ ਦੇ ਨਾਲ ਉਹ ਇੱਕ ਵਚਨ ਚ ਆ ਰਿਹਾ ਹੈ, ਬਹੁਵਚਨ ਚ ਆ ਰਿਹਾ ਹੈ, ਪਾਸਟ ਟੈਂਸ ਚ ਆ ਰਿਹਾ ਹੈ, ਫਿਊਚਰ ਚ ਆ ਰਿਹਾ ਹੈ, ਉੱਥੇ ਉਹਨਾਂ ਦੇ ਅਲੱਗ-ਅਲੱਗ ਉਹਦਾ ਲਿਖਤੀ ਰੂਪ ਅਲੱਗ-ਅਲੱਗ ਹੋ ਜਾਂਦਾ ਹੈ ਜੀ। ਸੋ ਇੱਥੇ ਤਦ ਦੇ ਮਾਇਨੇ ਸਿਰਫ ਪਾਸਟ ਵਿੱਚ ਸਾਨੂੰ ਲੈ ਜਾਣ, ਫਿਰ ਇਹ ਗੱਲ ਜਿਹੜੀ ਹੈ ਉਹ ਗੁਰਮਤਿ ਦੇ ਅਨੁਸਾਰ ਹੀ ਨਹੀਂ ਹੁੰਦੀ ਕਿ ਜਿਵੇਂ ਆਪਾਂ ਜਨਮ ਕੀ ਇਸ ਮਨ ਕੋ ਮਨ ਲੱਗੀ, ਫਿਰ ਆਪਾਂ ਪਿਛਲੇ ਜਨਮਾਂ ਤੇ ਜਾਵਾਂਗੇ ਜੀ, ਸਾਡੀ ਉਦੋਂ ਮਨ ਲੱਗੀ ਆ। ਇੱਕ ਉਦਾਹਰਨ ਲਈਏ ਤੇ ਉੱਥੇ ਵੀ ਤੇ ਇਹੋ ਹੀ ਜਨਮ ਦੀ ਗੱਲ ਕੀਤੀ ਹੈ ਨਾ ਕਿ ਬਹੁਤ। ਆਡੀਓ ਆਫ ਹੋ ਗਈ ਹੈ ਵੀਰ ਜੀ, ਜਸਪਾਲ ਵੀਰ ਜੀ ਆਡੀਓ ਆਫ ਹੋ ਗਈ ਤੁਹਾਡੀ, ਔਨ ਕਰ ਲਓ ਆਡੀਓ।
ਹਾਂਜੀ ਹਾਂਜੀ ਵੀਰ ਜੀ, ਮੈਂ ਇਹ ਕਹਿੰਦਾ ਸੀ ਕਿ ਜਿਵੇਂ ਕਿ ਵੀਰ ਤਜਿੰਦਰਪਾਲ ਸਿੰਘ ਜੀ ਕਹਿ ਰਹੇ ਨੇ ਕਿ ਅਸੀਂ ਇਹ ਸ਼ਬਦ ਦੀ ਵਿਚਾਰ ਕਰ ਚੁੱਕੇ ਹਾਂ, ਮੈਨੂੰ ਸਿਰਫ ਲਿੰਕ ਦੇ ਦਿਓ, ਮੈਂ ਪੜ੍ਹ ਲੈਣਾ। ਅਗਰ ਮੇਰੀ ਉੱਥੇ ਸੰਤੁਸ਼ਟੀ ਹੋ ਜਾਂਦੀ ਤੇ ਮੇਰਾ ਸਵਾਲ ਆਟੋਮੈਟਿਕਲੀ ਬੰਦ ਹੋ ਜਾਏਗਾ ਜੀ। ਜਸਪਾਲ ਜੀ ਸਿਰਫ ਪਾਇਦਾ ਤੇ ਆਪਣਾ ਤੁਸੀਂ ਪਾਇਦਾ ਦੇ ਅਰਥ ਥੋੜਾ ਸ਼ਾਂਤ ਕਰ ਦਿਓ ਸਾਰੀ ਸੰਗਤ ਨੂੰ। ਪਾਇਦਾ ਦੇ ਅਰਥ ਪਾਏ ਪਾਉਂਦਾ ਹੈ, ਹਾਂਜੀ ਪਾਉਂਦਾ ਹੈ, ਉਹਦਾ ਹਾਂਜੀ ਕਰੀ ਜਾਂਦੇ। ਗੁਰਬਾਣੀ ਵਿੱਚ ਵੀ ਇਹਦੇ ਅਰਥ ਆਇਆ ਪਾਉਂਦਾ ਹੈ, ਪ੍ਰਾਪਤ ਕਰਦਾ ਹੈ। ਆਪਾਂ ਕਰ ਰਹੇ ਹਾਂ ਵੀਰ ਜੀ, ਰੋਜ਼ ਕਰ ਰਹੇ ਹਾਂ, ਆਪਾਂ ਹਾਂਜੀ ਰੋਜ਼ ਹੀ ਕਰ ਰਹੇ ਹਾਂ ਆਪਾਂ। ਬਿਲਕੁਲ ਸਹੀ ਅਰਥ ਹੈ। ਗੁਰਬਾਣੀ ਵੀ ਇਸੇ ਤਰ੍ਹਾਂ ਆਖਦੀ ਹੈ, ਕਹਿੰਦੀ ਮਨ ਚਿੰਦੀ ਸੋ ਫਲ ਪਾਇੰਦਾ। ਕਦੋਂ ਜਦੋਂ ਸਾਡਾ ਮਨ ਸੱਚ 'ਚ ਜੁੜਦਾ ਹੈ ਤਾਂ ਉਹ ਮਨ ਉਹਦੇ ਜਿਹੜੇ ਪ੍ਰਾਪਤ ਫਲ ਕਰਦਾ ਹੈ, ਪਾਉਂਦਾ ਹੈ। ਇਹ ਪ੍ਰੈਜ਼ੈਂਟ ਟੈਂਸ ਵਿੱਚ ਹੀ ਗੁਰਬਾਣੀ ਨੇ ਯੂਜ਼ ਕੀਤਾ। ਬਿਲਕੁਲ ਸਹੀ ਹੈ ਵਿੱਚ ਪਾਉਂਦਾ ਹੈ, ਪ੍ਰਾਪਤ ਕਰਦਾ ਹੀ ਪਾਇਦਾ ਦਾ ਅਰਥ ਬਣਦੇ ਹਨ। ਬਿਲਕੁਲ ਠੀਕ ਹੈ। ਜੇ ਮੈਨੂੰ ਲਿੰਕ ਸ਼ੇਅਰ ਕਰ ਦੇਣਾ ਵੀਰ ਜੀ, ਅਗਰ ਜਦੋਂ ਕਦੀ ਵੀਰ ਜੀ ਕਰ ਦਾਂਗੇ ਵੀਰ ਜੀ। ਹਾਂਜੀ ਮੈਂ ਉਹਨੂੰ ਸਟੱਡੀ ਕਰ ਲਵਾਂਗਾ। जी जसपाल वीर जी, आप जी का सवाल का तकरीबन जवाब हो गया। ਜਿਹੜੀ ਗੱਲ ਆਪ ਜੀ ਸ੍ਰਿਸ਼ਟੀ ਨਾਲ ਰਿਲੇਟ ਕਰਕੇ ਆਪ ਜੀ ਗੱਲ ਕਰ ਰਹੇ ਸੀ, ਇੱਕ ਸ਼ਲੋਕ ਜਪਜੀ ਸਾਹਿਬ ਦੇ ਬਿਲਕੁਲ ਆਰੰਭ ਵਿੱਚ ਸ਼ਲੋਕ ਜਿਹੜਾ ਹੈਗਾ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਅਮੂਮਨ ਤਿੰਨ ਗੱਲਾਂ ਦੀ ਗੱਲ ਕੀਤੀ ਜਾਂਦੀ ਹੈ, ਪਾਸਟ, ਪ੍ਰੈਜ਼ੈਂਟ ਐਂਡ ਫਿਊਚਰ। ਪਰ ਇਸ ਸ਼ਲੋਕ ਵਿੱਚ ਚਾਰ ਦੀ ਜ਼ਿਕਰ ਕੀਤੀ ਹੈ। ਜੁਗਾਦ ਸੱਚ ਤੋਂ ਭਾਵੇਂ ਜਦੋਂ ਜੁਗਾਂ ਦੀ ਆਰੰਭਤਾ ਹੋਈ, ਔਰ ਜਦੋਂ ਜੁਗ ਨਹੀਂ ਬਣੇ ਸੀ ਆਦ ਸੱਚ ਭਾਵ ਮੁੱਢ ਤੋਂ ਹੀ ਸੱਚ ਸੀ, ਸਦੀਵ ਰਹਿਣ ਵਾਲਾ ਸੱਚ ਸੀ। ਜੀ ਤਜਿੰਦਰ ਵੀਰ ਜੀ ਅਗਲਾ ਸਵਾਲ ਲੈ ਲੈ। ਹਰਪ੍ਰੀਤ ਵੀਰ ਜੀ ਆਪ ਜੀ ਸਕਰੀਨ ਤੇ ਸ਼ੇਅਰ ਕਰ ਦੇਣਾ। ਸੰਜੀਵ ਸਿੰਘ ਕੈਨੇਡਾ ਵੀਰ ਜੀ ਦਾ ਹੈਗਾ, ਥੋੜਾ ਜਿਹਾ ਉੱਤੇ ਕਰੋਗੇ ਵੀਰ ਜੀ। ਉਹਦੇ ਵਿੱਚ ਤੂੰ ਜਿਹੜਾ ਸ਼ਬਦ ਹੈਗਾ ਉਹ 5 ਵਾਰੀ ਆ ਰਿਹਾ ਸੀਗਾ ਤੇ ਉਹ ਪੁੱਛ ਰਹੇ ਸਨ ਇਹ ਵੀਰ ਜੀ। ਹਾਂਜੀ ਥੋੜਾ ਜਿਹਾ ਉੱਤੇ ਜੀ ਵੀਰ ਜੀ, ਥੋੜਾ ਜਿਹਾ ਉੱਤੇ ਵੀਰ ਜੀ, ਕਿਉਂਕਿ ਇੱਕ ਲਾਸਟ ਲਾਈਨ ਛੁਪ ਰਹੀ ਹੈ ਵੀਰ ਜੀ। ਸੰਜੀਵ ਵੀਰ ਜੀ ਆਪ ਜੀ ਨੇ ਇਹ ਪੁੱਛਿਆ ਸੀਗਾ ਕਿ ਇਹਦੇ ਵਿੱਚ ਮੈਂ ਵੀਰ ਜੀ ਆਪ ਜੀ ਦੀ ਆਡੀਓ ਔਨ ਕਰ ਰਿਹਾ ਕਿ ਇਹਦੇ ਵਿੱਚ ਤੂੰ ਜਿਹੜਾ 5 ਵਾਰੀ ਆ ਰਿਹਾ ਕਿਸ ਬਾਬਤ ਆ ਰਿਹਾ। ਹਾਂਜੀ ਵੀਰ ਜੀ, ਬਸ ਮੇਰਾ ਇਹੀ ਸਵਾਲ ਸੀ ਕਿ ਭਈ ਇਹ ਇੱਕ ਵਾਰੀ ਨਾ ਹੋ ਕੇ 5 ਵਾਰੀ ਕਿਉਂ ਹੈ। ਜੀ ਵੀਰ ਜੀ ਹਵਿੰਦਰ ਵੀਰ ਜੀ, ਸਤਬੀਰ ਵੀਰ ਜੀ ਆਪ ਜੀ ਵਿਚਾਰ ਸਟਾਰਟ ਕਰਿਓ। ਦੇਖੋ ਜੋ ਮੈਨੂੰ ਅਜੇ ਤੱਕ ਮੈਂ ਸ਼ਬਦ ਪੜਿਆ ਨਹੀਂ ਹੈ, ਪਰ ਜਿੰਨਾ ਮੈਨੂੰ ਸਮਝ ਆ ਰਿਹਾ ਤੂੰ ਇਸ ਤਰ੍ਹਾਂ ਦੇ ਅੱਖਰ ਕਈ ਵਾਰੀ ਆਉਂਦੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ। ਉਹ ਉੱਚੀ ਸੁਰਤ, ਜੁੜੀ ਹੋਈ ਸੁਰਤ ਦੇ ਨਾਲ ਜਦੋਂ ਪ੍ਰੇਮ ਭਾਵ ਵਿੱਚ, ਪ੍ਰੇਮਾ ਭਗਤੀ ਵਿੱਚ ਕਈ ਥਾਵਾਂ ਤੇ ਭਗਤਾਂ ਨੇ ਜਿਹੜੀ ਉਚਾਰਨ ਕੀਤੀ ਹੈ, ਔਰ ਦੂਜੇ ਪਾਸੇ ਇੱਕ ਥਾਂ ਤੇ ਕਈ ਥਾਵਾਂ ਤੇ ਜਿਹੜਾ ਆਉਂਦਾ ਨਾ ਅੱਖਰ ਕਈ ਐਸੇ ਜੋੜਤੇ ਹਨ, ਭਗਤਾਂ ਨੇ ਆਪ ਜੋੜੇ ਹਨ ਜਾਂ ਗੁਰੂ ਸਾਹਿਬਾਨ ਨੇ ਜੋੜੇ ਹਨ। ਉਹਨੂੰ ਇੰਜ ਕਹਿ ਲਈਏ ਕਾਵ ਰੂਪ ਨੂੰ ਵਜ਼ਨ ਪੂਰਾ ਕਰਨ ਲਈ ਵੀ ਦਿੱਤੇ ਜਾਂਦੇ ਨੇ ਕਈ ਥਾਵਾਂ ਤੇ। ਉਹ ਵਜ਼ਨ ਦੀ ਪੂਰਤੀ ਲਈ ਇੱਕ ਜਿਹੜੀ ਚਾਲ ਹੁੰਦੀ ਹੈ, ਚਾਲ ਦੀ ਪੂਰਤੀ ਲਈ ਵੀ ਦਿੱਤੇ ਜਾਂਦੇ ਨੇ। ਲੇਕਿਨ ਇੱਥੇ ਤੂੰ ਜਿਹੜਾ 5 ਵਾਰੀ ਆ ਰਿਹਾ ਹੈ, ਇਹ ਉੱਚੀ ਅਵਸਥਾ ਦੀ ਸਮਝ ਆ ਰਹੀ ਹੈ। ਜਦ ਤੱਕ ਪੂਰਾ ਸ਼ਬਦ ਜਦ ਤੱਕ ਅਸੀਂ ਨਹੀਂ ਪੜਾਂਗੇ, ਬਾਕੀ ਤੂੰ ਦੇ ਇਹੋ ਅਰਥ ਜਿਹੜੇ ਨੇ ਉਹ ਸਾਹਮਣੇ ਸਮਝ ਆਉਂਦੇ ਨੇ। ਜੀ ਅਰਵਿੰਦ ਵੀਰ ਜੀ ਇੱਥੇ ਜ਼ਿਆਦਾ ਸਟ੍ਰੈਸ ਦਿੱਤਾ ਜਾ ਰਿਹਾ ਬਈ ਕੇਵਲ ਤੇ ਕੇਵਲ ਤੂੰ ਹੀ ਹੈ। ਬੜਾ ਲਾਈਨ ਆਂਦੀ ਤਿੰਨ ਸੇਵਾ ਹਮ ਲਾਏ ਹਰੇ ਜਨ ਨਾਨਕ ਕੇ ਹਰ ਤੂੰ ਭਗਵਾਨ। ਸ਼ਾਇਦ ਬਹੁਤ ਸਟ੍ਰੈਸ ਕਰਕੇ ਨਾ ਵੀ ਮੇਰੇ ਵਾਸਤੇ ਕੇਵਲ ਤੂੰ ਹੈ ਰੱਬਾ, ਮੇਰੇ ਵਾਸਤੇ ਤੂੰ ਹੀ ਇਹ ਕੁਝ ਜਿਹੜਾ ਹੈ ਨਾ ਵੀ ਉਹਨਾਂ ਦੀ ਸੇਵਾ ਤੂੰ ਲਗਾ ਸਕਣਾ ਤੇ ਤੂੰ ਹੀ ਲਗਾ। ਉਹ ਇੱਕ ਹੋ ਸਕਦਾ ਹੈ ਕਿ ਵੀਰ ਜੀ ਕਰਨ ਵੀ ਕਾਵਕ ਜਿਹੜਾ ਉਹਦੀ ਪੂਰਤੀ ਵਾਸਤੇ ਵੀ ਕੀਤਾ ਗਿਆ ਹੋਵੇ। ਤੇ ਕੋਈ ਕਬੀਰ ਸਾਹਿਬ ਦੇ ਸ਼ਬਦਾਂ ਦਾ ਵਣਾ ਹੰਬੇ ਆਉਂਦਾ ਹੈ, ਉਹਨਾਂ ਦੇ ਅਰਥ ਅਸੀਂ ਜਦੋਂ ਦਰਪਣ ਵਿੱਚ ਵੀ ਦੇਖਦੇ ਹਾਂ ਤਾਂ ਉਹਨਾਂ ਦੇ ਕੋਈ ਅਰਥ ਨਹੀਂ ਬਣਦੇ ਪਏ, ਲੇਕਿਨ ਉਹ ਸ਼ਾਇਦ ਕਿਸੇ ਨਾ ਕਿਸੇ ਪੂਰਤੀ ਵਾਸਤੇ ਜਿਹੜਾ ਨਾ ਵੀ ਇਵਨ ਕਾਵਕ ਚਾਲ ਨੂੰ ਮੇਨਟੇਨ ਕਰਨ ਵਾਸਤੇ। ਜਾਂ ਇੱਥੇ ਇੱਕ ਇਮੈਂਸ ਹੈਗੀ ਸਟ੍ਰੈਸ ਕਿ ਬਈ ਕੇਵਲ ਤੇ ਕੇਵਲ ਤੂੰ ਅਸੀਂ ਕਿਉਂ ਵਾਰ ਕਹਿੰਦੇ ਪਿਆ, ਇੱਕ ਵਾਰ ਵੀ ਕਹਿ ਸਕਦੇ ਸੀ, ਲੇਕਿਨ ਬਹੁਤ ਤੂੰ ਕਰ ਸਕਣਾ ਹੈ, ਕੇਵਲ ਤੇ ਕੇਵਲ ਤੂੰ ਕਰ ਸਕਣਾ। ਮੇਰੇ ਹਿਸਾਬ ਨਾਲ ਲੋਕਾਂ ਨਾਲ ਆ ਰਿਹਾ। ਬਾਕੀ ਤੇ जी सुखविंदर जी कुछ ऐड करना चाहोगे आप जी? भूपिंदर वीर जी, भूपिंदर वीर जी आप जी थोड़ा विचार दे दो इस बाबत। देखो स्ट्रेस ते सारा तू ते ही है, हरविंदर जी ठीक कह रहे ने। ते ज्यादा तो ज्यादा ਅਸੀਂ ਇਹ ਹੋਰ ਗਹਿਰਾਈ ਜਾਈਏ ਤਾਂ ਆਪ ਨੂੰ ਤੇ ਟੁਕਾਣ ਤੋਂ ਬਾਅਦ ਅਲਟੀਮੇਟਲੀ ਇਹਦੇ ਸੋ ਮੈਸੇਜ ਤਾਂ ਤੂੰ ਦਾ ਹੀ ਲੈਣਾ ਹੈ।
ਬਾਕੀ ਥੋੜਾ ਰਾਗ ਔਰ ਜਿਹੜੀ ਉਹਦੀ ਪੋਇਟਿਕ ਚਾਲ ਹੈ ਉਹਦੇ ਵਿਚਕਾਰ ਪਿਆਰ ਵਿੱਚ ਇਸ ਤਰ੍ਹਾਂ ਕਹਿੰਦੇ ਹਨਾ, ਨਿਰਮਲ 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 ਤੇਰੀ ਬਾਣੀ, ਇਸ ਤਰ੍ਹਾਂ ਕਹਿੰਦੇ ਹਨ। ਸਭ ਬਾਣੀ ਚ ਇਹ ਪੋਇਟਿਕ ਚਾਲ ਦਾ ਆਪਣਾ ਸਵਾਦ ਵੀ ਹੈ ਉਹਨਾਂ ਦਾ। मैसेज दे तू ही है ना। जी जी, तू करता तू हुआ मुझ में रहा ना हूं, बिल्कुल तू दे उत्ते ही बिल्कुल ओयो अवस्था विच बयान करन दा। जिन्ना दा क्वेश्चन ना उन्हां नूं पुछ सकदे आ भी तुहाडे कोल कोई तुसी इहदे बारे कोई विचार है कित्थों कुछ लिया ते सानू भी दे दिओ, ਅਸੀਂ समझ सकांगे, ਅਸੀਂ उस एंगल ਵੱਲ ध्यान कर सकांगे। बहुत बहुत बढ़िया गल कीती भुपिंदर वीर जी। अगर वीर जी आप जी ऑन करके कुछ विचार देना चाहते हो, अगर आप जी ਨੂੰ ਕੁਝ ਇਸ ਬਾਬਤ ਸਮਝ ਆਈ ਹੈ ਤੇ ਅਸੀਂ ਸਾਰੇ ਸਿੱਖਣ ਨਹੀਂ ਬੈਠੇ ਹਾਂ, ਸਾਰੇ ਹੀ ਸਿੱਖਣਾ ਚਾਹੁੰਦੇ ਹਾਂ ਅਸੀਂ, ਔਰ ਮੇਰੇ ਖਿਆਲ ਨਾਲ ਸਾਰੇ ਹੀ ਸਿੱਖ ਵੀ ਰਹੇ ਹਾਂ। ਤੇ ਅਗਰ ਆਪ ਜੀ ਕੋਈ ਵਿਚਾਰ ਵੀ ਦੇਣਾ ਚਾਹੁੰਦੇ ਹੋ ਤੇ ਜ਼ਰੂਰ ਸਾਂਝ ਪਾਇਆ ਜਾਏ। ਨਹੀਂ ਵੀਰ ਜੀ, ਬਸ ਸਿਰਫ ਮੈਂ ਵੀਰ ਜੀ ਕੋਲੋਂ ਇਹ ਪੁੱਛਣਾ ਚਾਹ ਰਿਹਾ ਸੀ ਵੀ ਇੱਥੇ ਇੱਕ ਵਾਰੀ ਵੀ ਅਸੀਂ ਲਿਖ ਕੇ ਤੇ ਕਰ ਸਕਦੇ ਸੀ। ਮੈਂ ਸੋਚਦਾ ਸੀ ਵੀ ਗੁਰੂ ਸਾਹਿਬ 5 ਵਾਰੀ ਕਿਉਂ ਲਿਖ ਰਹੇ ਨੇ, ਬਸ ਐਸੀ ਕਰਕੇ ਮੇਰੇ ਦਿਲ ਚ ਆ ਰਹੀ ਸੀ ਪੁੱਛਣ ਦੀ ਗੱਲ। जी जी जी, मेरे ख्याल ਨਾਲ ਕਾਫੀ ਹੱਦ ਤੱਕ ਕਲੀਅਰ ਹੋ ਗਿਆ ਹੋਣਾ ਆਪ ਜੀ ਨੂੰ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਵੈਸੇ ਤਜਿੰਦਰ ਬਾਜੀ, ਮੈਂ ਤੁਹਾਨੂੰ ਦੂਸਰਾ ਭੁਪਿੰਦਰ ਵੀਰ ਜੀ ਕੋਲੋਂ ਪੁੱਛਣ ਵਾਸਤੇ ਕਿਹਾ ਸੀਗਾ। ਸਤਬੀਰ ਵੀਰ ਜੀ ਜੀ ਵੀਰ ਜੀ, ਇੱਥੇ ਨਾ ਦੇਖੋ ਸਤਿਗੁਰੂ ਜਿਹੜੇ ਸ਼ਬਦ ਦੇ ਵਿੱਚ ਗੱਲ ਕਰ ਰਹੇ ਨੇ, ਪਹਿਲੇ ਕੀ ਕਹਿੰਦੇ ਰਹਾਉ ਤੋਂ ਬਾਅਦ ਵਾਲੀ ਜਿਹੜੀ ਪਹਿਲੀ ਤੁਕਾਰ ਹੈ ਉਹਦੇ ਵਿੱਚ ਆ ਰਹੇ ਹੈ ਤੇਰੇ ਜਨ ਧਿਆਵੈ, ਹਨਾ, ਉੱਥੇ ਜਨ ਧਿਆਵੈ। ਉਸ ਦੂਜੀ ਤੁਕ ਵਿੱਚ ਆ ਰਿਹਾ ਉਸਤਤ ਕਰਾਂ, ਫਿਰ ਅੱਗੇ ਆ ਜਾਂਦਾ, ਅੱਗੇ ਕਹਿੰਦੇ ਨੇ ਤਿੰਨ ਸੇਵਾ ਹਮ ਲਾਏ ਹਰੇ ਹਮ ਲਾਏ, ਫਿਰ ਅੱਗੇ ਫਿਰ ਆਖਦੇ ਨੇ ਹਰੇ ਜਨ। ਇਹ ਜਿਹੜੇ ਬਹੁਤ ਸਾਰੇ ਜਨ ਨੇ ਨਾ ਜਿਹੜੇ ਹੁਣ ਸੇਵਾ ਲੱਗ ਪਏ, ਤਿੰਨ ਸੇਵਾ ਹਮ ਲਾਏ, ਕਿਉਂਕਿ ਸੇਵਾ ਲੱਗੇ ਹੁਣ ਇਹ ਤੇਰੇ ਜਨ ਧਿਆਵਾਂ ਇੱਕ ਮਨ ਇੱਕ ਚਿੱਤ ਤੇ ਸਾਧੂ ਸੁਖ ਪਾਵੈ ਜਪ ਹਰ ਹਰ ਨਾਮ ਨਿਧਾਨ। ਇਹ ਜਿਹੜੇ ਜਨ ਪਹਿਲਾਂ ਕਹਿਣਾ ਨਹੀਂ ਸੀ ਮੰਨਦੇ, ਉਸਤਤ ਨਹੀਂ ਸੀ ਕਰਦੇ, ਹੁਣ ਇਹ ਉਸਤਤ ਕਰਨ ਲੱਗ ਗਏ ਨੇ, ਜਨ ਧਿਆਉਣ ਲੱਗ ਗਏ ਨੇ, ਸੇਵਾ ਕਰਨ ਲੱਗ ਗਏ ਨੇ, ਹਿਰਦੇ ਵਿੱਚ ਇਹਨਾਂ ਨੇ ਸੁਖ ਦਾ ਫਲ ਅੰਮ੍ਰਿਤ ਫਲ ਪ੍ਰਾਪਤ ਕਰ ਵੀ ਲਿਆ ਹੈ। ਔਰ ਇਹੀ ਉਹ ਜਨ ਕਹਿ ਰਹੇ ਹਰੇ ਜਨ ਨਾਨਕ ਕੇ। ਇਸ ਨੂੰ ਗੁਰਬਾਣੀ ਇੱਕ ਹੋਰ ਕੀ ਕਹਿੰਦੇ ਆ ਜਗ੍ਹਾ ਤੇ ਸਮਝਾਉਂਦੀ ਹੈ, ਸਿਰਫ ਸਮਝਣ ਵਾਸਤੇ ਆਪਾਂ ਗੱਲ ਕਰ ਰਹੇ ਹਾਂ, ਜਿਸ ਨੂੰ ਕਹਿੰਦੇ ਨਾ ਨੈਨੂ ਨਕਟੂ ਸਰਵਣੂ ਰਸਪਤ ਇੰਦਰੀ ਕਹਿਆ ਨਾ ਮਾਨਾ, ਹਨਾ। ਇਹ ਕਹਿੰਦੇ ਕਹਿਣਾ ਨਹੀਂ ਸੀ ਮੰਨਦੇ, ਭਾਵ ਸੇਵਾ ਨਹੀਂ ਸੀ ਕਰਦੇ, ਤੇਰੀ ਉਸਤਤ ਨਹੀਂ ਸੀ ਕਰਦੇ, ਤੈਨੂੰ ਧਿਆਉਂਦੇ ਨਹੀਂ ਸਨ, ਹਨਾ। ਉਹ ਉਸ ਨੂੰ ਵੀ ਆਪਾਂ ਇਸ ਤਰ੍ਹਾਂ ਕਹਿੰਦੇ ਜਿਹੜੇ ਪੰਜ ਪਰਵਾਨ ਸਨ, ਪੰਜ ਪ੍ਰਧਾਨ ਹੋਏ ਹਨ, ਜਿਨ੍ਹਾਂ ਦਾ ਹੁਣ ਪੰਚਾਂ ਕਾ ਗੁਰ ਏਕ ਧਿਆਨ ਹੋਇਆ। ਇਹ ਉਸੇ ਵਾਸਤੇ ਹੀ ਗੱਲ ਕਰ ਰਹੇ ਨੇ, ਕਿਉਂਕਿ ਗੁਰਬਾਣੀ ਵਿੱਚ ਕਈ ਵਾਰ ਜਦੋਂ 3 ਵਾਰੀ ਆਉਂਦਾ ਨਾ, ਉਹ 3 ਵਾਰੀ ਇਸ ਤਰ੍ਹਾਂ ਆਉਂਦਾ ਹੈ ਜਿਸ ਤਰ੍ਹਾਂ ਕਹਿੰਦੇ ਨਾ ਨਿਰਮਲ 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 ਤੇਰੀ ਬਾਣੀ। ਉਹਦਾ ਮਤਲਬ ਅੱਜ ਤੋਂ ਪਹਿਲਾਂ ਵੀ ਬਾਣੀ ਨਿਰਮਲ ਸੀ, ਪਿਛਲੇ ਸਮੇਂ ਵਿੱਚ ਉਹਦੇ ਵਿੱਚ ਆਦਿ ਤੇ ਜੁਗਾਦ ਦੋਨੋਂ ਸਮਾਂ ਆ ਜਾਂਦਾ। ਪ੍ਰੈਜ਼ੈਂਟ ਵੀ ਤੇਰੀ ਬਾਣੀ ਨਿਰਮਲ ਹੈ, ਅੱਗੇ ਵੀ ਤੇਰੀ ਬਾਣੀ ਨਿਰਮਲ ਹੀ ਰਹੇਗੀ, ਅਸੀਂ ਚਾਹੇ ਉਸ ਨੂੰ ਨਿਰਮਲ ਬਾਣੀ ਸਮਝੀਏ ਜਾਂ ਨਾ ਸਮਝੀਏ। ਸਤ 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 ਪ੍ਰਭ ਸੁਆਮੀ, ਪਹਿਲਾਂ ਵੀ ਸਤ ਸੁਆਮੀ ਹੈ ਸੀ, ਹੁਣ ਵੀ ਹੈ, ਅੱਗੇ ਵੀ ਰਹੇਗਾ। ਉਸਨੇ ਜੋ ਸੱਚ ਸਭ ਕੀਨਾ ਉਹ ਪਹਿਲਾਂ ਵੀ ਸੱਚ ਕੀਤਾ ਸੀ, ਤੇ ਜੱਗ ਸੱਚੇ ਕੀ ਕੋਠੀ ਨੇ ਜੋ ਕੀਤਾ ਉਹ ਸੱਚਾ ਹੀ ਸੀ, ਝੂਠਾ ਨਹੀਂ ਸੀ। ਹੁਣ ਵੀ ਜੋ ਚੱਲ ਰਿਹਾ ਉਹ ਸੱਚ ਚੱਲ ਰਿਹਾ, ਅੱਗੇ ਵੀ ਸੱਚਾ ਹੀ ਰਹੇਗਾ। ਜੋ ਕੁਝ ਉਹਨੇ ਕੀਤਾ ਉਹਦੇ ਵਿੱਚ ਜਿਹੜੇ 3 ਵਾਰੀ ਆਏਗਾ ਮੋਸਟਲੀ ਉਹ ਜ਼ਿਆਦਾਤਰ ਆਉਂਦਾ ਹੈ ਸਮੇਂ ਦੇ ਨਾਲ। 4 ਵਾਰੀ ਜਿਹੜਾ ਆਉਂਦਾ ਨਾ ਉਹ ਸਤਿਗੁਰੂ ਜੀ ਸਾਡੇ ਕਰਮਾਂ ਨੂੰ ਲੇਟ ਕਰਕੇ ਦੇਖਦੇ, ਉਹਨੂੰ ਕਹਿੰਦੇ ਨੇ ਊਠਤ ਬੈਠਤ ਸੋਵਤ ਜਾਗਤ। ਕਈ ਵਾਰੀ 4 ਲਫ਼ਜ਼ ਜਿਹੜੇ ਆਉਂਦੇ ਨੇ ਉਹ ਇਸ ਲਫ਼ਜ਼ ਵਿੱਚ ਵੀ ਆਉਂਦੇ ਵੀ ਊਠਤ ਬੈਠਤ ਸੋਵਤ ਜਾਗਤ। ਕੀ ਕਹਿੰਦੇ ਉਹ ਅਸੀਂ ਹੁਣ ਜਦੋਂ ਪ੍ਰਮਾਤਮਾ ਨੂੰ ਇਹ ਚਾਰ ਕੀ ਕਹਿੰਦੇ ਚਾਰੋਂ ਵਿੱਚ ਉੱਠਦੇ ਵੀ, ਬਹਿੰਦੇ ਵੀ, ਸੌਂਦੇ ਵੀ, ਜਾਗਦੇ ਵੀ, ਅਸੀਂ ਜਦੋਂ ਉਹਦਾ ਸਿਮਰਨ ਕਰਨ ਵਾਲਾ ਤੇ ਕਈ ਵਾਰ ਉਹ 4 ਵਾਰੀ ਸਤਿਗੁਰੂ ਜੀ ਯੂਜ਼ ਕਰਦੇ ਉਹ ਵਾਲੀ ਗੱਲ। ਉਸੇ ਤਰ੍ਹਾਂ ਹੀ ਕੁਝ ਇਸ ਤਰ੍ਹਾਂ ਹੈ ਕਿ ਜਿਹੜੇ ਸਾਰੇ ਸੀ ਨਾ, ਜਿਸ ਨੂੰ ਆਪਾਂ 5 ਇੰਦਰੇ ਜਾਂ 5 ਇੰਦਰੇ ਕਹਿ ਸਕਦੇ ਹਾਂ, ਕਰਮ ਇੰਦਰੇ ਦਾ ਗਿਆਨ, ਉਹ ਸਾਰੇ ਹੁਣ ਤੂੰ 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 ਕਰਨ ਲੱਗ ਗਏ ਨੇ। ਜਿਸ ਨੂੰ ਕਹਿ ਰਹੇ ਨਾ ਨੈਨੂ, ਇਸ ਗਾਵਾਂ ਦੇ ਵਿੱਚ ਕੀ ਵਸ ਰਿਹਾ, ਇਸ ਦੇਹੀ ਗਾਵ ਦੇ ਵਿੱਚ ਕੌਣ ਵਸ ਰਿਹਾ? ਨੈਨੂ। ਇੱਥੇ ਜਨ ਦੀ ਗੱਲ ਚੱਲ ਰਹੀ ਹੈ,
ਪ੍ਰਧਾਨ ਦੀ ਨਹੀਂ, ਦੇਹੀ ਦੇ ਅੰਦਰ ਗਾਵ ਹੈ, ਜੀਓ ਧਰਮ ਹੈ ਤੋਂ, ਲੇਕਿਨ ਐਸੇ ਜਿਹੜੀ ਗੱਲ ਚੱਲ ਰਹੀ ਹੈ ਨਾ, ਜੀਓ ਦੀ ਨਹੀਂ ਚੱਲ ਰਹੀ, ਜਾਨਾਂ ਦੀ ਚੱਲ ਰਹੀ ਹੈ, ਪਲੂਰਲ ਫਾਰਮ ਵਿੱਚ ਆ ਰਹੀ। ਜਨ ਤੇ ਆਵੈ ਉਸਤਤ ਕਰੈ ਜਿਨ ਕੈ ਹਿਰਦੈ ਤੂ ਸੁਆਮੀ ਤਿਨ ਹਮ ਸੇਵਾ ਲਾਏ। ਤਿੰਨ ਸੇਵਾ ਹਮ ਦੀ ਗੱਲ ਚੱਲ ਰਹੀ ਹੈ ਔਰ ਜਨ ਦੀ ਗੱਲ ਚੱਲ ਰਹੀ ਹੈ ਪਲੂਰਲ ਫਾਰਮ ਵਿੱਚ। ਉਹ ਸਾਰੇ ਹੁਣ ਤੂੰ ਕਰਨ ਲੱਗ ਗਏ ਨੇ, ਜਿਹਨੂੰ ਕਹਿੰਦੇ ਨੇ ਦੇਹੀ ਦੇ ਅੰਦਰ ਗਾਂਵ ਦੇ ਵਿੱਚ ਉਹ 5 ਕਿਸਾਨ ਵਸਦੇ ਸਨ, ਜਿਹੜੇ ਨਾ ਕਹਿਣਾ ਨਹੀਂ ਸੀ ਮੰਨਦੇ। ਵਸੈ 5 ਕਿਸਾਨਾ ਨੈਨੂ ਨਕਟੂ ਸ਼ਰਮਨੂ ਰਸਮੂ ਇੰਦਰੀ ਕਹਿਆ ਨਾ ਮਾਨਾ। ਉਹ ਹੁਣ ਕਹਿਣਾ ਵੀ ਮੰਨਣ ਲੱਗ ਗਏ ਨੇ, ਉਹ ਧਿਆਨ ਵੀ ਲੱਗ ਗਏ ਨੇ, ਉਸਤਤ ਵੀ ਕਰਨ ਲੱਗ ਗਏ ਤੇ ਸੇਵਾ ਵੀ ਕਰਨ ਲੱਗ ਗਏ ਨੇ। ਉਹ ਉਸੇ ਭਾਵ ਨੂੰ ਕਹਿੰਦੇ ਨੇ ਤੂੰ ਕਰਤਾ ਤੂੰ ਹੁਆ, ਸਾਰੇ ਤੂੰ ਕਰਦੇ ਹੋ ਵੀ ਗਏ ਨੇ। ਇਸ ਲਈ ਸਾਰੇ ਤੂੰ ਕਰਨ ਲੱਗੇ, ਭਾਵ ਸੇਵਾ ਕਰਨ ਲੱਗ ਗਏ ਨੇ, ਧਿਆਨ ਲੱਗ ਗਏ ਨੇ ਤੇ ਤੂੰ ਕਰਦੇ ਤੂੰ ਹੋ ਵੀ ਗਏ ਨੇ। ਹਾਂਜੀ ਹਾਂ ਵੀਰ ਜੀ ਬਿਲਕੁਲ ਠੀਕ ਕਹਿ ਰਹੇ ਹੋ। ਜਿਵੇਂ ਸਤਬੀਰ ਵੀਰ ਜੀ ਨੇ ਇੱਕ ਐਗਜ਼ਾਮਪਲ ਵੀ ਦਿੱਤਾ ਸੀ ਜਿਸ ਦੀ ਵਾਹ-ਵਾਹ ਆਪ ਵਿਚਾਰ ਕਰ ਰਹੇ ਹੋ, ਕੀ ਪਤਾ ਇਸ ਤੂੰ ਦਾ ਜ਼ਿਕਰ ਉਹਦੇ ਨਾਲ ਹੀ ਰਲ ਕੇ ਕੀਤਾ ਹੋਇਆ, ਜਿਵੇਂ ਕਹਿ ਰਹੇ ਨੇ ਕਬੀਰ ਜੀ ਤੂੰ ਕਰਤਾ ਤੂੰ ਹੁਆ ਮੁਝ ਮੇ ਰਹਾ ਨਾ ਹੂੰ। ਉਸ ਬਾਬਤ ਹੀ ਵੀਰ ਜੀ ਇਹ ਵਿਚਾਰ ਹੈਗੀ ਹੈ ਜਾਂ ਕੁਝ ਡਿਫਰੈਂਸ ਹੈਗੀ ਹੈ ਵੀਰ ਜੀ? ਨਹੀਂ ਉਹੀ ਹੈ ਭਾਜੀ, ਉਹੀ ਹੈ। ਤੂੰ ਭਗਵਾਨ ਜਿਸ ਨੂੰ ਉੱਥੇ ਕਹਿੰਦੇ ਤੂੰ ਕਰਤਾ ਤੂੰ ਹੁਆ, ਤੂੰ ਹੀ ਤਾਂ ਕਹਿੰਦੇ ਨੇ ਨਾ, ਮੁਝ ਮੇ ਰਹਾ ਨਾ ਹੂੰ, ਉਹੀ ਗੱਲ ਜੀ। ਠੀਕ ਹੈ ਵੀਰ ਜੀ, ਥੈਂਕ ਯੂ। ਬੜੀ ਖੂਬਸੂਰਤ ਕਿ ਜਿਹੜਾ ਅਸੀਂ ਕਹਿੰਦੇ ਨਾ ਦਰਸ਼ਨ ਕੀ ਚਲੋ ਖਾਲੀ ਮੱਥਾ ਟੇਕਣਾ ਦਰਸ਼ਨ ਨਹੀਂ ਹੁੰਦਾ। ਦੂਸਰਾ ਬੱਚੇ ਕਹਿ ਦਿੰਦੇ ਨੇ ਜੀ ਅਸੀਂ ਰੁਮਾਲਾ ਚੁੱਕ ਕੇ ਅਸੀਂ ਦਰਸ਼ਨ ਕਰ ਲਿੱਤਾ, ਗੁਟਕੇ ਚੁੱਕ ਲਿੱਤੇ ਤੇ ਅਸੀਂ ਦਰਸ਼ਨ ਕਰ ਲਿੱਤਾ। ਅਸੀਂ ਇੱਕ ਇਨਸਾਨ ਦਾ ਦਰਸ਼ਨ ਕਰਨਾ ਹੋਵੇ ਨਾ ਤਾਂ ਸਾਡੇ ਸਾਹਮਣੇ ਆਵੇ, ਉਹਦੇ ਦਰਸ਼ਨ ਹੋ ਜਾਂਦੇ। ਪਰ ਸਾਨੂੰ ਪਤਾ ਹੈ ਕਿ ਬਾਣੀ ਹੀ ਗੁਰੂ ਹੈ ਬਾਣੀ। ਸਾਨੂੰ ਇਹ ਪਤਾ ਹੈ ਕਿ ਬਾਣੀ ਸਤਿਗੁਰੂ ਹੈ, ਸਤਿਗੁਰੂ ਹੀ ਨਿਰੰਕਾਰ ਹੈ, ਨਿਰੰਕਾਰ ਹੀ ਵਨਸ ਹੈ। ਅਗਰ ਅਸੀਂ ਇਸ ਫਾਰਮੂਲਾ ਲਾਈਨ ਨਾਲ ਚੱਲੀਏ ਤੇ ਫਿਰ ਅਸੀਂ ਉਸ ਗੁਰੂ, ਉਸ ਬਾਣੀ, ਉਸ ਸਤਿਗੁਰੂ ਦੀ ਉਸ ਇੱਕ ਦੇ ਦਰਸ਼ਨ ਕਿੰਝ ਕਰੀਏ? ਅਗਰ ਅਸੀਂ ਇਸ ਤੱਕ ਪਹੁੰਚ ਜਾਈਏ ਤੇ ਫਿਰ ਸਾਨੂੰ ਪਤਾ ਲੱਗ ਜਾਏਗਾ until I don't walk on that path, I don't implement and I don't experience, ਮੇਰਾ ਉਹ ਐਕਸਪੀਰੀਅੰਸ ਹੀ ਦਰਸ਼ਨ ਹੈ। ਹਾਂਜੀ ਬੁਆ ਜੀ, ਵੈਲ ਸੈਡ। ਜੋ ਮੈਨੂੰ ਵਿਚਾਰਧਾਰਾ ਸਮਝ ਆਏਗੀ, ਵਿਚਾਰਧਾਰਾ ਨੂੰ ਸਮਝ ਕੇ ਵਿਚਾਰਧਾਰਾ ਤੇ ਪ੍ਰੈਕਟੀਕਲ ਟੁਰਨਾ ਹੈ, ਪੂਰੇ ਪੈਕੇਜ ਨੂੰ ਦਰਸ਼ਨ ਕਹਿੰਦੇ ਨੇ। ਹਾਂਜੀ, that experience is darshan। ਹਾਂਜੀ।